ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਗੁਰਮਤਿ ਕਲਾਸ ਵਿੱਚ। ਸਾਰਿਆਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਅਸੀਂ ਸਭ ਮਾਈ ਭਾਈ ਮਿਲ ਕੇ ਜਪਜੀ ਸਾਹਿਬ ਜੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਔਰ ਜੀਵਨ ਵਾਸਤੇ ਗੁਰੂ ਜੀ ਦੀਆਂ ਸਿੱਖਿਆ ਲੈਣ ਦਾ ਯਤਨ ਕਰ ਰਹੇ ਹਾਂ ਔਰ ਜਪਜੀ ਸਾਹਿਬ ਜੀ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ। ਜਿਵੇਂ ਕਿ ਅਸੀਂ ਰੋਜ਼ ਵਿਚਾਰ ਕਰਦੇ ਹਾਂ ਕਿ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਰਾਹੀਂ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਸਚਿਆਰ ਹੋਣ ਦੀ ਪ੍ਰੇਰਨਾ ਦਿੱਤੀ ਹੈ। ਹਰ ਮਨੁੱਖ ਨੇ ਸਚਿਆਰ ਹੋਣ ਦਾ ਯਤਨ ਕਰਨਾ ਹੈ, ਕਿਉਂਕਿ ਸਚਿਆਰ ਹੋਣ ਦੇ ਵਿੱਚ ਸੁੱਖ ਹੈ, ਸ਼ਾਂਤੀ ਹੈ, ਆਨੰਦ ਹੈ, ਖੇੜਾ ਪ੍ਰਸੰਨਤਾ ਹੈ। ਸਚਿਆਰ ਹੋਣ ਦੇ ਨਾਲ ਹੀ ਸਾਡੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਨੇ ਔਰ ਸਚਿਆਰ ਹੋਣ ਦੇ ਨਾਲ ਹੀ ਸਾਡਾ ਸਮਾਜ ਸੋਹਣਾ ਬਣ ਸਕਦਾ ਹੈ ਔਰ ਇਹ ਸੰਸਾਰ, ਸਾਡਾ ਪਰਿਵਾਰ, ਸਾਡਾ ਜੀਵਨ ਸਵਰਗ ਹੋ ਸਕਦਾ ਹੈ। ਤੇ ਸਚਿਆਰ ਹੋਣ ਵਾਸਤੇ ਹੋਰ ਕੋਈ ਸਾਧਨ ਕਾਮਯਾਬ ਨਹੀਂ ਹੈ, ਚਾਹੇ ਉਹ ਤੀਰਥ ਯਾਤਰਾਵਾਂ ਨੇ, ਚਾਹੇ ਉਹ ਵਰਤ ਆਦਿਕ ਨੇ, ਚਾਹੇ ਉਹ ਰਸਮੀ ਪਾਠ ਪੂਜਾ ਹੈ, ਜਾਂ ਵਿਖਾਵੇ ਦੀਆਂ ਸਮਾਧੀਆਂ ਲਗਾਉਣੀਆਂ ਹਨ, ਜਾਂ ਚਲਾਕੀਆਂ ਹਨ, ਜਾਂ ਤ੍ਰਿਸ਼ਨਾ ਦੇ ਅਧੀਨ ਰਿਹਾ ਪਦਾਰਥ ਇਕੱਠੇ ਕਰਨੇ ਹਨ, ਜਾਂ ਕਿ ਤਿਆਗ ਆਦਿਕ ਹੈ। ਇਹ ਸਚਿਆਰ ਹੋਣ ਦਾ ਕੋਈ ਸਾਧਨ ਨਹੀਂ ਹੈ। ਸਚਿਆਰ ਹੋਣ ਲਈ ਸਾਧਨ ਇੱਕੋ ਹੀ ਹੈ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ ਰਜ਼ਾਈ ਦਾ ਮਤਲਬ ਹੁਕਮ ਰਜ਼ਾ ਪਾਣਾ, ਮਤਲਬ ਸਿਸਟਮ, ਪ੍ਰਭੂ ਦੇ ਬਣਾਏ ਕੁਦਰਤ ਦੇ ਨੇਮ, ਇਹਨਾਂ ਮੁਤਾਬਕ ਜ਼ਿੰਦਗੀ ਜੀਣਾ ਹੀ ਸਚਿਆਰ ਹੋਣ ਦਾ ਇੱਕੋ ਇੱਕ ਸਾਧਨ ਹੈ ਔਰ ਇਸ ਨਿਯਮਾਵਲੀ ਦੇ ਅੰਦਰ ਤੁਰਿਆ ਹੀ ਸਾਡੇ ਅੰਦਰੋਂ ਕੂੜ ਆਦਿਕ ਦੀ ਕੰਧ ਢਹਿ ਸਕਦੀ ਹੈ। ਕੱਲ ਅਸਾਂ ਵਿਚਾਰ ਕੀਤੀ ਸੀ ਧਰਮ ਖੰਡ ਦੀ। ਖੰਡ ਦਾ ਮਤਲਬ ਟੁਕੜਾ, ਧਰਮ ਦਾ ਮਤਲਬ ਫਰਜ਼, ਯਾਨੀ ਅਸੀਂ ਆਪਣੇ ਫਰਜ਼ ਪੂਰੇ ਕਰਨੇ ਨੇ। ਇਹ ਸੰਸਾਰ ਦੇ ਅੰਦਰ ਪੂਰੇ ਗ੍ਰਹਿ ਨਕਸ਼ਤਰ, ਧਰਤੀ ਆਦਿਕ, ਜੀਵ ਜੰਤ, ਪੌਣ ਪਾਣੀ, ਬੈਸੰਤਰ, ਇਹ ਸਾਰਾ ਕੁਝ ਕਿਸੇ ਨਿਯਮ ਦੇ ਅੰਦਰ ਚੱਲ ਰਿਹਾ ਹੈ, ਨਿਯਮ ਦੀ ਪਾਲਣਾ ਕਰ ਰਿਹਾ ਹੈ। ਨਿਯਮ ਦੇ ਅੰਦਰ ਰਹਿਣਾ ਹੀ ਧਰਮ ਹੈ। ਇਸ ਲਈ ਅਸੀਂ ਆਪਣੇ ਫਰਜ਼ਾਂ ਨੂੰ ਕਿਸੇ ਨਿਯਮ ਦੇ ਅੰਦਰ ਰਹਿ ਕੇ ਪੂਰਾ ਕਰਨਾ ਹੈ, ਯਾਨੀ ਸੱਚ ਨੂੰ ਆਧਾਰ ਬਣਾ ਕੇ ਅਸੀਂ ਆਪਣੇ ਫਰਜ਼ਾਂ ਨੂੰ ਪੂਰਾ ਕਰਨਾ। ਇਹ ਸਿੰਪਲ ਗੱਲ ਹੈ। ਜਿਵੇਂ ਅਸੀਂ ਕੱਲ ਵਿਚਾਰਿਆ ਸੀ, ਔਰਤ ਦੇ ਜਿੰਨੇ ਵੀ ਰਿਸ਼ਤੇ ਨੇ, ਚਾਹੇ ਉਹ ਬੇਟੀ ਦਾ ਹੈ, ਭੈਣ ਦਾ ਹੈ, ਮਾਂ ਦਾ ਹੈ, ਪਤਨੀ ਦਾ ਹੈ, ਕਿੰਨੇ ਸਾਰੇ ਰਿਸ਼ਤੇ ਨੇ। ਇਮਾਨਦਾਰੀ ਦੇ ਨਾਲ, ਸੱਚਾਈ ਦੇ ਨਾਲ ਇਹਨਾਂ ਫਰਜ਼ਾਂ ਨੂੰ ਪੂਰੇ ਕਰਨਾ ਔਰਤ ਦਾ ਧਰਮ ਹੈ। ਔਰ ਜੋ ਮਨੁੱਖ ਹੈ, ਇਹ ਕਿਸੇ ਦਾ ਬੇਟਾ ਹੈ, ਪਿਤਾ ਹੈ, ਪਤੀ ਹੈ, ਭਰਾ ਹੈ, ਕਿੰਨੇ ਸਾਰੇ ਰਿਸ਼ਤੇ ਨੇ। ਇਮਾਨਦਾਰੀ ਦੇ ਨਾਲ ਸੱਚ ਨੂੰ ਆਧਾਰ ਬਣਾ ਕੇ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਨਾ, ਇਹ ਮਨੁੱਖ ਦਾ ਧਰਮ ਹੈ। ਤੇ ਇਹ ਫਰਜ਼ ਇੱਥੇ ਹੀ ਪੂਰੇ ਨਹੀਂ ਹੋ ਜਾਂਦੇ। ਧਰਮ ਕੋਈ ਦੋ ਸ਼ਬਦਾਂ ਦਾ ਲਫ਼ਜ਼ ਨਹੀਂ ਹੈ। ਜਿਹੜਾ ਵੱਡਾ ਇਹ ਯੂਨੀਵਰਸ ਹੈ, ਓਨੇ ਹੀ ਵੱਡੇ ਸਾਡੇ ਫਰਜ਼ ਨੇ। ਹਵਾ ਲਈ ਸਾਡੇ ਕੀ ਫਰਜ਼ ਨੇ, ਧਰਤੀ ਲਈ ਕੀ ਫਰਜ਼ ਹੈ, ਵਨਸਪਤੀ ਲਈ ਸਾਡੇ ਕੀ ਫਰਜ਼ ਨੇ, ਜੀਵ ਜੰਤ ਲਈ, ਮਨੁੱਖ ਮਾਤਰ ਲਈ ਕੀ ਫਰਜ਼ ਨੇ। ਇਹਨਾਂ ਸਮੁੱਚੇ ਫਰਜ਼ਾਂ ਨੂੰ ਪੂਰੇ ਕਰਨਾ ਹੀ ਮਨੁੱਖ ਦਾ ਧਰਮ ਹੈ। ਔਰ ਜਿਹੜਾ ਵੀ ਸੱਚ ਨੂੰ ਆਧਾਰ ਬਣਾ ਕੇ ਆਪਣੇ ਇਹਨਾਂ ਫਰਜ਼ਾਂ ਨੂੰ ਪੂਰਿਆਂ ਕਰੇਗਾ, ਉਹ ਇਨਸਾਨ ਸਚਿਆਰ ਹੋ ਜਾਏਗਾ। ਉਹ ਇਨਸਾਨ ਰੱਬ ਦੇ ਅੰਦਰ ਅਪੇਦ ਹੋ ਜਾਏਗਾ, ਉਹ ਰੱਬ ਦਾ ਰੂਪ ਹੋ ਜਾਏਗਾ ਔਰ ਰੱਬ ਦੇ ਅੰਦਰ ਸਮਾ ਜਾਏਗਾ। ਉਸ ਮਨੁੱਖ ਦੀ ਜ਼ਿੰਦਗੀ ਹੀ ਸੁਖੀ ਔਰ ਸ਼ਾਂਤ ਹੋਏਗੀ। ਉਸ ਮਨੁੱਖ ਦੇ ਜੀਵਨ ਦੇ ਅੰਦਰ ਹੀ ਖੁਸ਼ੀਆਂ, ਖੇੜੇ, ਆਨੰਦ ਔਰ ਪ੍ਰਸੰਨਤਾ ਪੈਦਾ ਹੋਏਗੀ, ਕਿਉਂਕਿ ਫਰਜ਼ ਨਿਭਾਉਣ ਦੇ ਅੰਦਰ ਹੀ ਖੁਸ਼ੀ ਹੈ। ਤਾਂ ਆਓ ਇਸ ਤੋਂ ਅਗਲੀ ਜੋ ਵਿਚਾਰ ਹੈ 35 ਨੰਬਰ ਪੌੜੀ ਵਿੱਚ ਵਿਚਾਰਨ ਦਾ ਯਤਨ ਕਰੀਏ। ਗੁਰੂ ਜੀ ਕਹਿੰਦੇ ਹਨ, ਧਰਮ ਖੰਡ ਕਾ ਇਹੋ ਧਰਮ। ਧਰਮ ਖੰਡ ਦਾ ਇੱਕੋ ਹੀ ਧਰਮ ਹੈ, ਭਾਵ ਮਰਿਆਦਾ ਹੈ ਜਾਂ ਜਰੀਆ ਹੈ, ਤਰੀਕਾ ਹੈ। ਧਰਮ ਮਰਿਆਦਾ, ਧਰਮ ਫਰਜ਼, ਯਾਨੀ ਇੱਕੋ ਹੀ ਤਰੀਕਾ ਹੈ ਕਿ ਫਰਜ਼ ਨਿਭਾਉਣਾ, ਫਰਜ਼ਾਂ ਨੂੰ ਪੂਰੀਆਂ ਕਰਨਾ ਹੀ ਇੱਕੋ ਇੱਕ ਧਰਮ ਹੈ
जो फर्ज उत्ते बयान किए गए ने। धर्मखंड का एहो धर्म का मतलब जो असी उतलियां पंक्तियां दे अंदर 34 नंबर पौड़ी दे अंदर पढ़ आए हाँ, विचार आए हाँ। धर्म का मतलब ही फर्ज है। तो देखो कितना सौखा काम है ना, अपने घर परिवार विच रहिंदे आ, अपने जीवन का गुजारा करते हैं, चाहे कोई खेती कर रहा है, दुकान कर रहा है, व्यापार कर रहा है, या कोई होर जॉब करता है, इन्हां सारियां दे विच रहिंदियां होइयां सच नूं आधार बना के अपने फर्जां नूं पूरे करना कितना सौखा है। सुखी होने का कितना सोहना साधन है। अपने जीवन में प्रसन्नता पैदा कर लेना कितना सौखा है ना, कोई औखा नहीं है। तो अगला वचन गुरु जी करते ने, ज्ञान खंड का आखो कर्म। हुण ज्ञान खंड का मतलब जो अवस्था है, गुरु जी कहते ने उसका कर्म भी विचार लो। आखो का मतलब आखो यानी विचारो। हुण असीं विचारना है ज्ञान खंड बारे, ज्ञान की है और ज्ञान राही सानू की चीज़ां मिलदियां ने, ज्ञान क्यों जरूरी है। आखो का मतलब विचारो इस चीज नूं, समझो इस चीज नूं। हुण गुरुदेव पातशाह पावन बाणी दे अंदर बड़ा प्यारा बचन कीता है, कहन लगे कुंभे बद्धा जल रहे, जल बिन कुंभ ना होए, ज्ञान का बद्धा मन रहे, गुर बिन ज्ञान ना होए। हुण मन ही साडे सुख और दुख का साधन है। साडे कीते हुए कर्मां दे जो सानू सुख जां दुख मिलिया है ना, वो साडी अपनी चॉइस सी, वो साडी अपनी चोण सी। वो असीं अपने ज्ञान के आसरे अपने दिमाग के नाल फैसला लिया सी। साडे उस फैसले का नतीजा है सुख जां दुख। हुण फैसला असीं की लिया, कोई भी असीं कर्म कीता, मान लो कि असीं कोई दुकान चलाई ते उह दुकान के अंदर सानू बहुत सारा लाभ होया, उथों सानू खुशी मिली, तो यह खुशी जां लाभ साडे फैसले का नतीजा है। क्योंकि असीं दुकान खोलण का फैसला लिया, सानू उस बारे पूरी जानकारी सी, असीं इहनूं ठीक ढंग दे नाल ज्ञान दे नाल चलाया, सानू खुशी मिली। लेकिन असीं एक फैसला ऐसा ले लिया, चलाई असीं दुकान, खोली दुकान, पर ऐसी जगह ते खोल ली जिथे उस दुकान की जरूरत नहीं सी, जां ऐसा कोई व्यापार कर लिया जिस बारे सानू ज्ञान नहीं सी। व्यापार फेल हो गया, साडा पैसा बर्बाद हो गया, साडे जीवन अंदर दुख आ गया। तो यह दुख क्यों आया? ये साडे फैसले का नतीजा है। जो असीं फैसला लिया ਉਹਦਾ नतीजा है। तो यह दो निक्कियां जिहियां मिसालां ने। इसे तरह साडी खुशी, साडी गमी, साडे सुख, साडे दुख, साडे रिश्तियां नातियां दा जुड़ना, उन्हां दा टुटना, ये हर मनुख दे अपनी चॉइस है, अपना फैसला है। जो उन्हें कर्म कीता है उस कर्म का फल उन्होंने मिले। इसलिए ज्ञान अत्यंत जरूरी है, ज्ञान की बहुत जरूरत है। गुरु पातशाह जी कहते हैं हुणे मन जिहड़ा है ਇਹਦੇ अंदर अनंत भावनावां पैदा ਹੁੰਦੀਆਂ ਨੇ। मन के अंदर करीब 60,000 विचार 24 घंटिया आउंदे ने। मन दीयां बहुत सारियां भावनावां ने, ते जदों साडे मन के अंदर कोई भावना पैदा होवे ते असीं उह भावना अनुसार कर्म कर लवीए, उहदे बारे विचारीए ना, उहदे नतीजे बारे ना विचारीए, तां प्रॉब्लम क्रिएट होएगी ना। इसलिए ज्ञान की बहुत लोड़ है, पहली गल। दूजी गल यह है कि ज्ञान हर मनुख नूं है, ज्ञान हर जीव जंत नूं है। कुदरत ने सब नूं ज्ञान दिता है, रब ने हर एक नूं दिमाग दिता है। जिवें असीं पिछे विचार आए हैं कि जदों कोई जंगली जानवर भी बच्चे नूं जन्म दिंदा है तां ओह बच्चा थोड़ी देर बाद ही उठ के सीधा अपनी मां दे थणा नूं मूंह विच पांदा है। यानी उहनूं नॉलेज है, उहदे अंदर ज्ञान है ना कि मेरी खुराक इत्थे है। किवें दूर दुराडे तो पंछी उड़ के आउंदे ने, जदों उस इलाके विच बहुत सर्दी पैनी होवे तां पंछियां नूं पहलों पता लग जांदा है ना, ज्ञान हो जांदा है कि मैं इथों उड़ना है,
ਇੰਨੀ ਦੂਰ ਜਾਣਾ ਹੈ, ਇੰਨੇ ਦਿਨ ਵਿੱਚ ਮੈਂ ਪਹੁੰਚ ਜਾਵਾਂਗਾ, ਵਾਪਸ ਇੰਨੇ ਦਿਨ ਵਿੱਚ ਆਵਾਂਗਾ। ਉਹਨਾਂ ਦੇ ਕੋਲ ਕੋਈ ਸਿਸਟਮ ਨਹੀਂ ਹੈ ਰਾਸਤਾ ਦੱਸਣ ਵਾਲਾ, ਗੂਗਲ ਮੈਪ ਨਹੀਂ, ਲੇਕਿਨ ਉਹ ਸਿੱਧੇ ਆਪਣੇ ਟਿਕਾਣੇ ਤੇ ਪਹੁੰਚਦੇ ਨੇ। ਗਿਆਨ ਤਾਂ ਹੈ, ਜੀਵ ਜਨਤਾ ਨੂੰ ਗਿਆਨ ਹੈ। ਜਦੋਂ ਕਿਤੇ ਸ਼ੇਰ ਗਰਜਦਾ ਹੈ ਤਾਂ ਕਿਵੇਂ ਹਿਰਨ ਜਿੱਧਰ ਨੂੰ ਜੀ ਹੁੰਦਾ ਹੈ, ਮੂੰਹ ਹੁੰਦਾ ਹੈ, ਉਧਰ ਨੂੰ ਭੱਜ ਪੈਂਦੇ ਨੇ। ਉਹਨਾਂ ਨੂੰ ਗਿਆਨ ਹੈ ਨਾ ਕਿ ਅਸੀਂ ਕਿਵੇਂ ਬਚਣਾ ਹੈ। ਗਿਆਨ ਮਨੁੱਖ ਦੇ ਕੋਲ ਵੀ ਹੈ, ਪਰ ਗਿਆਨ ਦੇ ਦੋ ਰੂਪ ਨੇ, ਇੱਕ ਚੰਗੇ ਰੂਪ ਵਿੱਚ ਵਰਤਣਾ ਔਰ ਇੱਕ ਮਾੜੇ ਰੂਪ ਵਿੱਚ ਵਰਤਣਾ। ਜਿਹਨੂੰ ਅਸੀਂ ਸੱਚ ਨੂੰ ਬੇਸ ਬਣਾ ਕੇ ਵਰਤਦੇ ਹਾਂ, ਯਾਨੀ ਚੰਗੇ ਰੂਪ ਵਿੱਚ, ਉਹਨੂੰ ਗਿਆਨ ਕਹਿ ਦਿੰਦੇ ਹਾਂ, ਤੇ ਜੋ ਗਿਆਨ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਉਹਨੂੰ ਅਗਿਆਨ ਕਿਹਾ ਜਾਂਦਾ। ਦੇਖੋ, ਅੰਗੂਰਾਂ ਦੇ ਨਾਲ ਦਵਾਈਆਂ ਵੀ ਬਣਾਈਆਂ ਗਈਆਂ ਨੇ ਤੇ ਅੰਗੂਰਾਂ ਦੇ ਨਾਲ ਸ਼ਰਾਬ ਵੀ ਬਣਾਇਆ ਗਿਆ। ਦਿਮਾਗ ਗਿਆਨ ਸ਼ਰਾਬ ਬਣਾਉਣ ਵਾਲੇ ਕੋਲ ਵੀ ਹੈ। ਜੋ ਬੰਬ ਧਮਾਕੇ ਕਰਕੇ ਆਮ ਜਨਤਾ ਦਾ ਕਤਲ ਕਰਦੇ ਨੇ, ਗਿਆਨ ਉਹਨਾਂ ਕੋਲ ਵੀ ਇਹ ਬੰਬ ਬਣਾਉਣ ਦਾ ਗਿਆਨ ਹੈ ਨਾ। ਤਾਂ ਹੀ ਉਹਨਾਂ ਨੂੰ ਪਤਾ ਹੈ ਕਿਹੜਾ ਕਿਹੜਾ ਕੈਮੀਕਲ ਕਿੰਨੇ ਕਿੰਨੇ ਮਾਤਰਾ ਵਿੱਚ ਪਾਣਾ ਹੈ ਤੇ ਬੰਬ ਫਟੇਗਾ। ਗਿਆਨ ਉਹਨਾਂ ਕੋਲ ਵੀ ਹੈ। ਗਿਆਨ ਉਹਨਾਂ ਦੇ ਕੋਲ ਵੀ ਹੈ ਜੋ ਡੁਪਲੀਕੇਟ ਦਵਾਈਆਂ ਵੇਚ ਰਹੇ ਨੇ, ਰਿਸ਼ਵਤ ਆਦਿ, ਲੇਕਿਨ ਉਹ ਗਿਆਨ ਦੀ ਦੁਰਵਰਤੋਂ ਕਰ ਰਹੇ। ਤਾਂ ਗਿਆਨ ਦੀ ਸਵਰਤੋਂ ਕਰਨੀ ਹੈ ਜਿਸ ਕਰਕੇ ਜ਼ਿੰਦਗੀ ਦੇ ਅੰਦਰ ਸੁੱਖ ਪੈਦਾ ਹੋਵੇ। ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਅਕਲੀ ਸਾਹਿਬ ਸੇਵੀਏ ਅਕਲੀ ਕੀਚੇ ਦਾਨ, ਅਕਲੀ ਪੜ੍ਹ ਕੇ ਬੁੱਝੀਏ ਅਕਲੀ ਪਾਈਏ ਮਾਨ, ਨਾਨਕ ਆਖੇ ਰਾਹ ਏ ਹੋਰ ਗੱਲਾਂ ਸ਼ੈਤਾਨ। ਜੇ ਗਿਆਨ ਦੀ ਸਹੀ ਵਰਤੋਂ ਮਨੁੱਖ ਨਹੀਂ ਕਰੇਗਾ ਤਾਂ ਇਹਦਾ ਗਿਆਨ ਹੀ ਮਨੁੱਖ ਨੂੰ ਹੈਵਾਨ ਬਣਾ ਦੇਵੇਗਾ, ਇਹਦੇ ਅੰਦਰ ਪਸ਼ੂ ਬਿਰਤੀਆਂ ਪੈਦਾ ਕਰ ਦੇਵੇਗਾ, ਇਸ ਮਨੁੱਖ ਨੂੰ ਸ਼ੈਤਾਨ ਬਣਾ ਦੇਗਾ। ਗਿਆਨ ਦੀ ਦੁਰਵਰਤੋਂ ਕਰਨ ਦੇ ਨਾਲ ਇਹ ਸੰਸਾਰ ਔਰ ਸਮਾਜ ਸ਼ੈਤਾਨੀਅਤ ਔਰ ਹੈਵਾਨੀਅਤ ਦਾ ਅੱਡਾ ਬਣ ਜਾਏਗਾ। ਤੇ ਜੇ ਗਿਆਨ ਦੀ ਮਨੁੱਖ ਸਹੀ ਵਰਤੋਂ ਕਰੇ, ਉਹ ਸਹੀ ਵਰਤੋਂ ਵਿੱਚ ਕੀਤਾ ਹੋਇਆ ਗਿਆਨ ਹੀ ਮਨੁੱਖ ਨੂੰ ਚੰਗਾ ਇਨਸਾਨ ਬਣਾ ਦੇਵੇਗਾ। ਗਿਆਨ ਦੀ ਸਹੀ ਵਰਤੋਂ ਕਰਕੇ ਅਸੀਂ ਆਪਣੇ ਘਰ ਪਰਿਵਾਰ ਨੂੰ ਸੁਖੀ ਔਰ ਸੁਚੱਜਾ ਕਰ ਸਕਦੇ ਹਾਂ। ਗਿਆਨ ਦੀ ਸਹੀ ਵਰਤੋਂ ਕਰਕੇ ਅਸੀਂ ਆਪਣੇ ਇਸ ਸਮਾਜ ਨੂੰ ਔਰ ਇਸ ਸੰਸਾਰ ਨੂੰ ਸੁਹਾਵਣਾ ਬਣਾ ਸਕਦੇ ਹਾਂ। ਇਹ ਹੁਣ ਸਾਡੇ ਤੇ ਡਿਪੈਂਡ ਕਰੇਗਾ ਕਿ ਅਸੀਂ ਇਸ ਗਿਆਨ ਦੀ ਵਰਤੋਂ ਕਿਵੇਂ ਕਰਾਂਗੇ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਹੁਣ ਜਿੱਥੇ ਗਿਆਨ ਪੈਦਾ ਹੁੰਦਾ ਹੈ ਉੱਥੇ ਸਾਨੂੰ ਮਿਲਦਾ ਕੀ ਹੈ, ਇਹ ਅੱਗੇ ਚੱਲ ਕੇ ਅਸੀਂ ਵਿਚਾਰਦੇ ਹਾਂ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੁਣ ਗਿਆਨ ਦੇ ਖੰਡ ਦੀ, ਗਿਆਨ ਦੀ ਅਵਸਥਾ ਦੀ ਵਿਚਾਰ ਕਰੋ। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਕੇਤੇ ਦਾ ਮਤਲਬ ਕਿਤਨੇ ਹੀ, ਅਨੰਤ। ਇਸ ਦੁਨੀਆ ਵਿੱਚ ਕਿੰਨੇ ਕਿਸਮ ਦੀ ਹਵਾ ਹੈ, ਕਿੰਨੀ ਹਵਾ ਹੈ, ਕਿੰਨਾ ਪਾਣੀ ਹੈ, ਕਿੰਨੀ ਅੱਗ ਹੈ, ਇਹਦਾ ਕੋਈ ਅੰਤ ਨਹੀਂ ਹੈ, ਇਹਦਾ ਕੋਈ ਅੰਤ ਨਹੀਂ। ਔਰ ਇਸ ਚੀਜ਼ ਦਾ ਪਤਾ ਕਿਵੇਂ ਲੱਗ ਰਿਹਾ ਹੈ? ਗਿਆਨ ਰਾਹੀਂ ਪਤਾ ਲੱਗ ਰਿਹਾ ਨਾ। ਆਮ ਮਨੁੱਖ ਨੇ ਛੋਟੇ ਰੂਪ ਵਿੱਚ ਸੋਚਿਆ ਹੈ, ਤੇ ਜਦੋਂ ਗਿਆਨ ਦੇ ਨਾਲ ਸੋਚਿਆ ਗਿਆ ਪਵਨ ਬਾਰੇ, ਹਵਾ ਬਾਰੇ, ਤਾਂ ਕਿੰਨਾ ਕੁਛ ਮਨੁੱਖ ਨੇ ਖੋਜਿਆ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰਾਖੇ, ਮਨੁੱਖ ਨੇ ਖੋਜ ਕੀਤੀ ਕਿ ਮਨੁੱਖ ਆਕਸੀਜਨ ਦੇ ਨਾਲ ਜਿੰਦਾ ਰਹਿੰਦਾ ਹੈ। ਖੋਜ ਹੀ ਹੈ ਨਾ, ਇਹਨੂੰ ਸਮਝਿਆ ਹੀ ਹੈ ਨਾ ਇਸ ਚੀਜ਼ ਨੂੰ। ਪਵਨ ਤੇ ਹੈ ਹੀ, ਆਕਸੀਜਨ ਤੇ ਹੈ, ਪਰ ਮਨੁੱਖ ਨੇ ਸਮਝਿਆ, ਡਾਕਟਰ ਵੀਰਾਂ ਨੇ ਇਹ ਚੀਜ਼ਾਂ ਸਮਝੀਆਂ ਕਿ ਆਕਸੀਜਨ ਅਸੀਂ ਲੈਂਦੇ ਹਾਂ ਸਾਹ ਰਾਹੀਂ, ਆਕਸੀਜਨ ਸਾਡੇ ਖੂਨ ਦੇ ਅੰਦਰ ਮਿਲਦੀ ਹੈ, ਸਾਡੇ ਸਰੀਰ ਵਿੱਚ ਸਰਕੂਲੇਟ ਕਰਦੀ ਹੈ ਤੇ ਮਨੁੱਖ ਜਿੰਦਾ ਰਹਿੰਦਾ ਹੈ। ਹੁਣ ਇਸ ਚੀਜ਼ ਦੀ ਮਨੁੱਖ ਨੂੰ ਸਮਝ ਆਈ ਤਾਂ ਮਨੁੱਖ ਨੇ ਹੁਣ ਬੰਦੇ ਨੂੰ ਬਿਨਾਂ ਸਵਾਸਾਂ ਤੋਂ ਵੀ ਰੱਖਣ ਦੀ ਟਰਾਈ ਕੀਤੀ। ਪ੍ਰਭ ਭਾਵੈ ਬਿਨ ਸਾਸ ਤੇ ਰਾਖੇ, ਜੇ ਪ੍ਰਭੂ ਨੂੰ ਪਾ ਜਾਏ ਤਾਂ ਇਹਦਾ ਮੁੱਖ ਅਰਥ ਤਾਂ ਇਹੀ ਹੈ ਕਿ ਜਿਸ ਮਨੁੱਖ ਦੇ ਅੰਦਰੋਂ ਜ਼ਮੀਰ ਖਤਮ ਹੋ ਗਈ ਹੈ, ਇਨਸਾਨੀਅਤ ਖਤਮ ਹੋ ਗਈ ਹੈ, ਜੋ ਆਤਮਕ ਮੌਤੇ ਮਰ ਗਿਆ ਹੈ, ਜੇ ਰੱਬ ਦੀ ਰਜ਼ਾ ਭਾਣੇ ਨੂੰ ਸਮਝ ਲਵੇ ਉਹ ਮਨੁੱਖ, ਤੇ ਉਹਦੇ ਅੰਦਰ ਵੀ ਆਤਮਕ ਜੀਵਨ ਪੈਦਾ ਹੋ ਸਕਦਾ ਹੈ। ਜਿਵੇਂ ਆਪਾਂ ਪਿੱਛੇ ਵਿਚਾਰ ਕੀਤੀ ਸੀ ਕਿ ਅਮਰੀਕਾ ਦੇ ਅੰਦਰ ਇੱਕ ਇਹ ਪ੍ਰੈਕਟੀਕਲ ਕੀਤੀ ਗਈ ਹੈ, ਪ੍ਰੈਕਟਿਸ ਕੀਤੀ ਗਈ ਹੈ
कि किसी मनुख का ऑपरेशन करना सी ਤਾਂ ਉਹਨੂੰ ਆਕਸੀਜਨ ਦਿੱਤੀ ਗਈ ਹੈ, ਪ੍ਰੋਟੀਨ ਵਿੱਚ ਪਾ ਕੇ ਇੰਜੈਕਸ਼ਨ ਲਗਾਇਆ ਗਿਆ, ਹੁਣ ਖੂਨ ਦੇ ਅੰਦਰ ਸਰਕੂਲੇਟ ਕਰਾਇਆ ਗਿਆ ਨਾ ਆਕਸੀਜਨ ਨੂੰ, ਤੇ ਅੱਧਾ ਘੰਟਾ ਜ਼ਰੂਰਤ ਸੀ, ਅੱਧਾ ਘੰਟਾ ਬੰਦਾ ਬਿਨਾਂ ਸਵਾਸ ਲੈਣ ਤੋਂ ਹੀ ਜਿੰਦਾ ਰਿਹਾ ਹੈ। ਯਾਨੀ ਉਸ ਸਿਸਟਮ ਨੂੰ ਸਮਝ ਲਿਆ ਨਾ। ਇਹ ਕਿਵੇਂ ਸਮਝਿਆ ਗਿਆ? ਗਿਆਨ ਦੇ ਤਲ, ਗਿਆਨ ਦੇ ਨਾਲ ਸਮਝਿਆ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸ ਸੰਸਾਰ ਦੇ ਅੰਦਰ ਅਨੰਤ ਕਿਸਮ ਦੀ ਹਵਾ ਹੈ, ਔਰ ਹਵਾ ਤੋਂ ਅਨੰਤ ਕੰਮ ਲੈ ਜਾ ਸਕਦੇ ਹਨ। ਪਾਣੀ ਹੈ ਤਾਂ ਕਿੰਨੇ ਕਿਸਮ ਦਾ ਪਾਣੀ ਹੈ, ਕਿਤੇ ਖਾਰਾ ਹੈ, ਮਿੱਠਾ ਹੈ। ਕਿਸੇ ਪਾਣੀ ਨੂੰ ਖੇਤੀ ਵਿੱਚ ਦਵੀਏ ਤੇ ਉਹ ਕਲਰ ਪੈਦਾ ਕਰ ਦਿੰਦਾ ਹੈ, ਔਰ ਕਿੰਨਾ ਪਾਣੀ ਹੈ, ਇਹਦਾ ਕੋਈ ਅੰਤ ਨਹੀਂ ਹੈ ਨਾ। ਹੁਣ ਪਾਣੀ ਤੇ ਹੈ, ਪਾਣੀ ਪੀ ਕੇ ਮਨੁੱਖ ਜਿੰਦਾ ਹੈ। ਇਹਨੂੰ ਸ਼ੁਰੂ ਤੇ ਇੰਨਾ ਕੀ ਪਤਾ ਸੀ, ਪਿਆਸ ਲੱਗੀ ਪਾਣੀ ਪੀ ਲਿਆ। ਲੇਕਿਨ ਹੌਲੇ ਹੌਲੇ ਗਿਆਨ ਦੇ ਤਲ ਤੇ ਇਸ ਮਨੁੱਖ ਨੇ ਪਾਣੀ ਨੂੰ ਪ੍ਰਯੋਗ ਵਿੱਚ ਲਿਆਉਣਾ, ਵਰਤੋਂ ਵਿੱਚ ਲਿਆਉਣਾ ਸ਼ੁਰੂ ਕੀਤਾ। ਪਾਣੀ ਦੇ ਨਾਲ ਇਸਨੇ ਖੇਤੀਆਂ ਪੈਦਾ ਕੀਤੀਆਂ, ਪਾਣੀ ਦੇ ਨਾਲ ਇਹਦੀ ਤਾਕਤ ਨੂੰ ਸਮਝ ਕੇ ਭਾਫ ਇੰਜਨ ਬਣਾਏ। ਪਾਣੀ ਤੋਂ ਇਸ ਮਨੁੱਖ ਨੇ ਬਿਜਲੀ ਪੈਦਾ ਕੀਤੀ, ਪਾਣੀ ਦੇ ਨਾਲ ਘਰਾਟ ਵਗੈਰਾ ਚੱਲਦੇ ਰਹੇ। ਤਾਂ ਇਹ ਗਿਆਨ ਦੇ ਤਲ ਤੇ ਹੀ ਹੈ ਨਾ। ਗਿਆਨ ਦੀ ਵਰਤੋਂ ਕਰਕੇ ਮਨੁੱਖ ਇਹਨਾਂ ਨੂੰ ਪ੍ਰਯੋਗ ਵਿੱਚ ਲਿਆ ਰਿਹਾ ਹੈ। ਬੈਸੰਤਰ ਅੱਗ, ਕਿੰਨੀ ਅੱਗ ਹੈ ਇਸ ਦੁਨੀਆ ਵਿੱਚ, ਅਨੰਤ, ਹਰ ਥਾਂ ਦੇ ਉੱਤੇ ਅੱਗ ਫੈਲੀ ਹੋਈ ਹੈ। ਰੁੱਖ ਦਰਖਤਾਂ ਦੇ ਅੰਦਰ, ਵਨਸਪਤੀ ਦੇ ਅੰਦਰ ਅੱਗ ਹੈ, ਮਨੁੱਖ ਮਾਤਰ ਦੇ ਅੰਦਰ ਅੱਗ ਹੈ, ਧਰਤੀ ਦੇ ਥੱਲੇ ਅੱਗ ਹੈ, ਹਵਾ ਦੇ ਵਿੱਚ ਹਾਈਡਰੋਜਨ ਹੈ ਤਾਂ ਨਿਰੀ ਅੱਗ ਹੀ ਹੈ। ਯਾਨੀ ਕਿੰਨੀ ਅਗਨੀ ਹੈ ਇਸ ਦੁਨੀਆ ਵਿੱਚ, ਉਹਦਾ ਕੋਈ ਅੰਤ ਨਹੀਂ ਹੈ। ਤੇ ਅੱਗ ਦਾ ਆਪਣਾ ਸੁਭਾਅ ਹੈ, ਸਾੜਨਾ ਹੀ ਹੈ ਨਾ ਅੱਗ ਦਾ ਕੰਮ। ਪਰ ਮਨੁੱਖ ਨੇ ਗਿਆਨ ਦੀ ਵਰਤੋਂ ਕੀਤੀ ਤੇ ਇਹਦੇ ਸਾੜਨ ਵਾਲੇ, ਤਪਸ਼ ਵਾਲੇ ਗੁਣ ਨੂੰ ਵੀ ਆਪਣੇ ਵਾਸਤੇ ਵਰਤਿਆ। ਅੱਗ ਕਿਉਂਕਿ ਹਰ ਚੀਜ਼ ਨੂੰ ਸਾੜਦੀ ਹੈ, ਢਾਲਦੀ ਹੈ, ਗਲਾਉਂਦੀ ਹੈ। ਤੇ ਕਿੰਨੀਆਂ ਜਿੰਨੀਆਂ ਵੀ ਆ ਚੀਜ਼ਾਂ ਬਣੀਆਂ ਨੇ ਅੱਜ, ਪਲਾਸਟਿਕ ਦੀਆਂ, ਲੋਹੇ ਦੀਆਂ, ਸਟੀਲ ਦੀਆਂ, ਇਹ ਅੱਗ ਦੀ ਵਰਤੋਂ ਕਰਕੇ ਹੀ ਬਣਾਈ ਗਈ ਹੈ। ਅੱਗ ਦੀ ਵਰਤੋਂ ਕਰਕੇ ਮਨੁੱਖ ਨੇ ਭੋਜਨ ਆਦਿਕ, ਯਾਨੀ ਗਿਆਨ ਦੇ ਤਲ ਦੇ ਉੱਤੇ ਇਹਨੇ ਬਹੁਤ ਕੁਝ ਸੋਚਿਆ, ਸਮਝਿਆ, ਔਰ ਗਿਆਨ ਰਾਹੀਂ ਹੀ ਇਹਨੂੰ ਪਤਾ ਲੱਗਾ ਕਿ ਇਸ ਦੁਨੀਆ ਦੇ ਵਿੱਚ ਅਨੰਤ ਹੈ ਪਾਣੀ, ਅਨੰਤ ਹੈ ਪਵਨ, ਅਨੰਤ ਹੈ ਅਗਨੀ ਆਦਿਕ। ਕੇਤੇ ਕਾਨ ਮਹੇਸ਼, ਕਾਨ ਦਾ ਮਤਲਬ ਕ੍ਰਿਸ਼ਨ, ਮਹੇਸ਼ ਦਾ ਮਤਲਬ ਸ਼ਿਵ। ਮੰਨਿਆ ਜਾਂਦਾ ਸੀ ਕਿ ਇੱਕ ਕਾਨ ਹੈ, ਕ੍ਰਿਸ਼ਨ ਹੈ, ਸ਼ਿਵ ਹੈ, ਔਰ ਉਹ ਮਹਾਨ ਨੇ ਜਾਂ ਰੱਬ ਨੇ ਜਾਂ ਰੱਬ ਦਾ ਅਵਤਾਰ ਨੇ। ਪਰ ਗੁਰੂ ਸਾਹਿਬ ਜੀ ਪਾਵਨ ਬਾਣੀ ਵਿੱਚ ਬਚਨ ਕਰਦੇ ਨੇ ਕਿ ਪਤਾ ਨਹੀਂ ਕਿਤਨੇ ਕਾਨ ਮਹੇਸ਼ ਨੇ, ਯਾਨੀ ਰੱਬ ਦੀ ਇਸ ਕੁਦਰਤ ਦੇ ਅੰਦਰ ਉਹਨਾਂ ਦੀ ਕੋਈ ਬਹੁਤੀ ਵੈਲਿਊ ਨਹੀਂ ਹੈ। ਪਤਾ ਨਹੀਂ ਕਿੰਨੇ ਨੇ ਕਾਨ ਮਹੇਸ਼, ਉਹਨਾਂ ਵਰਗੇ ਹੋਰ ਕਿੰਨੇ ਨੇ ਇਸ ਦੁਨੀਆ ਦੇ ਅੰਦਰ। ਅੰਤ ਥੋੜੀ ਹੈ, ਅਨੰਤ ਹੈ। ਕੇਤੇ ਬ੍ਰਹਮੇ ਘਾੜਤ ਘੜੀਆਂ ਹੈ, ਰੂਪ ਰੰਗ ਕੇ ਵੇਸ। ਹੁਣ ਕਿਹਾ ਜਾਂਦਾ ਹੈ ਕਿ ਸ਼ਿਵ ਜਿਹੜਾ ਹੈ ਮੌਤ ਦਾ ਦੇਵਤਾ ਹੈ, ਉਹ ਮੌਤ ਦਿੰਦਾ ਹੈ, ਮੌਤ ਸ਼ਿਵ ਦੇ ਹੱਥ ਵਿੱਚ ਹੈ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਨਹੀਂ ਹੈ। ਸ਼ਿਵ ਵੀ ਮੌਤ ਦੇ ਅਧੀਨ ਹੈ। ਜੋ ਜਨਮਿਆ ਹੈ ਉਹਨੇ ਆਖਿਰ ਇਸ ਦੁਨੀਆ ਤੋਂ ਇੱਕ ਦਿਨ ਚਲੇ ਜਾਣਾ ਹੈ, ਸਰੀਰ ਕਰਕੇ ਉਹ ਨਹੀਂ ਰਹਿੰਦਾ। ਪਤਾ ਨਹੀਂ ਇਸ ਦੁਨੀਆ ਵਿੱਚ ਕਿੰਨੇ ਸ਼ਿਵ ਨੇ। ਕੇਤੇ ਬ੍ਰਹਮੇ ਘਾੜਤ ਘੜੀਆਂ, ਇੱਥੇ ਘਾੜਤ ਦੇ ਤੱਤੇ ਨਾਲ ਸਿਹਾਰੀ ਹੈ। ਘਾੜਤ ਵਿੱਚ ਪਤਾ ਨਹੀਂ ਕਿੰਨੇ ਕੁ ਬ੍ਰਹਮੇ ਰੱਬੀ ਘਾੜਤ ਦੇ ਅੰਦਰ ਘੜੇ ਜਾ ਰਹੇ ਨੇ। ਹੁਣ ਇਸ ਦੁਨੀਆ ਦੇ ਅੰਦਰ ਜਦੋਂ ਅਸੀਂ ਦੇਖਦੇ ਹਨ ਤੇ ਬ੍ਰਹਮਾ ਨੂੰ ਦੁਨੀਆ ਬਣਾਉਣ ਵਾਲਾ ਮੰਨਿਆ ਗਿਆ ਹੈ। ਪਰ ਇੱਥੇ ਤਾਂ ਸਾਰੀਆਂ ਚੀਜ਼ਾਂ ਰੱਬੀ ਸਿਸਟਮ ਦੇ ਅੰਦਰ ਪੈਦਾ ਹੋ ਰਹੀਆਂ ਨੇ, ਬਣ ਰਹੀਆਂ ਨੇ। ਯਾਨੀ ਇੱਥੇ ਕੱਲਾ ਬ੍ਰਹਮਾ ਨਹੀਂ, ਅਨੰਤ ਬ੍ਰਹਮੇ ਰੱਬੀ ਘਾੜਤ ਦੇ ਅੰਦਰ ਘੜੇ ਜਾ ਰਹੇ ਨੇ। ਉਹਦੇ ਅੱਗੇ ਰੱਬ ਦੇ ਅੱਗੇ ਜਾਂ ਉਹਦੇ ਸਿਸਟਮ ਦੇ ਅੱਗੇ ਬ੍ਰਹਮਾ ਆਦਿਕ ਦੀ ਕੋਈ ਵੈਲਿਊ ਨਹੀਂ ਹੈ। ਰੂਪ ਰੰਗ ਕੇ ਵੇਸ਼, ਕਿੰਨੇ ਰੂਪ ਨੇ, ਕਿੰਨੇ ਰੰਗ ਨੇ, ਕਿੰਨੇ ਹੀ ਇਸ ਦੁਨੀਆ ਵਿੱਚ ਵੇਸ਼ ਨੇ। ਜੇ ਅਸੀਂ ਰੂਪ ਦੀ ਗੱਲ ਕਰੀਏ ਤਾਂ ਰੂਪ ਦੇਖੋ, ਕਿਸੇ ਦਾ ਇੱਕ ਦਾ ਰੂਪ ਦੂਜੇ ਦੇ ਨਾਲ ਨਹੀਂ ਮਿਲਦਾ। ਕਈ ਜੋੜੇ ਬੱਚੇ ਹੁੰਦੇ ਨੇ, ਸਾਨੂੰ ਇੱਕੋ ਜਿਹੇ ਲੱਗਦੇ ਨੇ, ਲੇਕਿਨ ਫਿਰ ਵੀ ਉਹਨਾਂ ਦੇ ਅੰਦਰ ਕੁਛ ਨਾ ਕੁਛ ਫਰਕ ਹੁੰਦਾ ਹੈ। ਉਹਨਾਂ ਦੇ ਮਾਪੇ ਉਹਨਾਂ ਨੂੰ ਪਛਾਣਦੇ ਨੇ, ਕੋਈ ਫਰਕ ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਿ ਸਾਡੀ ਪਕੜ ਵਿੱਚ ਉਹ ਫਰਕ ਨਾ ਆਵੇ।
इस दुनिया के अंदर रुखां दरख्तां दे विचों कोई एक रुख दूजे वर्गा नहीं, इथों तक कि रुख का एक पत्ता भी दूजे पत्ते वर्गा नहीं, साडे शरीर का एक रोम भी दूजे रोम वर्गा नहीं। ये गल वखरी है कि साडी पहचान इन्नी बरीक ना होवे। पता नहीं किन्ने रूप ने, कितने जीव जंत ने, कितने क इस दुनिया विच रंग ने। बेशक 7 रंग मन्ने गए ने, पर उन्हां 7 रंगां तो किन्ने एक रंग अगे बने ने। कोई एक रंग थोड़ा है, अनंत रंग ने। कितने वेश ने, कितनियां वेशभूषावां ने, हर एक दे वक्रे वक्रे वेश, हर एक दा वक्रा वक्रा पहनावा, हर एक दा वक्रा वक्रा रहन सहन, हर एक दे जीवन दा ढंग वक्रा। ये सारा कुछ ज्ञान खंड दे अंदर, ज्ञान दी अवस्था विच पता लगदा है, जदों मनुखी जिंदगी दे अंदर ज्ञान पैदा। केतियां करम भूमि, करम भूमि दा मतलब, भूमि दा मतलब धरती ते करम दा मतलब कम, कम वालियां भूमियां यानी धरतियां। इत्थे करम भूमि दा मतलब धरती। किन्नियां धरतियां ने, इसका कोई अंत नहीं है। असी ये नहीं कह सकते कि यह एक ही धरती है। इस धरती वर्गियां होर धरतियां पता नहीं किन्नियां ने इस ब्रह्मांड के अंदर। जिवें मैं आप नाल बेनती कीती सी ना कि जे इस ब्रह्मांड बारे जां संसार की रचना बारे थोड़ा जिहा जानना होवे तां एक फैंटास्टिक ट्रिप, निक्की जी क्लिप है यूट्यूब पे, आप उन्हें वेखोगे तो वास्तव दे विच हैरानगी प्रगट हुई कि साइंस ने कित्थों तक कई मिलियन ट्रिलियन लाइट ईयर तक इस यूनीवर्स नूं वेखण दी ट्राई कीती है, पर परे तो परे होर फैलिया होया है जिथों तक बंदे दी पहुंच नहीं है। किन्नियां धरतियां ने, किन्ने आकाश ने, किन्ने तारे आदिक ने, इन्हां दा कोई अंत नहीं। मेर कीते, मेर, मेर दा मतलब मेरू पर्वत, सुमेर पर्वत, किन्ने इस दुनिया उत्ते पर्वत ने वड्डे वड्डे, उन्हां दा कोई अंत नहीं है। केते धू उपदेश, किन्ने ही ध्रुव ने, ध्रुव तारे आदिक किन्ने ने, कोई अंत नहीं है। ते किन्ने इस दुनिया विच उपदेश ने, किन्ने तरह के विचार ने, इहदा कोई अंत थोड़ा है। हर एक बंदे दी अपनी विचार है। इस संसार नूं वेखण दा अपना नजरिया है। कोई किसी एंगल तो देखदा है ते कोई दूजे एंगल तो देखदा है। किसी दा नजरिया एक है ते दूजे दा नजरिया दूजा है। एक ही घर दे अंदर चले जाओ ते वेखण वाले 4-5 बंदे जान तां जदों बाहर आणगे तां ओह इह तां कहणगे कि मकान बड़ा सुंदर है। कोई कहेगा कि ਇਹਦੇ पर्दे बड़े सोहणे सन क्योंकि उन्हें अपने नजरिए नाल पर्दियां नूं ज्यादा वेख्या है। दूजा कहंदा भी क्या बात, बाकी तां गल्लां छड्डो, फर्नीचर बड़े गजब दा सी। तीजा कहंदा है कि ਇਹਦਾ ਜਿਹੜਾ डिजाइन सी ਉਹ बहुत ਵਧੀਆ ਸੀ। ਤੇ ਚੌਥਾ ਕਹਿੰਦਾ ਹੈ ਕਿ ਜੋ ਇਹਦੇ ਵਿੱਚ ਫਿਟਿੰਗ ਹੋਈ ਸੀ ਨਾ ਬਿਜਲੀ ਦੀ ਜਾਂ ਪਾਣੀ ਆਦਿਕ ਦੀ, ਉਹ ਬਹੁਤ ਚੰਗੀ ਸੀ ਫਿਟਿੰਗ ਵਗੈਰਾ। ਤੇ ਪੰਜਵਾਂ ਕਹਿੰਦਾ ਹੈ ਕਿ ਯਾਰ ਉਹਨਾਂ ਦਾ ਨਾ ਡਾਈਨਿੰਗ ਸੈੱਟ ਬੜਾ ਵਧੀਆ ਸੀ, डिनर सैट बड़ा वधिया सी। ते छेवां कहंदा भी क्या बात, प्रशादा बड़ा वधिया बनिया सी। अपना अपना नजरिया ना, किस किस चीज नूं किसी ने वेख्या है, किनूं उन्हें तकना है। इस संसार नूं वेखण दा अपना नजरिया है। कोई किसी ढंग दे नाल वेख रहा है ते कोई किसी ढंग नाल वेख रहा है। जिंदगी जीण दा हर एक दा अपना नजरिया है। कोई किसी नजरिए दे नाल तकदा है ते कोई किसी नजरिए दे नाल तकदा है। ਤੇ ਜਿਹੜਾ ਨਜ਼ਰੀਆ ਕਿਸੇ ਨੂੰ ਪਸੰਦ ਆਉਂਦਾ ਹੈ ਉਹੀ ਅੱਗੇ ਉਹ ਉਪਦੇਸ਼ ਕਰਨ ਦਾ ਯਤਨ ਵੀ ਕਰੇਗਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇੱਥੇ ਅਨੰਤ ਕਿਸਮ ਦਾ ਗਿਆਨ ਹੈ, ਅਨੰਤ ਕਿਸਮ ਦਾ ਉਪਦੇਸ਼ ਹੈ। ਜਿੰਨਾ ਗਿਆਨ ਹੋਏਗਾ ਉਹਨਾਂ ਬੰਦਾ ਅੱਗੇ ਉਪਦੇਸ਼ ਵੀ ਕਰੇਗਾ। ਜੇ ਅਸੀਂ ਸਿੰਪਲੀ ਸਮਝਣ ਦਾ ਯਤਨ ਕਰੀਏ ਇਸ ਨੂੰ ਤਾਂ ਦੇਖੋ ਇੱਥੇ ਕਿੰਨੀਆਂ ਸਾਰੀਆਂ ਸਬਜੈਕਟ ਨੇ। हिस्टरी है, फिजिक्स है, केमिस्ट्री है, मैथ है, हिंदी है, इंग्लिश है, पंजाबी है, अगे कंप्यूटर है। कंप्यूटर दे विच किन्ने सारे कोर्स ने। फिजिक्स के अंदर, रसायन शास्त्र के अंदर कोई एक थोड़ा है, अनंत किस्म का ज्ञान है। ते जिस बंदे ने जिस सब्जैक्ट नूं पढ़िया है वो अगे उहदा उपदेश दे रहा है, अगे उसनूं पढ़ाउण दी ट्राई कर रहा है। यानी इत्थे ज्ञान दा और उपदेश दा कोई अंत नहीं है, अनंत है। ज्ञान खंड के अंदर, ज्ञान की अवस्था दे विच
ਸਾਨੂੰ ਇਹਨਾਂ ਚੀਜ਼ਾਂ ਦੀ ਸਮਝ ਆਉਂਦੀ ਹੈ। ਕੀਤੇ ਇੰਦ ਚੰਦ ਸੂਰ ਕੀਤੇ ਮੰਡਲ ਦੇਸ਼। ਇੱਥੇ ਕਿੰਨੇ ਹੀ ਇੰਦਰ ਨੇ। ਆਮ ਸਮਝਿਆ ਜਾਂਦਾ ਨਾ ਕਿ ਇੰਦਰ ਦੇਵਤਾ। ਹੁਣ ਕਿੰਨੇ ਕਿਸਮ ਦਾ ਇੱਥੇ ਬੱਦਲ ਹੈ, ਕਿੰਨਾ ਕੁ ਬੱਦਲ ਹੈ, ਕਿੰਨੇ ਇੰਦਰ ਨੇ। ਰੱਬ ਦੀ ਇਸ ਕਾਇਨਾਤ ਦੇ ਅੰਦਰ ਕਿਸੇ ਚੀਜ਼ ਦੀ ਗਿਣਤੀ ਮਿਣਤੀ ਨਹੀਂ ਹੈ। ਚੰਦ ਸੂਰ ਕੀਤੇ, ਚੰਦ ਦਾ ਮਤਲਬ ਚੰਦਰਮਾ, ਸੂਰ ਦਾ ਮਤਲਬ ਸੂਰਜ। ਇੱਥੇ ਕਿੰਨੇ ਕੁ ਚੰਦਰਮਾ ਨੇ, ਕਿੰਨੇ ਕੁ ਸੂਰਜ ਨੇ। ਇਨ ਚੀਜ਼ਾਂ ਦਾ ਕੋਈ ਅੰਤ ਨਹੀਂ ਹੈ, ਅਨੰਤ ਨੇ। ਪਰ ਇਹ ਗਿਆਨ ਦੀ ਅਵਸਥਾ ਵਿੱਚ ਜਦੋਂ ਅਸੀਂ ਦਿਮਾਗ ਦੀ ਵਰਤੋਂ ਕਰਦੇ ਹਾਂ, ਗਿਆਨ ਦੀ ਵਰਤੋਂ ਕਰਦੇ ਹਾਂ, ਉਦੋਂ ਸਾਡੀ ਸਮਝ ਵਿੱਚ ਇਹ ਚੀਜ਼ਾਂ ਆਉਂਦੀਆਂ ਨੇ। ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਗਿਆਨ ਦੀ ਅਵਸਥਾ ਵਿੱਚ ਬੰਦਾ ਕੋਈ ਅੰਤ ਪਾ ਲੈਂਦਾ ਹੈ। ਨਾ, ਅੰਤ ਨਹੀਂ ਪਾਇਆ ਜਾਂਦਾ, ਕਿਉਂਕਿ ਇਹ ਹੈ ਹੀ ਅਨੰਤ। ਲੇਕਿਨ ਇਸ ਦੀ ਸਮਝ ਬੜੀ ਮਹਾਨ ਹੋ ਜਾਂਦੀ ਹੈ। ਗਿਆਨ ਦੀ ਅਵਸਥਾ ਦੇ ਅੰਦਰ ਇਹਦੀਆਂ ਖੋਜਾਂ ਬੜੀਆਂ ਅੱਗੇ ਚਲੀਆਂ ਜਾਂਦੀਆਂ ਨੇ। ਗਿਆਨ ਦੀ ਅਵਸਥਾ ਦੇ ਅੰਦਰ ਬੰਦਾ ਦੂਰ ਦ੍ਰਿਸ਼ਟਾ ਹੋ ਜਾਂਦਾ ਹੈ। ਗਿਆਨ ਦੀ ਅਵਸਥਾ ਵਿੱਚ ਬੰਦਾ ਆਗਾਹੂ ਕੁਤਰਾਂਗ ਦੀ ਗੱਲ ਕਰਦਾ ਹੈ। ਗਿਆਨ ਦੀ ਅਵਸਥਾ ਦੇ ਅੰਦਰ ਭਗਤ ਕਬੀਰ ਜੀ ਕਹਿੰਦੇ ਨੇ, ਕਹੋ ਕਬੀਰ ਕਿਛ ਗੁਣ ਵਿਚਾਰ। ਗੁਣ ਦਾ ਮਤਲਬ ਨਤੀਜਾ, ਕਿ ਜੋ ਤੂੰ ਕਰਮ ਕਰ ਰਿਹਾ ਹੈ ਉਹਦੇ ਨਤੀਜੇ ਬਾਰੇ ਤੇ ਵਿਚਾਰ ਕਰਕੇ ਇਹਦਾ ਨਤੀਜਾ ਕੀ ਹੋਏਗਾ। ਜੋ ਮੈਂ ਬੋਲ ਰਿਹਾ, ਜੋ ਮੈਂ ਸੋਚ ਰਿਹਾ, ਜੋ ਮੈਂ ਕਰ ਰਿਹਾ ਹਾਂ, ਇਹਦਾ ਨਤੀਜਾ ਕੀ ਹੋਏਗਾ। ਇੱਕ ਤਾਂ ਮੇਰੀ ਜ਼ਿੰਦਗੀ ਲਈ ਇਹਦਾ ਨਤੀਜਾ ਕੀ ਨਿਕਲੇਗਾ, ਤੇ ਮੇਰੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਇਸ ਮੇਰੇ ਕੀਤੇ ਹੋਏ ਕਰਮ ਦਾ ਕੀ ਸਿੱਟਾ ਭੁਗਤਣਾ ਪਵੇਗਾ। ਕਿਉਂਕਿ ਨਤੀਜਾ ਤੇ ਨਿਕਲਣਾ ਨਾ, ਨਤੀਜਾ ਨਿਕਲਣਾ ਹੈ। ਹੁਣ ਅਸੀਂ ਦੇਖਦੇ ਹਾਂ ਇੰਡੀਆ ਦੇ ਅੰਦਰ, ਅਸੀਂ ਜਾਂ ਸਾਡੇ ਬਜ਼ੁਰਗਾਂ ਨੇ ਜਾਂ ਉਹਨਾਂ ਦੇ ਬਜ਼ੁਰਗਾਂ ਨੇ ਵੱਢਿਆ ਨਾ ਜੰਗਲ, ਰੁੱਖ ਦਰਖਤ ਕੱਟ ਦਿੱਤੇ। ਔਰ ਸਾਡੀ ਇੱਕ ਆਦਤ ਬਣ ਗਈ ਕਿ ਜਿੱਥੇ ਜਾ ਕੇ ਅਸੀਂ ਘਰ ਮਕਾਨ ਬਣਾਉਣਾ ਹੋਵੇ, ਪਹਿਲੋਂ ਜਾ ਕੇ ਅਸੀਂ ਰੁੱਖ ਦਰਖਤ ਵੱਢਨੇ ਆ। ਆਦਤ ਬਣ ਗਈ। ਰੁੱਖ ਜੰਗਲ ਖਤਮ ਹੋ ਗਏ ਤੇ ਹੁਣ ਕੀ ਹੋਏਗਾ, ਪੋਲੂਸ਼ਨ ਵਧੇਗਾ, ਬਰਸਾਤਾਂ ਘੱਟ ਹੋਣਗੀਆਂ, ਮੌਸਮ ਵਿੱਚ ਤਬਦੀਲੀ ਆਏਗੀ, ਗਰਮੀ ਵਧੇਗੀ। ਤੇ ਉਹਦਾ ਨਤੀਜਾ ਕੌਣ ਭੁਗਤੇਗਾ? ਉਹਦਾ ਨਤੀਜਾ ਅਸੀਂ ਭੁਗਤ ਰਹੇ ਹਾਂ। ਜੋ ਸਾਡੇ ਬਜ਼ੁਰਗਾਂ ਨੇ ਕੀਤਾ ਉਹਦਾ ਨਤੀਜਾ ਅਸੀਂ ਭੁਗਤ ਰਹੇ ਹਾਂ। ਸੁੱਖ ਜਾਂ ਦੁੱਖ ਜੋ ਅਸੀਂ ਕਰਾਂਗੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਭੁਗਤਣਗੀਆਂ। ਨਤੀਜਾ ਵਿਚਾਰਨਾ ਚਾਹੀਦਾ ਨਾ, ਕਿ ਜੋ ਅਸੀਂ ਜ਼ਿੰਦਗੀ ਜੀ ਰਹੇ ਹਾਂ ਉਹਦਾ ਨਤੀਜਾ ਕੀ ਨਿਕਲੇਗਾ। ਜੇ ਅਸੀਂ ਆਪਣੀ ਕੌਮ ਬਾਰੇ, ਪੰਥ ਬਾਰੇ ਸੋਚੀਏ, ਜਿਸ ਟਾਈਪ ਦੇ ਨਾਲ ਅਸੀਂ ਜ਼ਿੰਦਗੀ ਜੀ ਰਹੇ ਹਾਂ, ਜਾਂ ਜਿਵੇਂ ਸਾਡੇ ਬੱਚੇ ਗੁਰਮਤ ਤੋਂ ਦੂਰ ਜਾ ਰਹੇ ਨੇ, ਜੇ ਅਸੀਂ ਇੱਧਰ ਧਿਆਨ ਨਹੀਂ ਦਿੰਦੇ ਤਾਂ ਫਿਰ ਅੱਗੇ ਇਹਦਾ ਨਤੀਜਾ ਕੀ ਨਿਕਲੇਗਾ। 20-50 ਸਾਲ ਬਾਅਦ, 100 ਸਾਲ ਬਾਅਦ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਹਦਾ ਨਤੀਜਾ ਭੁਗਤਣਗੀਆਂ ਨਾ। ਤਾਂ ਸਾਨੂੰ ਸੋਚਣਾ ਚਾਹੀਦਾ ਹੈ, ਗਿਆਨ ਦੀ ਵਰਤੋਂ ਕਰਨੀ ਚਾਹੀਦੀ ਹੈ। ਕਹੋ ਕਬੀਰ ਕਿਛ ਗੁਣ ਵਿਚਾਰ। ਗੁਣ ਦਾ ਮਤਲਬ ਨਤੀਜਾ। ਦੀ ਲੰਮੀ ਨਜ਼ਰ ਨਿਹਾਲੀਏ, ਦੂਰ ਦ੍ਰਿਸ਼ਟਾ ਬਣ। ਆਪਣਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਹਦੇ ਬਾਰੇ ਸੋਚ ਕੇ ਇਹਦਾ ਨਤੀਜਾ ਕੀ ਹੋਏਗਾ, ਨਹੀਂ ਤੇ ਤੇਰੇ ਕੰਮ ਝੜਮ ਬਣ ਜਾਣਗੇ। ਕੰਮ ਕਰਨ ਲੱਗਿਆਂ 3 ਚੀਜ਼ਾਂ ਸੋਚ ਲੈਣੀਆਂ ਚਾਹੀਦੀਆਂ ਨੇ। ਮੰਨ ਲਓ ਤੁਸੀਂ ਮੈਨੂੰ ਕੋਈ ਕੰਮ ਕਿਹਾ, ਤਾਂ ਮੈਨੂੰ ਉਹ ਕੰਮ ਕਰਨ ਤੋਂ ਪਹਿਲਾਂ 3 ਗੱਲਾਂ ਸੋਚਣੀਆਂ ਚਾਹੀਦੀਆਂ ਨੇ ਕਿ ਜੋ ਕੰਮ ਮੇਰੇ ਵੀਰਾਂ ਨੇ ਕਿਹਾ ਹੈ, ਮੈਨੂੰ ਭੈਣਾਂ ਨੇ, ਇਹ ਕੰਮ ਕਰਨ ਦੇ ਨਾਲ ਮੇਰਾ ਆਪਣਾ ਕੋਈ ਨੁਕਸਾਨ ਤੇ ਨਹੀਂ ਹੋ ਜਾਏਗਾ। ਜੇ ਮੇਰਾ ਨੁਕਸਾਨ ਹੁੰਦਾ ਤਾਂ ਮੈਨੂੰ ਨਹੀਂ ਕਰਨਾ ਚਾਹੀਦਾ। ਦੂਜੀ ਗੱਲ ਮੈਨੂੰ ਇਹ ਸੋਚਣੀ ਚਾਹੀਦੀ ਹੈ ਕਿ ਜਿਸ ਨੇ ਮੈਨੂੰ ਕੰਮ ਕਿਹਾ ਹੈ, ਇਹ ਕੰਮ ਕਰਨ ਦੇ ਨਾਲ ਇਸ ਬੰਦੇ ਦਾ ਨੁਕਸਾਨ ਤੇ ਨਹੀਂ ਹੋਏਗਾ। ਜੇ ਉਸ ਬੰਦੇ ਦਾ ਨੁਕਸਾਨ ਹੁੰਦਾ ਤਾਂ ਮੈਨੂੰ ਕੰਮ ਨਹੀਂ ਕਰਨਾ ਚਾਹੀਦਾ। ਤੀਜੀ ਗੱਲ ਮੈਨੂੰ ਇਹ ਸੋਚਣੀ ਚਾਹੀਦੀ ਹੈ ਕਿ ਮੈਂ ਕੰਮ ਕਰ ਰਿਹਾ, ਜਿਹਦੇ ਵਾਸਤੇ ਕਰ ਰਿਹਾ, ਸਾਡਾ ਦੋਵਾਂ ਦਾ ਨੁਕਸਾਨ ਤੇ ਨਹੀਂ, ਪਰ ਇਹ ਮੁਹੱਲੇ ਵਾਲਿਆਂ ਦਾ, ਪਿੰਡ ਵਾਲਿਆਂ ਦਾ, ਹੋਰ ਲੋਕਾਂ ਦਾ ਨੁਕਸਾਨ ਤੇ ਨਹੀਂ ਹੋਏਗਾ। ਜੇ ਹੋਰ ਲੋਕਾਂ ਦਾ ਨੁਕਸਾਨ ਹੁੰਦਾ ਤਾਂ ਵੀ ਮੈਨੂੰ ਉਹ ਕੰਮ ਨਹੀਂ ਕਰਨਾ ਚਾਹੀਦਾ। ਜੇ 3 ਗੱਲਾਂ ਵਿਚਾਰ ਕੇ ਮੈਂ ਕੰਮ ਕਰਦਾ ਹਾਂ ਤੇ ਉਹ ਕੰਮ ਹੈ, ਤੇ ਜੇ ਮੈਂ 3 ਗੱਲਾਂ ਵਿਚਾਰਨ ਤੋਂ ਬਿਨਾਂ ਕੰਮ ਕਰਨਾ ਤੇ ਉਹ ਕੰਮ ਨੇ ਝੜਮ ਬਣ ਜਾਣਾ, ਉਹ ਕੰਮ ਨੇ ਜੰਜਾਲ ਬਣ ਜਾਣਾ, ਉਸ ਕੰਮ ਨੇ ਦੁੱਖ ਦਾ ਸਾਧਨ ਬਣ ਜਾਣਾ। ਇਸ ਲਈ ਗਿਆਨ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਗਿਆਨ ਦੀ ਵਰਤੋਂ ਨਹੀਂ ਕਰਦੇ, ਯਾਨੀ ਗਿਆਨ ਦੀ ਸਹੀ ਵਰਤੋਂ ਨਹੀਂ ਕਰਦੇ, ਦੁਰਵਰਤੋਂ ਕਰਦੇ ਹਾਂ, ਤਾਂ ਸਾਡੀ ਜ਼ਿੰਦਗੀ ਦੇ ਅੰਦਰ ਦੁੱਖ ਪੈਦਾ ਹੁੰਦੇ ਨੇ। ਇਸ ਲਈ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ,
कि सानू ज्ञान की सही वरतों करनी चाहिए। और जिन्नियां भी अज खोजां कीतियां ने साइंस ने, डॉक्टर वीरां ने, इंजीनियर ने, वैज्ञानिक ने, मनोवैज्ञानिक ने, उन्होंने ज्ञान की वरतों करके ही ये चीज़ां कीतियां ने। जे मनोवैज्ञानिक वीर ना होंदे, साइकैट्रिक लोग ना होंदे, इस पासे खोजां ना होंदियां, तां अज अद्धी दुनिया पागल फिरदी होनी सी। तुसीं पागलां दे हस्पताल जा के वेखो किन्ने लोग भरे पे ने, उन्हां दे विचों बहुत सारे लोग ठीक हो के आउंदे हन। डिप्रैशन का जिहड़ा रोग है ये वधदा जा रहा है। जे इस पासे ध्यान नहीं दिता जांदा जां इह खोजां ना हुंदियां तां इस दुनिया का की हाल होना सी। इसलिए ज्ञान की वरतों, तुसीं पिछले युग विच चले जाओ जिथे बंदा पशुआं की तरह फिरदा सी। जे बंदे ने ज्ञान की वरतों ना कीती हुंदी तां बंदा पशुआं की तरह अज भी फिर रहा हुंदा। बंदे की जिंदगी चों ज्ञान नूं लांभे कर दिओ, अज ये पशुआं वाली जिंदगी जीण लग जाएगा। आ जिन्ने भी तुहाडे पिंड वसे ने, शहर वसे ने, जां अज असीं इलैक्ट्रॉनिक युग दे अंदर जी रहे हां, तां ओह सारा कुछ किवें होया है? ज्ञान की वरतों कर। इसलिए ज्ञान की वरतों जरूरी है। ते जिहड़े ज्ञान की वरतों नहीं करदे, ਉਹ ਦੁਖੀ ਹੁੰਦੇ ਨੇ। मैं पिछे ਤੁਹਾਨੂੰ एक कहानी सुनाई सी ना, कहानी कह रहा सिर्फ कि एक राजे का दिमाग खराब हो गया। राजा बड़ा भला सी, बड़ा चंगा सी, ते ਉਹਦੇ ਵਜ਼ੀਰਾਂ ਨੇ ਸੋਚਿਆ ਵੀ ਜੇ ਕੋਈ ਦਿਮਾਗ ਵੇਚ ਦਵੇ ਤੇ ਇਸ ਰਾਜੇ ਨੂੰ ਦਿਮਾਗ ਪਾ ਦਿੱਤਾ ਜਾਏ ਤੇ ਫਿਰ ਠੀਕ ਠਾਕ ਸੋਚਣ ਲੱਗ ਜਾਏ ਤਾਂ ਇਹਦੇ ਨਾਲ ਕੀ ਹੋਏਗਾ ਕਿ ਪ੍ਰਜਾ ਨੂੰ ਬੜਾ ਲਾਭ ਹੋ ਜਾਏਗਾ। ਪਰ ਉਹਨਾਂ ਨੇ ਸੋਚਿਆ ਵੀ ਦਿਮਾਗ ਵੇਚੇਗਾ ਕੌਣ? ਜਿੱਦਾਂ ਦਿਮਾਗ ਵੇਚੇਗਾ ਤੇ ਮੌਤ ਹੋ ਜਾਏਗੀ ਨਾ ਉਹਦੀ ਬੰਦੇ ਦੀ। ਕਹਿਣ ਲੱਗੇ ਚਲੋ ਟਰਾਈ ਕਰ ਲਓ, ਸਿਰਫ ਇੱਕ ਕਹਾਣੀ ਹੈ, ਕਹਾਣੀ ਰਾਹੀਂ ਅਸਾਂ ਕੁਝ ਸਮਝਣ ਦਾ ਯਤਨ ਕਰਨਾ। ਉਹਨਾਂ ਨੇ ਅਨਾਉਂਸ ਕੀਤਾ ਵੀ ਰਾਜੇ ਵਾਸਤੇ ਦਿਮਾਗ ਚਾਹੀਦਾ ਤੇ ਮੂੰਹ ਮੰਗੇ ਪੈਸੇ ਮਿਲਣਗੇ। 3 ਬੰਦੇ ਆ ਗਏ ਦਿਮਾਗ ਵੇਚਣ ਲਈ। ਪਹਿਲੇ ਬੰਦੇ ਤੋਂ ਪੁੱਛਿਆ ਵੀ ਕਿੰਨੇ ਪੈਸੇ ਲਏਗਾ ਦਿਮਾਗ ਦੇ? ਕਹਿਣ ਲੱਗਾ ਮੈਂ 25,000 ਰੁਪਇਆ ਲੈ ਲਵਾਂਗਾ, ਲੋੜ ਹੈ ਵੇਚ ਦਿਆਂਗਾ, 25,000 ਰੁਪਇਆ ਚਾਹੀਦਾ। ਕਹਿਣ ਲੱਗਾ ਕੰਮ ਕੀ ਕਰਦਾ? ਕਹਿਣ ਲੱਗਾ ਮੈਂ ਸਾਇੰਟਿਸਟ ਹਾਂ, ਮੈਂ ਬਹੁਤ ਵੱਡੀਆਂ ਖੋਜਾਂ ਕੀਤੀਆਂ ਨੇ, ਮੈਂ ਐਸੀ ਇਲੈਕਟ੍ਰੋਨਿਕ ਦੂਰਬੀਨ ਬਣਾਈ ਹੈ ਜਿਸ ਦੇ ਨਾਲ ਇਸ ਯੂਨੀਵਰਸ ਨੂੰ ਕਈ ਮਿਲੀਅਨ ਟ੍ਰਿਲੀਅਨ ਲਾਈਟ ਈਅਰ ਤੱਕ ਵੇਖਿਆ ਜਾ ਸਕਦਾ ਹੈ। ਹੋਰ ਬੜੀਆਂ ਖੋਜਾਂ। 25,000 ਰੁਪਇਆ ਦਿਮਾਗ ਦਾ ਲਓ। ਦੂਜੇ ਬੰਦੇ ਤੋਂ ਪੁੱਛਿਆ ਤੂੰ? ਕਹਿਣ ਲੱਗਾ ਮੈਂ ਲਵਾਂਗਾ 50,000। ਕਹਿਣ ਲੱਗਾ ਕੰਮ ਕੀ ਕਰਨਾ? ਕਹਿਣ ਲੱਗਾ ਮੈਂ ਇੱਕ ਇੰਜੀਨੀਅਰ ਹਾਂ, ਮੇਰੇ ਕੋਲ ਐਸੀਆਂ ਟੈਕਨੀਕਸ ਨੇ ਕਿ ਮੈਂ ਬਿਨਾਂ ਨੀਂਹ ਤੋਂ ਵੀ ਮਕਾਨ ਬਣਾ ਦਿਆਂ ਤੇ 200 ਸਾਲ ਡਿੱਗੇਗਾ ਨਹੀਂ, ਭਾਵੇਂ ਭੂਚਾਲ ਵੀ ਆ ਜਾਏ। ਹੋਰ ਮੇਰੇ ਕੋਲ ਬਹੁਤ ਟੈਕਨੀਕਸ ਨੇ। ਤੀਜਾ ਬੰਦਾ ਕੋਈ ਮੇਰੇ ਵਰਗਾ ਸੀ, ਕਹਿਣ ਲੱਗਾ ਗਿਆਨੀ ਜੀ ਤੁਸੀਂ? ਕਹਿਣ ਲੱਗਾ ਜੀ ਮੈਂ ਰੁਪਈਆ ਲਵਾਂਗਾ 10 ਲੱਖ। ਉਹ ਬੜੇ ਹੈਰਾਨ ਹੋਏ ਵੀ ਏਡਾ ਵੱਡਾ ਵਿਗਿਆਨਿਕ 25,000 ਮੰਗਦਾ ਹੈ, ਇੰਨਾ ਵੱਡਾ ਇੰਜੀਨੀਅਰ 50,000 ਮੰਗਦਾ ਹੈ ਤੇ ਗਿਆਨੀ ਜੀ 10 ਲੱਖ ਮੰਗ ਰਹੇ ਨੇ। ਦਾ ਮਤਲਬ ਤਾਂ ਬਹੁਤ ਵੱਡੀ ਕੋਈ ਬਲਾ ਹੋਣੀ ਹੈ, ਜਿਹਨੂੰ ਅਸੀਂ ਪੰਜਾਬੀ ਵਿੱਚ ਕਹਿੰਦੇ ਹਾਂ। ਕਹਿਣ ਲੱਗੇ ਕੰਮ ਕੀ ਕਰਦੇ ਹੋ? ਕਹਿਣ ਲੱਗਾ ਕੰਮ ਤੇ ਕੋਈ ਨਹੀਂ ਕਰੀਦਾ ਜੀ, ਵੇਖੀਦਾ ਹੈ ਕਿਤੇ ਭੰਡਾਰਾ ਲੱਗਾ ਹੋਵੇ ਮੰਦਿਰ ਗੁਰਦੁਆਰੇ ਵਿੱਚ, ਲੰਗਰ ਪਾਣੀ ਛਕ ਆਈਦਾ ਤੇ ਆਣ ਕੇ ਸਮਝਦਾ। ਤੇ ਕਹਿਣ ਲੱਗਾ ਖੋਜਾਂ ਕੋਈ ਖੋਜ ਕੀਤੀ? ਕਹਿਣ ਲੱਗਾ ਖੋਜ ਦਾ ਮੈਨੂੰ ਨਹੀਂ ਪਤਾ, ਖੋਜ ਕੀ ਹੁੰਦੀ ਹੈ? ਖੋਜ ਇੰਨੀ ਕਰੀਦੀ ਵੀ ਲੰਗਰ ਪ੍ਰਸ਼ਾਦਾ ਕਰੇ ਮਿਲ ਜਾ ਛਕ ਆਈਦਾ। ਉਹ ਕਹਿਣ ਲੱਗਾ ਕਮਲਿਆ ਐਡਾ ਵੱਡਾ ਸਾਇੰਟਿਸਟ 25,000 ਰੁਪਇਆ ਮੰਗਦਾ ਹੈ, ਇੰਨਾ ਵੱਡਾ ਇੰਜੀਨੀਅਰ ਉਹ 50,000 ਤੇ ਤੂੰ 10 ਲੱਖ, ਕੰਮ ਤੋਂ ਕੋਈ ਕੀਤਾ ਨਹੀਂ, ਖੋਜ ਕੀਤੀ ਨਹੀਂ। ਕਹਿਣ ਲੱਗਾ ਮਹਾਰਾਜ ਮੈਂ ਸਹੀ ਮੰਗ ਰਿਹਾ, ਇਹ 25 ਔਰ 50,000 ਵਾਲਿਆਂ ਨੇ ਆਪਣਾ ਦਿਮਾਗ ਯੂਜ਼ ਕੀਤਾ ਹੈ, ਖਰਚ ਵੀ ਤੇ ਕਰ ਬੈਠੇ ਨਾ। ਤੇ ਮੇਰਾ ਰੱਬ ਨੇ ਜਿਵੇਂ ਦਿਮਾਗ ਦਿੱਤਾ ਸੀ ਸੀਲ ਬੰਦ ਰੱਖਿਆ, ਮੈਂ ਖਰਚ ਨਹੀਂ ਕੀਤਾ, ਪੂਰੇ ਪੈਸੇ ਲਵਾਂਗਾ। ਤੇ ਹੁਣ ਜੇ ਇਹਨੂੰ ਸੀਲ ਰੱਖੋਗੇ, ਬੰਦ ਦਾ ਬੰਦ ਰੱਖੋਗੇ ਤੇ ਫਿਰ ਕੀ ਹੋਏਗਾ? ਇਸ ਲਈ ਗਿਆਨ ਦੀ ਵਰਤੋਂ, ਗਿਆਨ ਖੰਡ ਦੇ ਵਿੱਚ, ਗਿਆਨ ਦੀ ਅਵਸਥਾ ਵਿੱਚ ਸਾਨੂੰ ਇਹ ਸਮਝ ਆਉਂਦੀ ਹੈ ਕੇਤੇ ਇੰਦ ਵੀ ਪਤਾ ਨਹੀਂ ਕਿੰਨੇ ਇੰਦਰ ਨੇ, ਨਾ ਇੰਦਰਾਂ ਦੀ ਕੋਈ ਵੈਲਿਊ ਨਹੀਂ ਹੈ ਜਿਸ ਨੂੰ ਤੁਸੀਂ ਇੰਦਰ ਦੇਵਤਾ ਬਣਾਈ ਫਿਰਦੇ। ਕਿ ਮੀਂਹ ਪਵਾਉਣਾ ਹੈ ਤੇ ਇੰਦਰ ਦੇਵਤੇ ਵਾਸਤੇ ਯੱਗ ਲਾਓ, ਚੌਲ ਬਣਾਓ ਤੇ ਚੌਲਾਂ ਦੇ ਨਾਲ ਇੰਦਰ ਦੇਵਤਾ ਖੁਸ਼ ਹੋ ਜਾਏ ਤੇ ਮੀਂਹ ਪਾਏਗਾ। ਮੀਂਹ ਐਵੇਂ ਥੋੜੀ ਪੈਂਦਾ। ਹੁਣ ਅੱਜ ਪਤਾ ਲੱਗਾ ਨਾ ਬਰਸਾਤ ਕਿਵੇਂ ਪੈਂਦੀ ਹੈ, ਕਿਵੇਂ ਪਾਣੀ ਦਾ ਵਾਸ਼ਪੀਕਰਨ ਹੁੰਦਾ ਹੈ, ਕਿਵੇਂ ਅੱਗੇ ਜਾ ਕੇ ਮੀਂਹ ਵਰਸਦਾ ਹੈ। ਸਿਸਟਮ ਹੈ ਨਾ। ਕੀਤੇ ਇੰਦ ਚੰਦ ਸੂਰ ਕੀਤੇ, ਕਿਤਨੇ ਸੂਰਜ ਨੇ, ਕਿਤਨੇ ਚੰਦਰਮਾ ਨੇ, ਇਹਨਾਂ ਚੀਜ਼ਾਂ ਦਾ ਕੋਈ ਅੰਤ ਨਹੀਂ ਹੈ। ਕੀਤੇ ਮੰਡਲ ਦੇਸ਼, ਤੇ ਕਿਤਨੇ ਹੀ ਦੇਸ਼ਾਂ ਦੇ ਮੰਡਲ ਨੇ, ਭਾਵ ਕੋਈ
अनंत देश ने, अनंत अनंत ये सृष्टि है, ये बहुत बड़ा यूनीवर्स फैलिया होया है। इन्हां चीजां दा कोई अंत ही नहीं है, ये चीजां सब अनंत ने। ये ज्ञान दे तल ते कईयां गईयां गल्लां। ਜਦੋਂ ਬੰਦਾ ਗਿਆਨ ਦੀ ਸਹੀ ਵਰਤੋਂ ਕਰਦਾ ਹੈ ਨਾ, ਉਦੋਂ ਇਹਨੂੰ ਇਹਨਾਂ ਚੀਜ਼ਾਂ ਦੀ ਸਮਝ ਆਉਂਦੀ ਹੈ। ਔਰ ਜਿਵੇਂ ਆਪਾਂ ਪਹਿਲਾਂ ਬਹੁਤ ਵਾਰੀ ਵਿਚਾਰ ਬੈਠੇ ਹਾਂ ਕਿ ਸਾਡੇ ਕੋਲ ਅਸੀਮ ਭੰਡਾਰਾ ਹੈ ਦਿਮਾਗ, ਔਰ ਉਹ ਹਰ ਬੰਦੇ ਦੇ ਕੋਲ ਹੈ। ਮੇਰੇ ਕੋਲ ਵੀ, ਤੁਹਾਡੇ ਕੋਲ ਵੀ। ਕੁਦਰਤ ਨੇ ਹਰ ਇਨਸਾਨ ਨੂੰ ਇਹ ਬਹੁਤ ਵੱਡਾ ਭੰਡਾਰਾ ਦਿੱਤਾ ਹੈ, ਇਹਦੀ ਵਰਤੋਂ ਕਰਨੀ ਹੈ। ਹਰ ਇਨਸਾਨ ਦੇ ਅੰਦਰ ਡਾਕਟਰ, ਇੰਜੀਨੀਅਰ, ਵਿਗਿਆਨਿਕ, ਮਨੋਵਿਗਿਆਨਿਕ ਬੈਠਾ ਹੈ। ਹਰ ਇੱਕ ਦੇ ਅੰਦਰ ਚੰਗਾ ਇਨਸਾਨ ਬੈਠਾ ਹੈ, ਉਹਨੂੰ ਪ੍ਰਗਟ ਕਰਨਾ ਹੈ, ਉਸ ਗਿਆਨ ਦੀ ਵਰਤੋਂ ਕਰਨੀ ਹੈ। ਜਿਵੇਂ ਜਿਵੇਂ ਗਿਆਨ ਦੀ ਵਰਤੋਂ ਕਰੋਗੇ ਤਿਵੇਂ ਤਿਵੇਂ ਵਧੇਗਾ। ਅਗਲਾ ਬਚਨ ਕਰਦੇ ਨੇ, ਕੇਤੇ ਸਿੱਧ ਬੁੱਧ ਨਾਥ ਕੀਤੇ। ਇਸ ਦੁਨੀਆ ਦੇ ਵਿੱਚ ਪਤਾ ਨਹੀਂ ਕਿਤਨੇ ਸਿੱਧ ਨੇ। ਸਿੱਧ ਦਾ ਮਤਲਬ ਪੁੱਗੇ ਹੋਏ ਜੋਗੀ, ਜਿਨ੍ਹਾਂ ਨੇ ਯੋਗ ਸਾਧਨਾਵਾਂ ਦੇ ਅੰਦਰ ਸਫਲਤਾ ਹਾਸਲ ਕਰ ਲਈ। ਪਤਾ ਨਹੀਂ ਕਿੰਨੇ ਨੇ। ਬੁੱਧ ਦਾ ਮਤਲਬ ਬੁੱਧੀਵਾਨ ਲੋਕ ਕਿੰਨੇ ਕੁ ਨੇ। ਨਾਥ ਕੀਤੇ, ਕਿਤਨੇ ਹੀ ਕੰਨ ਪਾਟੇ ਨਾਥ ਨੇ। ਕੇਤੇ ਦੇਵੀ ਵੇਸ਼, ਕਿਤਨੀਆਂ ਹੀ ਇੱਥੇ ਦੇਵੀਆਂ ਦੇਵਤੇ ਨੇ, ਇਹਨਾਂ ਦਾ ਕੋਈ ਅੰਤ ਨਹੀਂ ਹੈ। ਭਾਵ ਕਿ ਇੱਥੇ ਸਭ ਕੁਝ ਅਨੰਤ ਹੈ, ਇਹਨਾਂ ਚੀਜ਼ਾਂ ਦੀ ਕੋਈ ਵੈਲਿਊ ਨਹੀਂ ਹੈ। ਕੇਤੇ ਦੇਵ, ਦਾਨਵ, ਮੁਨ ਕੀਤੇ। ਇਸ ਸ੍ਰਿਸ਼ਟੀ ਦੇ ਅੰਦਰ ਪਤਾ ਨਹੀਂ ਕਿਤਨੇ ਦੇਵਤੇ ਨੇ, ਦੇਵੀ ਗੁਣਾਂ ਦੇ ਨਾਲ ਭਰਪੂਰ ਮਨੁੱਖ ਨੇ। ਦਾਨਵ ਨੇ, ਦਾਨਵ ਦਾ ਮਤਲਬ ਰਾਖਸ਼ ਨੇ, ਰਾਖਸ਼ੀ ਬਿਰਤੀ ਵਾਲੇ ਨੇ। ਮੁਨ ਕੀਤੇ, ਮੁਨ ਦਾ ਮਤਲਬ ਮੁਨੀ, ਮੌਨ ਧਾਰਨ ਕਰਨ ਵਾਲੇ, ਜੋ ਕਿਸੇ ਦੇ ਨਾਲ ਬੋਲਦੇ ਹੀ ਨਹੀਂ, ਜੋ ਕਿਸੇ ਦੇ ਨਾਲ ਬੋਲਦੇ ਹੀ ਨਹੀਂ, ਲਗਾਤਾਰ ਸਮਾਧੀ ਵਿੱਚ ਹੀ ਨੇ। ਪਤਾ ਨਹੀਂ ਕਿੰਨੇ ਕੁ ਨੇ। ਕੇਤੇ ਰਤਨ ਸਮੁੰਦ, ਕਿਤਨੇ ਹੀ ਰਤਨ ਨੇ, ਕੀਮਤੀ ਚੀਜ਼ਾਂ, ਕਿਤਨੇ ਹੀ ਇਸ ਦੁਨੀਆ ਵਿੱਚ ਸਮੁੰਦਰ ਨੇ। ਇਹਦਾ ਕੋਈ ਅੰਤ ਨਹੀਂ ਹੈ, ਕਿਉਂਕਿ ਸਾਨੂੰ ਜੋ ਸਮੁੰਦਰ ਨੇ ਉਹਨਾਂ ਦਾ ਸਿਰਫ ਇਸ ਧਰਤੀ ਬਾਰੇ ਪਤਾ ਹੈ। ਪਰ ਹੋ ਸਕਦਾ ਹੈ ਹੋਰ ਕਿਸੇ ਧਰਤੀ ਉੱਤੇ ਕਿੰਨਾ ਕੁ ਪਾਣੀ ਹੋਏ, ਕਿੰਨੇ ਕੁ ਸਮੁੰਦਰ ਹੋਣ। ਇਹ ਅਨੰਤ ਫੈਲਿਆ ਹੋਇਆ ਯੂਨੀਵਰਸ ਹੈ, ਇੱਥੇ ਕਿਸੇ ਚੀਜ਼ ਦਾ ਕੋਈ ਅੰਤ ਨਹੀਂ ਹੈ। ਅਨੰਤ ਅਨੰਤ ਹੈ ਔਰ ਅਨੰਤ ਸੰਭਾਵਨਾਵਾਂ ਨੇ। ਕੀਤੀਆਂ ਖਾਣੀ, ਕੀਤੀਆਂ ਬਾਣੀ। ਹੁਣ ਖਾਣੀਆਂ ਔਰ ਬਾਣੀਆਂ ਚਾਰ ਮੰਨੀਆਂ ਗਈਆਂ ਨੇ। ਚਾਰ ਖਾਣੀਆਂ, ਅੰਡਜ, ਜੀਰਜ, ਸੇਤਜ, ਉਤਪੁਜ, ਪੈਦਾਇਸ਼ ਦੇ ਸਾਧਨ। ਪਰ ਮਨੁੱਖ ਦੀ ਪਕੜ ਵਿੱਚ ਚਾਰ ਆਈਆਂ ਨੇ। ਪਰ ਗੁਰਬਾਣੀ ਦੀ ਜੋ ਮਨੋਤ ਹੈ ਉਹ ਚਾਰ ਖਾਣੀਆਂ, ਚਾਰ ਬਾਣੀਆਂ ਦੀ ਨਹੀਂ ਹੈ। ਇੱਥੇ ਅਨੰਤ ਖਾਣੀਆਂ ਨੇ, ਅਨੰਤ ਪੈਦਾਇਸ਼ ਦੇ ਸਾਧਨ ਨੇ, ਅਨੰਤ ਨੇ ਖਾਣੀਆਂ। ਗੁਰਮਤ ਕਿਸੇ ਵੀ ਚੀਜ਼ ਨੂੰ ਸੀਮਾ ਵਿੱਚ ਨਹੀਂ ਮੰਨਦੀ, ਕਿਉਂਕਿ ਇੱਥੇ ਸੀਮਾ ਵਿੱਚ ਕੋਈ ਚੀਜ਼ ਨਹੀਂ ਹੈ। ਜੇ ਸਮਝ ਲਿਆ ਜਾਏ ਕਿ ਚਾਰ ਹੀ ਖਾਣੀਆਂ ਨੇ, ਤਾਂ ਫਿਰ ਰੱਬ ਨੂੰ ਅਸੀਂ ਅਨੰਤ ਥੋੜੀ ਕਵਾਂਗੇ। ਚਾਰ ਖਾਣੀਆਂ ਅਨੰਤ ਥੋੜਾ ਹੁੰਦੀਆਂ ਨੇ, ਸੀਮਾ ਵਿੱਚ ਚਾਰ ਵੀ ਕੋਈ ਚੀਜ਼ਾਂ ਹੁੰਦੀਆਂ। ਹਾਂ, ਇਹ ਗੱਲ ਵੱਖਰੀ ਹੈ। ਇਸ ਮਨੁੱਖ ਦੀ ਪਕੜ ਦੇ ਅੰਦਰ ਚਾਰ ਚੀਜ਼ਾਂ ਆਈਆਂ, ਪਰ ਗੁਰੂ ਸਾਹਿਬ ਕਹਿੰਦੇ ਨੇ, ਪਿਆਰਿਓ, ਚਾਰ ਨਹੀਂ, ਇੱਥੇ ਅਨੰਤ ਖਾਣੀਆਂ ਨੇ। ਅਨੰਤ ਕੇਤੀਆਂ ਖਾਣੀ, ਕੇਤੀਆਂ ਬਾਣੀ। ਪਤਾ ਨਹੀਂ ਕਿੰਨੀਆਂ ਕੁ ਬਾਣੀਆਂ ਨੇ, ਕਿੰਨੀਆਂ ਕੁ ਬੋਲੀਆਂ ਨੇ, ਕਿੰਨੇ ਕੁ ਬੋਲਣ ਦੇ ਢੰਗ ਨੇ। ਇਹਦਾ ਕੋਈ ਅੰਤ ਥੋੜਾ ਹੈ। ਦੁਨੀਆ ਵਿੱਚ ਕਿੰਨੀਆਂ ਬੋਲੀਆਂ ਨੇ। ਜੇ ਅਸੀਂ ਆਪਣੇ ਹੀ ਦੇਸ਼ ਦੀ ਗੱਲ ਕਰੀਏ ਤਾਂ ਕਿੰਨੀਆਂ ਸਾਰੀਆਂ ਤੇ ਭਾਸ਼ਾਵਾਂ ਹੀ ਨੇ। ਫਿਰ ਹਰ ਇਲਾਕੇ ਦੀ ਆਪਣੀ ਬੋਲੀ ਹੈ। ਹੁਣ ਇਹ ਦੇਸ਼ ਬੇਸ਼ੱਕ ਇੱਥੇ ਇੰਗਲਿਸ਼ ਹੈ, ਲੇਕਿਨ ਇੱਥੇ ਲੋਕਲ ਏਰੀਏ ਵਿੱਚ ਜਾਓ ਤੇ ਹਰ ਇੱਕ ਦੀ ਥੋੜੀ ਥੋੜੀ ਭਾਸ਼ਾ ਦਾ ਫਰਕ ਹੈ ਨਾ। ਕੈਨੇਡੀਅਨ ਇੰਗਲਿਸ਼ ਦੇ ਵਿੱਚ ਹੋਰ ਥੋੜਾ ਫਰਕ ਹੈ, ਅਮਰੀਕਨ ਇੰਗਲਿਸ਼ ਹੋਰ ਹੈ, ਇੱਥੇ ਕੁਝ ਹੋਰ ਹੈ। ਔਰ ਕਿੰਨੀਆਂ ਭਾਸ਼ਾਵਾਂ ਨੇ, ਕਿੰਨੀਆਂ ਬਾਣੀਆਂ ਨੇ, ਖਾਣੀਆਂ ਬਾਣੀਆਂ, ਇਹਨਾਂ ਦਾ ਕੋਈ ਅੰਤ ਨਹੀਂ ਹੈ। ਕੇਤੇ ਪਾਤ ਨਰਿੰਦ। ਪਾਤ ਦਾ ਮਤਲਬ ਪਾਤਸ਼ਾਹ। ਕਿੰਨੇ ਹੀ ਪਾਤਸ਼ਾਹ ਨੇ ਵੱਡੇ। ਤੇ ਨਰਿੰਦ ਦਾ ਮਤਲਬ ਨਰ ਇੰਦ। ਇੰਦ ਦਾ ਮਤਲਬ ਬਾਦਸ਼ਾਹ, ਨਰ ਦਾ ਮਤਲਬ ਮਨੁੱਖ। ਹੁਣੇ ਆਪ ਗੱਲ ਕਰ ਰਹੇ ਸੀ ਨਾ, ਨਰਿੰਦਰ, ਨਰ ਇੰਦਰ। ਨਰਾਂ ਦਾ ਬਾਦਸ਼ਾਹ, ਮਨੁੱਖਾਂ ਦਾ ਬਾਦਸ਼ਾਹ। ਕਿੰਨੇ ਨੇ ਮਨੁੱਖਾਂ ਦੇ ਬਾਦਸ਼ਾਹ, ਕਿਤਨੇ ਹੋ ਗੁਜ਼ਰੇ ਨੇ, ਕਿਤਨੇ ਹੋਣਗੇ, ਕਿੰਨੇ ਹੈ ਨੇ, ਕੋਈ ਅੰਤ ਨਹੀਂ ਹੈ। ਅਨੰਤ ਅਨੰਤ ਨੇ। ਕੀਤੀਆਂ ਸੁਰਤੀ। ਸੁਰਤੀ ਦਾ ਮਤਲਬ ਸੁਰਤ ਜੋੜਨ ਦੇ ਢੰਗ। ਕਿਤਨੇ ਹੀ ਕਿਸਮ ਦੀਆਂ ਧਿਆਨ ਨੇ, ਕਿੰਨੇ ਹੀ ਢੰਗ ਨੇ।
किन्ने ही उच्ची सुरती वाले लोग ने सेवक कीते ते इस दुनिया दे अंदर किन्ने एक सेवक ने जो सेवा कर रहे ने, जो किसी दा सहयोग कर रहे। किन्ना सहयोग इस दुनिया विच करदे ने। जे अज असीं कोरोना वायरस की गल करिए तां इहदे विच सिख धर्म एक चमकदा होया सितारा है। किन्नी सेवा सिखां ने कीती है गुरुद्वारे साहिबान दे अंदरों लंगर बना के ते आम लोकां विच वंडण दी, जां होर किन्नियां सारियां सेवावां कीतियां गईयां ने। और ऐसे सेवक अनंत ने सेवा करन वाले लोग, एक नहीं, हिंदुआं विच भी, मुसलमानां विच, सिखां विच, ईसाइयां, पादरियां, होर, यानी कहण तो भाव कि इस दुनिया दे विच अंत थोड़ा है। किन्ने सेवक ने प्रभु दे दर ते, रब दी इस रजा दे अंदर। तुसीं देख लो, धरती सेवा विच लगी है ना, सूरज सेवा विच लगा होया है। ये सारे सेवा ही ते कर रहे हैं, हुक्म विच चल रहे हैं। किन्ने रुख दरखत ने सेवा ही ते कर रहे हैं, दे रहे हैं, छां दे रहे हैं, बालन दे रहे हैं, फल दे रहे हैं, फुल दे रहे हैं। यानी कितने सेवक ने, ओदा कोई अंत नहीं है। तो गुरु साहब जी सानू अगे दस रहे ने, ज्ञान खंड में है ज्ञान प्रचंड। प्रचंड का मतलब तेज, ज्ञान की प्रचंडता। ज्ञान खंड के अंदर, ज्ञान वाली अवस्था के अंदर ज्ञान ही प्रचंड हुंदा है। ज्ञान की बहुतात हुंदी है, ज्ञान बलवान हुंदा है। और ज्ञान जदों बलवान हुंदा है, उदों मनुख नूं सूझ-बूझ मिलती है। आपां इत्थे थोड़ा जिहा इस चीज नूं समझण दा यतन करना है। जदों आनंद कारज हुंदा है, 4 लावां दा पाठ हुंदा है ना, हर लाम तो बाद बच्चे नूं मत्था टेकण लई किहा जांदा है। उपरंत श्री गुरु ग्रंथ साहिब जी दे चुफेरे परिक्रमा कीती जांदी है। रागी साहिबान उस लाम दा कीर्तन करदे। ਉਹਦਾ कुछ मकसद है कि जिंदगी जीण तो पहला बच्चा प्रोमिस कर रहे ने, हर लाम दा पाठ सुनन तो बाद वो मत्था टेक के ये प्रोमिस कर रहे ने कि जो असीं इस लाम दे पाठ विच सुनिया है, ਉਹਨੂੰ ਅਸੀਂ सिर मत्थे ਮੰਨਦੇ ਹਾਂ, ਅਸੀਂ ਉਹਦੇ ਲਈ ਸਮਰਪਿਤ ਹਾਂ। गुरु ग्रंथ साहिब जी दे चुफेरे परिक्रमा करके वादा कर रहे हैं कि पातशाह आप दी सोच तो कुर्बान हाँ, और जो असां सुनिया है इनू असीं अपनी जिंदगी विच इंप्लीमेंट करांगे, इस ज्ञान मुताबिक जिंदगी जीवांगे। ते पहली ये देखो, 4 लावां दे अंदर 4 नुकते ने। रब वर्गा होण दे, जीवन नू सुखी और शांत करन दे, जीवन अंदर खुशियां खेड़े, ये रब दे मिलाप दीयां 4 पौड़ियां ने। जीवन विच आनंद पैदा करन दे 4 नुकते ने। ते पहली पौड़ी विच की दस्सिया है, पहली लाम दे अंदर, हर पहलड़ी लाम प्रवृत्ति कर्म दृढ़ाया। प्रवृत्ति का मतलब गृहस्थी बन के अपने फर्जां नूं पूरियां करना। कर्म 2 ने, निवृत्ति और प्रवृत्ति। निवृत्ति का मतलब त्याग संसार का, जोगी हो जाना, साधु बाबे बन जाना। गुरु जी उन्होंने प्रवान नहीं करते। सिख धर्म त्यागियां का धर्म नहीं, गृहस्थियां का धर्म। ये गल वखरी है कि असीं त्यागियां नूं अपने सिर ते पा बैठे हो, एक वखरा टॉपिक है। गृहस्थियां का धर्म है प्रवृत्ति कर्म। ते नाल कहंदे ने बाणी ब्रह्मा वेद, धर्म दृढ़ो, पाप तजाया बलराम जीओ। ये बाणी जिहड़ी है रब दा ज्ञान है तेरे वास्ते। धर्म दृढ़ो का मतलब तुसीं दोवां ने लावां दी मैं केवल गल कर रहा कि तुसीं अपने फर्जां नूं पूरियां करना। और सानू सारियां नूं साझा उपदेश है, धर्म दृढ़ो, अपने फर्जां नूं पछाणो, फर्जां नूं पूरियां करना है, दृढ़ करना है फर्जां नूं। तुहाडे फर्ज की ते फर्ज पूरे करन लई पाप नहीं करना, पाप तजाया। मन लो मेरी घरवाली ने मैनू कहा कि मेरे वास्ते एक जैकेट लैके आया, मेरा फर्ज है लैके जाना। ते सामने नरिंदर वीर जी जस्सल साहब बैठे ने, इन्हां ने अपनी घरवाली वास्ते जैकेट लियांदी। ये थोड़ा लांबे हुए तो मैं इन्हां दी जैकेट चोरी चुक के लिफाफे च पा के किसी नूं फड़ाती, साडे घर फड़ा दी। हुण मेरी घरवाली कोल जैकेट पहुंच गई, मेरा फर्ज पूरा हो गया। पर यह धर्म नहीं, ये पाप है। ये पाप है, किसी की चोरी करनी पाप है ना। जैकेट मैं दवा पर अपनी इनकम चों ईमानदारी।
ਇਹਨੂੰ ਕਹਿੰਦੇ ਨੇ ਧਰਮ। ਪਾਪ ਨਾ ਹੋਵੇ। ਆਪਣੇ ਫਰਜ਼ ਪੂਰੇ ਕਰਨੇ ਨੇ ਪਰ ਪਾਪ ਨਹੀਂ ਕਰਨਾ, ਸੱਚ ਨੂੰ ਆਧਾਰ ਬਣਾ ਕੇ। ਹੁਣ ਇਹ ਚੀਜ਼ ਨੂੰ ਸਮਝਣਾ, ਪਹਿਲੀ ਗੱਲ ਗ੍ਰਸਤੀ ਹੋਣਾ, ਦੂਜੀ ਗੱਲ ਫਰਜ਼ਾਂ ਦੀ ਪੂਰਤੀ ਕਰਨੀ ਔਰ ਪਾਪਾਂ ਦਾ ਤਿਆਗ ਕਰਨਾ। ਹੁਣ ਅਗਲੀ ਲਾਮ ਦੂਜੀ ਵਿੱਚ ਕਹਿੰਦੇ ਨੇ, ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ। ਗੁਰੂ ਦਾ ਮਿਲਾਪ ਕਿਉਂ? ਗੁਰੂ ਦਾ ਮਿਲਾਪ ਇਸ ਕਰਕੇ ਕਿ ਤੁਹਾਨੂੰ ਸਮਝ ਨਹੀਂ ਆਉਣੀ ਪਾਪ ਕੀ ਹੈ ਤੇ ਪੁੰਨ ਕੀ ਹੈ, ਧਰਮ ਕੀ ਹੈ ਅਧਰਮ ਕੀ ਹੈ। ਬੰਦਿਆਂ ਤੈਨੂੰ ਪਛਾਣ ਨਹੀਂ ਨਾ ਆਉਣੀ, ਉਹਦੇ ਵਾਸਤੇ ਗਿਆਨ ਚਾਹੀਦਾ। ਜੇ ਅਸੀਂ ਪਾਪ ਪੁੰਨ ਦਾ ਨਖੇੜਾ ਕਰਨ ਬਹਿ ਜਾਈਏ, ਸਾਡੇ ਤੋਂ ਪੁੰਨ ਪਾਪ ਦਾ ਨਖੇੜਾ ਨਹੀਂ ਹੋਣਾ। ਜਿੱਥੇ ਮਰਜ਼ੀ ਚਲੇ ਜਾਓ, ਇੱਕ ਸਵਾਲ ਆਉਂਦਾ ਨਾ ਕਿ ਮੀਟ ਖਾਣਾ ਚਾਹੀਦਾ ਕਿ ਨਹੀਂ, ਔਰ ਇਹਦੇ ਤੇ ਵਿਵਾਦ ਹੁੰਦਾ ਹੈ। ਕੋਈ ਕਹਿੰਦਾ ਖਾਣਾ ਹੈ ਤੇ ਦੂਜਾ ਕਹਿੰਦਾ ਨਹੀਂ, ਜੀਵ ਹੱਤਿਆ ਹੈ, ਪਾਪ ਹੈ। ਪੁੰਨ ਪਾਪ ਦਾ ਨਖੇੜਾ ਨਹੀਂ ਨਾ ਹੁੰਦਾ। ਜੈਨੀ ਕਹਿੰਦੇ ਨੇ ਜੀਵ ਹੱਤਿਆ ਅਹਿੰਸਾ ਪਰਮੋ ਧਰਮ ਹੈ, ਅਹਿੰਸਾ ਹੀ ਪਰਮ ਧਰਮ ਹੈ। ਔਰ ਉਹ ਨੰਗੇ ਪੈਰੀ ਤੁਰਦੇ ਨੇ, ਰਾਤ ਨੂੰ ਤੁਰਦੇ ਨਹੀਂ, ਝੁੰਡ ਬਣਾ ਕੇ ਬਹਿ ਜਾਂਦੇ ਨੇ, ਪਾਣੀ ਵਿੱਚ ਨਹਾਉਂਦੇ ਨਹੀਂ, ਕੀੜੀ ਤੱਕ ਵੀ ਮਾਰਨਾ ਪਾਪ ਸਮਝਦੇ ਨੇ। ਤੇ ਦੂਜੇ ਪਾਸੇ ਇਸਲਾਮ ਦੇ ਅੰਦਰ ਸੂਰ ਨੂੰ ਛੱਡ ਕੇ ਬਾਕੀ ਹਰ ਚੀਜ਼ ਨੂੰ ਖਾਣਾ ਸਵਾਬ ਹੈ। ਇੱਕ ਵਾਸਤੇ ਪਾਪ ਹੈ, ਦੂਜੇ ਵਾਸਤੇ ਪੁੰਨ। ਤੁਹਾਡੇ ਘਰ ਦੇ ਵਿੱਚ ਕੋਈ ਕੁੱਤਾ ਬਿੱਲੀ ਹੈ, ਉਸ ਨੂੰ ਜ਼ਖਮ ਹੋ ਜਾਏ, ਕੀੜੇ ਪੈ ਜਾਣ, ਤਾਂ ਕੀੜੇ ਮਾਰਨ ਵਾਲੀ ਦਵਾਈ ਪਾਓਗੇ ਕਿ ਨਹੀਂ? ਪਾਓਗੇ। ਕੀੜੇ ਮਰਨਗੇ, ਪਾਪ ਲੱਗੇਗਾ, ਨਰਕ ਚ ਪਾਓਗੇ, ਪਾਪ ਲੱਗੇਗਾ ਨਾ। ਤੇ ਜੇ ਕੀੜੇ ਮਾਰਨ ਵਾਲੀ ਦਵਾਈ ਨਹੀਂ ਪਾਓਗੇ, ਤੁਹਾਡਾ ਕੁੱਤਾ ਬਿੱਲੀ ਮਰ ਜਾਏਗਾ, ਤਾਂ ਤੁਹਾਨੂੰ ਪਾਪ ਲੱਗੇਗਾ, ਤੁਸੀਂ ਉਹਦਾ ਇਲਾਜ ਨਹੀਂ ਕੀਤਾ। ਰਗੜੇਗਾ ਨਾ ਦੋਵਾਂ ਪਾਸੇ। ਸਾਡੇ ਬਾਬੇ ਸਾਨੂੰ ਕਹਿੰਦੇ ਨੇ ਵੀ ਤੁਸੀਂ ਪਾਪ ਨਹੀਂ ਕਰਨਾ। ਕਿਸਾਨ ਜੀਵ ਹੱਤਿਆ ਜਿੰਨੀ ਕਰਦਾ ਐਨੀ ਕੋਈ ਵੀ ਨਹੀਂ ਕਰਦਾ। 6 ਮਹੀਨੇ ਦੇ ਵਿੱਚ ਲੱਖਾਂ ਨਹੀਂ ਕਰੋੜਾਂ ਕੀੜੇ ਮਾਰਦਾ ਹੋਏਗਾ ਸਪਰੇਅ ਕਰਕੇ, ਮੜੂਸੀ ਮਾਰਨ ਵਾਲੀ ਦਵਾਈ, ਕੀੜੇ ਮਾਰ ਦਵਾਈਆਂ। ਹਾਲ ਵਾਂਦਾ ਤੇ ਥੱਲੇ ਕਿਵੇਂ ਗੰਡੋਏ ਵੱਢੇ ਜਾਂਦੇ ਨੇ, ਟੁਕੜੇ ਟੁਕੜੇ ਹੋ ਕੇ, ਏਡਾ ਵੱਡਾ ਪਾਪ। ਜੇ ਕਿਸਾਨ ਖੇਤੀ ਕਰਦਾ ਹੈ, ਕੀੜੇ ਮਾਰਦਾ ਹੈ, ਪਾਪ ਲੱਗਦਾ ਹੈ। ਤੇ ਜੇ ਕਿਸਾਨ ਖੇਤੀ ਕਰਨੀ ਛੱਡ ਦੇਵੇ, ਕੀੜੇ ਨਾ ਮਾਰੇ, ਫਸਲ ਪੈਦਾ ਨਹੀਂ ਹੋਏਗੀ, ਸਾਰੇ ਵੇਲੜ ਬਾਬੇ ਮਰ ਜਾਣਗੇ, ਕਿਸਾਨ ਤੇ ਫਿਰ ਰਗੜਿਆ ਗਿਆ ਵੀ ਤੂੰ ਕਣਕ ਨਹੀਂ ਪੈਦਾ ਕੀਤੀ ਤਾਂ ਹੀ ਮਰੇ ਨੇ। ਕਿਹਨੂੰ ਪਾਪ ਕਹੋਗੇ, ਕਿਹਨੂੰ ਪੁੰਨ? ਇੱਕ ਬਾਜ ਨੇ ਬਟੇਰਾ ਫੜ ਲਿਆ, ਬਟੇਰੇ ਨੂੰ ਖਾਣ ਲੱਗਾ ਨੂਚ ਕੇ, ਕਿਸੇ ਧਰਮੀ ਬੰਦੇ ਨੇ ਬਟੇਰਾ ਛਡਾ ਦਿੱਤਾ, ਉਹਦੇ ਜ਼ਖਮ ਤੇ ਹਲਦੀ ਵਗੈਰਾ ਲਗਾਉਣ ਲੱਗਾ, ਤੇ ਬਾਜ ਨੇ ਪੁੱਛਿਆ ਵੀ ਇਹਨੂੰ ਪਿਓ ਨੂੰ ਕਿਉਂ ਛਡਾਇਆ? ਕਹਿਣ ਲੱਗਾ ਛਡਾਇਆ ਤਾਂ ਹੈ ਕਿ ਮੇਰੇ ਸਾਹਮਣੇ ਜੀਵ ਤੜਪ ਤੜਪ ਕੇ ਮਰਦਾ ਦੁੱਖ ਦੇ ਨਾਲ, ਮੈਂ ਵੇਖਦਾ ਇਹਨੂੰ ਮਰਦੇ ਨੂੰ, ਮੈਨੂੰ ਪਾਪ ਲੱਗਣਾ ਸੀ ਤਾਂ ਛਡਾਇਆ। ਮੈਂ ਨਰਕ ਵਿੱਚ ਪੈਂਦਾ। ਕਹਿੰਦਾ ਤੇਰੇ ਵਰਗੇ ਪੈਂਦੇ ਹੀ ਨਰਕਾਂ ਵਿੱਚ ਨੇ, ਇਹਨੂੰ ਤੂੰ ਛਡਾ ਦਿੱਤਾ, ਪੁੰਨ ਸਮਝਿਆ, ਪਰ ਇਹ ਮੇਰੀ ਖੁਰਾਕ ਸੀ। ਮੈਨੂੰ ਰੱਬ ਨੇ ਮਾਸਖੋਰ ਬਣਾਇਆ, ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ, ਇਹ ਮੇਰੀ ਖੁਰਾਕ ਰੱਬ ਨੇ ਬਣਾਈ ਹੈ, ਕੁਦਰਤ ਨੇ ਬਣਾਈ ਹੈ। 4 ਦਿਨ ਬਾਅਦ ਮੈਨੂੰ ਖੁਰਾਕ ਮਿਲੀ ਹੈ, 4 ਦਿਨ ਦਾ ਮੈਂ ਭੁੱਖਾ ਹਾਂ, ਉਹ ਤੂੰ ਖੋਲੀ, ਹੁਣ ਤੇਰੇ ਸਾਹਮਣੇ ਮੈਂ ਭੁੱਖ ਦੇ ਨਾਲ ਤੜਪ ਕੇ ਮਰਾਂਗਾ, ਤੈਨੂੰ ਪਾਪ ਲੱਗੇ। ਕਿਹਨੂੰ ਪੁੰਨ ਕਹੋਗੇ, ਕਿਹਨੂੰ ਪਾਪ, ਨਹੀਂ ਨਾ ਪਤਾ ਲੱਗਦਾ। ਇਸ ਲਈ ਗਿਆਨ ਦੀ ਵਰਤੋਂ। ਦੂਜੀ ਲਾਮ ਵਿੱਚ ਕਹਿੰਦੇ ਨੇ ਹਰ ਸਤਿਗੁਰ, ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ। ਗੁਰੂ ਦਾ ਗਿਆਨ, ਯੂਨੀਵਰਸਲ ਟਰੁੱਥ, ਯਥਾਰਥ ਗਿਆਨ ਚਾਹੀਦਾ ਤੇਰੇ ਕੋਲ, ਤਾਂ ਜ਼ਿੰਦਗੀ ਸੌਖੀ ਹੋਏਗੀ, ਤਾਂ ਤੈਨੂੰ ਫਰਜ਼ਾਂ ਦੀ ਪਛਾਣ ਹੋਏਗੀ, ਤਾਂ ਤੈਨੂੰ ਠੀਕ ਗਲਤ ਰਾ। ਤੇ ਤੀਜੀ ਲਾਮ ਵਿੱਚ ਕਹਿੰਦੇ ਨੇ ਹਰ ਤੀਜੜੀ ਲਾਮ ਮਨ ਚਾਉ ਭਇਆ ਬੈਰਾਗੀਆ ਬਲਰਾਮ ਜੀਓ। ਗਿਆਨ ਤੋਂ ਬਾਅਦ ਤੈਨੂੰ ਪਤਾ ਲੱਗੇਗਾ ਕਿ ਮੈਂ ਚੜ੍ਹਦੀ ਕਲਾ ਵਿੱਚ ਰਹਿਣਾ ਹੈ, ਪੋਜ਼ਿਟਿਵ ਸੋਚਣਾ ਹੈ, ਮੈਂ ਸਕਾਰਾਤਮਕ ਹੋਣਾ ਹੈ, ਪਿਆਰ ਦੇ ਨਾਲ ਰਹਿਣਾ ਹੈ। ਤੇ ਚੌਥੀ ਲਾਮ ਵਿੱਚ ਕਹਿੰਦੇ ਨੇ ਹਰ ਚੌਥੜੀ ਲਾਮ ਮਨ ਸਹਿਜ ਪਿਆ। ਸਹਿਜ ਦਾ ਮਤਲਬ ਮਨ, ਬਚਨ ਔਰ ਕਰਮ ਦੀ ਇਕਸਾਰਤਾ। ਜੋ ਉੱਤੇ ਸੁਣਿਆ ਹੈ ਨਾ, ਉਹ ਤੇਰੀ ਮੈਂਟੈਲਿਟੀ ਵਿੱਚ ਵੀ ਹੋਵੇ, ਤੇਰੇ ਬੋਲਾਂ ਵਿੱਚ ਵੀ ਹੋਵੇ, ਤੇਰੇ ਵਿਹਾਰ ਵਿੱਚ ਵੀ ਹੋਵੇ। ਫਿਰ ਕੀ ਹੋਏਗਾ? ਹਰ ਪਾਇਆ ਬਲਰਾਮ ਜੀ, ਉਹ ਤੂੰ ਰੱਬ ਨੂੰ ਪਾ ਲਏਗਾ। ਹਰ ਚੌਥੜੀ ਲਾਮ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜੀ, ਉਹ ਤੂੰ ਰੱਬ ਨੂੰ ਪਾ ਲਵੇਂਗਾ, ਰੱਬ ਵਰਗਾ ਹੋ ਜਾਏਗਾ। ਤਾਂ ਗੁਰੂ ਜੀ ਕਹਿੰਦੇ ਨੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਗਿਆਨ ਦੀ ਹਾਲਾਤ ਦੇ ਅੰਦਰ ਗਿਆਨ ਬਲਵਾਨ ਹੁੰਦਾ ਹੈ, ਤੇ ਜਿੱਥੇ ਗਿਆਨ ਬਲਵਾਨ ਹੋਏਗਾ ਨਾ, ਉੱਥੇ ਪਾਪ ਨਹੀਂ ਹੋਏਗਾ, ਉੱਥੇ ਫੈਸਲੇ ਸਹੀ ਲੈ ਜਾਣਗੇ।
ਤੇ ਜਦੋਂ ਅੰਦਰ ਗਿਆਨ ਬਲਵਾਨ ਹੁੰਦਾ ਹੈ, ਅੰਦਰ ਗਿਆਨ ਦੀ ਹਨੇਰੀ ਆਉਂਦੀ ਹੈ ਨਾ, ਭਗਤ ਕਬੀਰ ਜੀ ਕਹਿੰਦੇ ਹਨ, ਦੇਖੋ ਭਾਈ ਗਿਆਨ ਕੀ ਆਈ ਆਂधी, ਵੇਖੋ ਭਰਾਵੋ ਮੇਰੇ ਅੰਦਰ ਗਿਆਨ ਦੀ ਹਨੇਰੀ ਆਈ ਹੋਈ ਹੈ। ਸਭੇ ਉਡਾਨੀ ਭਰਮ ਕੀ ਟਾਟੀ, ਮੇਰੀ ਜ਼ਿੰਦਗੀ ਦੇ ਅੰਦਰ ਹੁਣ ਭਰਮ ਨਹੀਂ ਰਿਹਾ, ਸਾਰੀਆਂ ਟਾਟੀਆਂ ਉੱਡ ਗਈਆਂ ਨੇ ਭਰਮ ਦੀਆਂ, ਟੁਕੜੇ ਟੁਕੜੇ ਹੋ ਗਈਆਂ, ਕੋਈ ਭਰਮ ਨਹੀਂ ਰਿਹਾ ਮੇਰੀ ਜ਼ਿੰਦਗੀ ਵਿੱਚ, ਕੋਈ ਭਰਮ ਭਟਕਣਾ ਨਹੀਂ ਰਹੀ ਕਿ ਤੀਰਥਾਂ ਤੇ ਨਾ ਗਿਆ ਤੇ ਪਤਾ ਨਹੀਂ ਕੀ ਹੋ ਜਾਏਗਾ, ਜੇ ਮੈਂ ਕਿਸੇ ਸਾਧ ਦੇ ਖਿਲਾਫ ਬੋਲ ਦਿੱਤਾ ਤੇ ਖੋਰੇ ਮੈਨੂੰ ਸਰਾਪ ਦੇ ਦਿੱਤਾ ਤੇ ਮੇਰੀਆਂ ਲੱਤਾਂ ਹੀ ਟੁੱਟ ਜਾਣਗੀਆਂ। ਕੋਈ ਭਰਮ ਨਹੀਂ ਰਿਹਾ ਜੋਤਿਸ਼ ਦਾ, ਕੋਈ ਵਹਿਮ, ਕੋਈ ਭੂਤ, ਕੋਈ ਪ੍ਰੇਤ, ਕੋਈ ਆ ਮੰਗਲਵਾਰ ਵੀਰਵਾਰ ਦੇ ਭਰਮ, ਇਹ ਕੋਈ ਭਰਮ ਨਹੀਂ ਰਿਹਾ, ਮੈਨੂੰ ਅਸਲੀਅਤ ਦਾ ਪਤਾ ਲੱਗ ਗਿਆ। ਮੇਰੀ ਜ਼ਿੰਦਗੀ ਦੇ ਅੰਦਰ ਮਾਇਆ ਦੇ ਬੰਧਨ ਨਹੀਂ ਰਹੇ, ਮੇਰੀ ਸੋਚ ਵਿਸ਼ਾਲ ਹੋ ਗਈ ਹੈ, ਹੁਣ ਨਾ ਕੋ ਬੈਰੀ ਨਹੀਂ ਬਿਗਾਨਾ ਵਾਲੀ ਅਵਸਥਾ ਹੈ। ਮੇਰੇ ਅੰਦਰੋਂ ਮੋਹ ਸੈਲਫਿਸ਼ਨੈਸ ਮੁੱਕ ਗਿਆ ਹੈ, ਜਿੱਥੇ ਗਿਆਨ ਆ ਜਾਂਦਾ ਸੈਲਫਿਸ਼ਨੈਸ ਉੱਥੇ ਨਹੀਂ ਰਹਿ ਜਾਂਦੀ, ਸਵਾਰਥ ਮੁੱਕ ਜਾਂਦਾ ਹੈ। ਦੁਰਮਤ ਦਾ ਭਾਂਡਾ ਹੀ ਫੁੱਟ ਗਿਆ, ਅੰਦਰ ਖੋਟੇ ਮਤ ਕਰਨ ਵਾਲੀ, ਮੈਂ ਖੋਟੇ ਕਰਮ ਕਰਨ ਵਾਲੀ ਮਤ ਹੀ ਨਹੀਂ ਰਹੀ। ਐਵੇਂ ਅੱਗੇ ਖਿੰਦਾ ਫਿਰਦਾ ਸਾਂ ਲੋਕਾਂ ਨਾਲ, ਐਵੇਂ ਕਿਸੇ ਦੀ ਨਿੰਦਿਆ ਕਰਦੇ ਫਿਰਨਾ, ਐਵੇਂ ਚੁਗਲੀ ਕਰਕੇ ਕਿਸੇ ਦਾ ਕੰਮ ਗਵਾਉਣਾ, ਉਹ ਖੋਟੀ ਮਤ ਰਹੀ ਨਹੀਂ। ਤ੍ਰਿਸ਼ਨਾ ਨਹੀਂ ਰਹੀ, ਲੋੜਾਂ ਤੱਕ ਸੀਮਤ ਹੋ ਗਿਆ, ਬੇਗਾਨੇ ਹੱਕ ਨਹੀਂ ਖਾਂਦਾ। ਤੇ ਇਸ ਗਿਆਨ ਦੀ ਹਨੇਰੀ ਦੇ ਪਿੱਛੇ ਰੱਬ ਦੀ ਰਹਿਮਤ ਦਾ ਜਲ ਬਰਸ ਰਿਹਾ ਹੈ, ਉਹਦੇ ਨਾਲ ਮੈਂ ਭਿੱਜ ਗਿਆ ਹਾਂ, ਜ਼ਿੰਦਗੀ ਦੇ ਅੰਦਰ ਆਨੰਦ ਬਣ ਗਿਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਇੱਥੇ ਗਿਆਨ ਬਲਵਾਨ ਹੁੰਦਾ ਹੈ। ਫਿਰ ਕੀ ਹੁੰਦਾ ਹੈ? ਇੱਥੇ ਨਾਦ ਵਿਨੋਦ ਓਡ ਆਨੰਦ, ਨਾਦ ਦਾ ਮਤਲਬ ਆਵਾਜ਼, ਸੰਗੀਤ, ਜਿੱਥੇ ਵਾਜੇ ਵੱਜਦੇ ਹੋਣ, ਸੰਗੀਤ ਹੋਵੇ ਤੇ ਕਿੰਨੀਆਂ ਖੁਸ਼ੀਆਂ ਬਣਦੀਆਂ ਨਾ। ਦੇਖੋ ਸੰਗੀਤ ਆਪਣੇ ਆਪ ਦੇ ਅੰਦਰ ਹੀ ਇੱਕ ਥੈਰੇਪੀ ਹੈ, ਸੰਗੀਤ ਦੇ ਨਾਲ ਸਾਡੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਨੇ। ਤੇ ਜੇ ਉਸ ਸੰਗੀਤ ਦੇ ਅੰਦਰ ਗੁਰਬਾਣੀ ਨੂੰ ਗਾਇਆ ਜਾਏ, ਰੱਬ ਦੀ ਸਿਫਤ, ਤਾਂ ਉਹ ਤਾਂ ਹੋਰ ਆਨੰਦ ਹੈ ਨਾ, ਉਹਦੇ ਵਰਗਾ ਤੇ ਆਨੰਦ ਹੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਸ ਬਲਵਾਨ ਅਵਸਥਾ, ਜਿੱਥੇ ਗਿਆਨ ਦੀ ਬਲਵਾਨ ਅਵਸਥਾ ਹੈ ਨਾ, ਉੱਥੇ ਕਰੋੜਾਂ ਹੀ ਖੁਸ਼ੀਆਂ, ਖੇੜਿਆਂ ਦੇ ਰੰਗ ਤਮਾਸ਼ੇ ਬਣੇ ਰਹਿੰਦੇ, ਉੱਥੇ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ। ਗਿਆਨ ਦੀ ਅਵਸਥਾ ਦੇ ਅੰਦਰ ਆਨੰਦ ਹੈ, ਕਿਉਂਕਿ ਬੰਦਾ ਗਿਆਨ ਦੀ ਸਹੀ ਵਰਤੋਂ ਕਰਦਾ ਹੈ, ਔਰ ਉਸ ਅਵਸਥਾ ਦੇ ਅੰਦਰ ਅਨੇਕਾਂ ਕਿਸਮ ਦਾ ਆਨੰਦ, ਅਨੰਤ ਕਿਸਮ ਦੀਆਂ ਖੁਸ਼ੀਆਂ ਉਹਦੀ ਜ਼ਿੰਦਗੀ ਦੇ ਅੰਦਰ ਆ ਜਾਂਦੀਆਂ ਨੇ। ਉਹਨੂੰ ਬੌਧਿਕ ਸ਼ਾਂਤੀ ਮਿਲਦੀ ਹੈ, ਉਹਨੂੰ ਬੌਧਿਕ ਖੁਸ਼ੀ ਮਿਲਦੀ ਹੈ, ਕਿਉਂਕਿ ਸਾਡੀ ਜ਼ਿੰਦਗੀ ਦੇ ਅੰਦਰ ਬੌਧਿਕ ਖੁਸ਼ੀ ਦਾ ਹੋਣਾ ਅਤਿਅੰਤ ਜ਼ਰੂਰੀ ਹੈ। ਤਾਂ ਗਿਆਨ ਦੀ ਵਰਤੋਂ ਕਰਨੀ ਹੈ ਸਾਂ। ਗਿਆਨ ਜਿੱਥੇ ਬਲਵਾਨ ਹੋਵੇਗਾ, ਉੱਥੇ ਸਾਨੂੰ ਸਮਝ ਪਵੇਗੀ ਕਿ ਸਾਡੀਆਂ ਸਮੱਸਿਆਵਾਂ ਕੀ ਨੇ, ਉਹ ਸਮੱਸਿਆਵਾਂ ਕਿਵੇਂ ਕ੍ਰੀਏਟ ਹੋ ਗਈਆਂ ਨੇ, ਉਹਨਾਂ ਸਮੱਸਿਆਵਾਂ ਦਾ ਹੱਲ ਕੀ ਹੈ, ਉਹਦੇ ਹੱਲ ਵਾਸਤੇ ਸੋਰਸਿਸ ਕੀ ਨੇ, ਔਰ ਸੋਰਸਿਸ ਸਾਨੂੰ ਕਿੱਥੋਂ ਮਿਲਣਗੇ, ਕਿਵੇਂ ਮਿਲਣਗੇ, ਔਰ ਕਿੰਨੇ ਸਮੇਂ ਦੇ ਅੰਦਰ ਅਸੀਂ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰ ਲਵਾਂਗੇ। ਮਨੁੱਖ ਦੇ ਅੰਦਰ ਜਦੋਂ ਗਿਆਨ ਪ੍ਰਬਲ ਹੁੰਦਾ ਹੈ ਨਾ, ਉਦੋਂ ਮਨੁੱਖ ਸੋਚਦਾ ਹੈ ਕਿ ਉਹ ਕਿਹੜੀਆਂ ਅੜਚਨਾਂ ਨੇ ਜੋ ਮੇਰੇ ਵਿਕਾਸ ਵਿੱਚ ਬਾਧਾ ਨੇ, ਮੈਂ ਖੁਸ਼ ਕਿਉਂ ਨਹੀਂ ਹੋ ਰਿਹਾ, ਕਿਹੜੇ ਕੰਮ ਨੇ ਜਿਹੜੇ ਮੇਰੀ ਜ਼ਿੰਦਗੀ ਦੇ ਅੰਦਰ ਦੁੱਖ ਦਾ ਕਾਰਨ ਨੇ, ਉਹਨਾਂ ਦੀ ਉਹ ਨਿਸ਼ਾਨਦੇਹੀ ਕਰਦਾ ਹੈ। ਕਿਹੜੇ ਉਹ ਗੁਣ ਨੇ ਜਿਨ੍ਹਾਂ ਰਾਹੀਂ ਮੇਰੀ ਜ਼ਿੰਦਗੀ ਵਿੱਚ ਖੁਸ਼ੀ ਆ ਸਕਦੀ ਹੈ, ਉਹਨਾਂ ਦੀ ਨਿਸ਼ਾਨਦੇਹੀ ਕਰਦਾ ਹੈ। ਤੇ ਦੁੱਖਾਂ ਵਾਲੇ ਕਰਮਾਂ ਨੂੰ ਡਿਲੀਟ ਕਰ ਦਿੰਦਾ ਹੈ, ਸੁੱਖਾਂ ਵਾਲੇ ਕਰਮਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਲੈਂਦਾ ਹੈ। ਉਹ ਕਿਹੜੀਆਂ ਅੜਚਨਾਂ ਨੇ ਜੋ ਮੇਰੇ ਔਰ ਤੁਹਾਡੇ ਮਿਲਵਰਤਨ ਵਿੱਚ ਆ ਰਹੀਆਂ ਨੇ, ਭੈਣ ਭਰਾਵਾਂ ਦੇ ਮਿਲਵਰਤਨ ਵਿੱਚ ਆ ਰਹੀਆਂ ਨੇ, ਨੂੰਹ ਸੱਸ ਦੇ ਮਿਲਵਰਤਨ ਵਿੱਚ ਆ ਰਹੀਆਂ ਨੇ, ਪਿਓ ਧੀ ਦੇ ਮਿਲਵਰਤਨ ਵਿੱਚ ਆ ਰਹੀਆਂ ਨੇ, ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਦੇ ਮਿਲਵਰਤਨ ਵਿੱਚ ਆ ਰਹੀਆਂ ਨੇ, ਨਿਸ਼ਾਨਦੇਹੀ ਕਰੋ ਉਹਨਾਂ ਦੀ। ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ, ਮੈਨੂੰ ਕਿਸ ਚੀਜ਼ ਦੀ ਲੋੜ ਹੈ ਕਿ ਮੇਰੇ ਭੈਣਾਂ ਭਰਾਵਾਂ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ ਬਣ ਆ ਜਾਏ। ਜਦੋਂ ਗਿਆਨ ਬਲਵਾਨ ਹੁੰਦਾ ਨਾ ਅੰਦਰ, ਉਦੋਂ ਇਹ ਸਾਰੀਆਂ ਚੀਜ਼ਾਂ ਦੇ ਰੰਗ ਤਮਾਸ਼ੇ ਬਣ ਜਾਂਦੇ ਨੇ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਉਹ ਗਿਆਨ ਸਾਨੂੰ ਪਾਵਨ ਬਾਣੀ ਚੋਂ ਮਿਲਦਾ ਹੈ। ਗੁਰੂ ਹੈ ਹੀ ਗਿਆਨ ਦਾ ਦਾਤਾ, ਗੁਰੂ ਹੈ ਹੀ ਗਿਆਨ ਦਾ ਸਾਗਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਗਿਆਨ ਦਾ ਵਿਸ਼ਾਲ ਸਾਗਰ ਹੈ, ਤੇ ਅਸੀਂ ਇਸ ਗਿਆਨ ਤੋਂ ਲਾਹਾ ਲੈਣਾ ਹੈ, ਇਸ ਗਿਆਨ ਮੁਤਾਬਕ ਜ਼ਿੰਦਗੀ ਜੀਣੀ, ਇਸ ਗਿਆਨ ਮੁਤਾਬਕ ਜ਼ਿੰਦਗੀ ਜੀ ਕੇ ਅਸੀਂ ਆਪਣੇ ਜੀਵਨ ਨੂੰ ਸੁਖੀ ਔਰ ਸੁਚੱਜਾ ਕਰਨਾ ਹੈ, ਸਮਾਜ ਨੂੰ ਸੋਹਣਾ ਬਣਾਉਣਾ ਹੈ, ਆਪਣੇ ਜੀਵਨ ਨੂੰ ਖੁਸ਼ਹਾਲ ਕਰਨਾ ਹੈ, ਪਰਿਵਾਰਾਂ ਨੂੰ ਸਵਰਗ ਬਣਾਉਣਾ ਹੈ,
ਸੰਸਾਰ ਨੂੰ ਬੇਗਮਪੁਰਾ ਬਣਾਉਣਾ ਹੈ, ਆਪਣੇ ਜੀਵਨ ਦੀਆਂ ਸਮੱਸਿਆਵਾਂ ਦਾ ਸੋਲੂਸ਼ਨ ਕਰਨਾ ਹੈ ਔਰ ਇਸ ਗਿਆਨ ਦੀ ਵਰਤੋਂ ਕਰਕੇ ਹੋਰ ਅਨੰਤ ਖੋਜਾਂ ਕਰਨੀਆਂ ਨੇ, ਹੁਣ ਤੱਕ ਹੋਈਆਂ ਨੇ, ਅੱਗੇ ਹੁੰਦੀਆਂ ਰਹਿਣਗੀਆਂ। ਹੌਲੇ ਹੌਲੇ ਇਹ ਸੰਸਾਰ ਜਿਹੜਾ ਹੈ ਸਵਰਗ ਬਣਦਾ ਜਾਏਗਾ। ਜਿਵੇਂ ਜਿਵੇਂ ਮਨੁੱਖੀ ਗਿਆਨ ਦੇ ਅੰਦਰ ਵਾਧਾ ਹੋਏਗਾ, ਮਨੁੱਖ ਇਸ ਗਿਆਨ ਦੀ ਸਹੀ ਵਰਤੋਂ ਕਰੇਗਾ, ਤਿਵੇਂ ਤਿਵੇਂ ਇਹਦਾ ਜੀਵਨ ਸੁਚੱਜਾ ਸੁਹਾਵਣਾ ਬਣਦਾ ਚਲਾ ਜਾਏਗਾ ਔਰ ਇਹ ਸੰਸਾਰ ਇੱਕ ਦਿਨ ਬੇਗਮਪੁਰਾ ਹੋ ਜਾਏਗਾ। ਤੇ ਜਦੋਂ ਬੰਦਾ ਗਿਆਨ ਦੀ ਸਹੀ ਵਰਤੋਂ ਕਰੇਗਾ ਫਿਰ ਬੰਦਾ ਸਚਿਆਰ ਹੋ ਜਾਏਗਾ, ਇਹਨੂੰ ਸਮਝ ਆਏਗੀ ਕਿ ਹੁਕਮ ਰਜ਼ਾਈ ਚੱਲਣਾ, ਇਹਨੂੰ ਇਸ ਚੀਜ਼ ਦੀ ਸਮਝ ਆਏਗੀ, ਫਿਰ ਇਹ ਰਜਾ ਭਾਣੇ ਦੇ ਅੰਦਰ ਚੱਲੇਗਾ, ਫਿਰ ਇਹ ਨੇਮਾਂ ਦੀ ਤੋੜ ਫੋੜ ਨਹੀਂ ਕਰੇਗਾ, ਫਿਰ ਰੱਬੀ ਰਜਾ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾ ਦੇਗਾ। ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਅੱਜ ਦੀ ਇਹ ਜੋ 35 ਨੰਬਰ ਪੌੜੀ ਹੈ, ਇਹਦੀ ਜੋ ਅਸੀਂ ਵਿਚਾਰ ਕੀਤੀ ਹੈ, ਇਹਦੇ ਬਾਰੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੋਏ ਤਾਂ ਉਹ ਸਵਾਲ ਕਰ ਸਕਦਾ ਹੈ ਔਰ ਜੇ ਕਿਸੇ ਨੇ ਆਪਣੇ ਵਿਊਜ਼ ਦੇਣੇ ਨੇ ਤੇ ਉਹ ਆਪਣੇ ਵਿਊਜ਼ ਵੀ ਦੇ ਸਕਦਾ ਹੈ। ਅਗਲੀ ਕਾਰਵਾਈ ਭਾਈ ਤਰਲੋਚਨ ਸਿੰਘ ਜੀ ਕਰਨਗੇ। ਹੋਈਆਂ ਭੁੱਲਾਂ ਦੀ ਖਿਮਾ, ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਹਮੇਸ਼ਾ ਦੀ ਤਰ੍ਹਾਂ ਧੰਨਵਾਦ ਜੀ ਤੁਹਾਡਾ। ਤੇ ਜਿੱਦਾਂ ਗਿਆਨੀ ਜੀ ਨੇ ਕਿਹਾ ਹੀ ਆ ਜੀ, ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਤੁਸੀਂ ਅੱਜ ਦੀ ਜਿਹੜੀ ਕਥਾ ਸੁਣੀ ਆ ਉਹਦੇ ਵਿੱਚ ਕੋਈ ਵੀ ਸਵਾਲ ਜਵਾਬ ਕਰਨਾ ਹੋਵੇ ਤਾਂ ਤੁਸੀਂ ਹੁਣੇ ਅਨਮਿਊਟ ਹੋ ਜਾਓ ਤੇ ਅਸੀਂ ਤੁਹਾਡੇ ਕੋਲ ਆ ਜਾਵਾਂਗੇ ਤੇ ਉਹਨਾਂ ਦੇ ਵਿੱਚੋਂ ਤੁਸੀਂ ਗਿਆਨੀ ਜੀ ਦੇ ਨਾਲ ਗੱਲਬਾਤ ਕਰਿਓ। ਤੇ ਬਾਕੀ ਅੱਜ ਦੀ ਜਿਹੜੀ 35ਵੀਂ ਪੌੜੀ ਸੀ ਉਹਦੇ ਵਿੱਚੋਂ ਆਪ ਜੀ ਨੇ ਸੁਣ ਹੀ ਲਿਆ, ਬਹੁਤ ਵਧੀਆ ਮਤਲਬ ਗੁਰਬਾਣੀ ਦੇ ਵਿੱਚ ਜੋ ਕੁਛ ਲਿਖਿਆ ਉਹਦੀ ਵਿਆਖਿਆ ਤਾਂ ਆਪੇ ਸੁਣ ਹੀ ਲਈ ਆ ਜੀ। ਜਿਹੜੀਆਂ ਲਿਮਿਟ ਦੇ ਵਿੱਚ ਚੀਜ਼ਾਂ ਸੀਗੀਆਂ, ਜਿੱਦਾਂ ਚਾਰੇ ਖਾਣੀਆਂ ਸੀਗੀਆਂ, ਉੱਥੇ ਮਹਾਰਾਜ ਨੇ ਦੱਸੇ ਦਿੱਤਾ ਵੀ ਚਾਰੇ ਖਾਣੀਆਂ ਨਹੀਂ, ਕਿੰਨੀਆਂ ਖਾਣੀਆਂ, ਕਿਹਤੀਆਂ ਖਾਣੀਆਂ। ਤੇ ਇੱਦਾਂ ਹੀ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ, ਜਿੱਦਾਂ ਲਿਮਿਟ ਦੇ ਵਿੱਚ ਕਿੰਨੇ ਕ੍ਰਿਸ਼ਨ ਕਿੰਨੇ ਸੀਗੇ, ਮਹੇਸ਼ ਕਿੰਨੇ ਸੀਗੇ ਜਾਂ ਕਿੱਦਾਂ, ਹੈ ਨਾ, ਵੀ ਇੱਕ ਨਹੀਂ ਹੈਗਾ ਇੱਥੇ, ਅਣਗਿਣਤ ਆ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਸੋ ਇਸ ਕਰਕੇ ਇਹ ਜਿਹੜੀ ਜਪਜੀ ਸਾਹਿਬ ਜੀ ਦੀ ਬਾਣੀ ਆ ਨਾ, ਇਹਦੇ ਵਿੱਚ ਜਿੱਦਾਂ ਆਪਾਂ ਪਿੱਛੇ ਵੀ ਸੁਣਿਆ ਆ, ਹੁਣ ਗਾਹਾਂ ਵੀ, ਤੇ ਇਹਦੇ ਵਿੱਚੋਂ ਸਿੱਖਣ ਨੂੰ ਤਾਂ ਬਹੁਤ ਕੁਛ ਮਿਲਦਾ। ਜਿਹੜੇ ਸਾਡੇ ਅੰਧ ਵਿਸ਼ਵਾਸੀਆਂ ਚੀਜ਼ਾਂ ਆ ਉਹ ਵੀ ਨਿਕਲ ਜਾਂਦੀਆਂ। ਸੋ ਧੰਨਵਾਦ ਜੀ ਗਿਆਨੀ ਜੀ ਤੁਹਾਡਾ ਬਹੁਤ ਬਹੁਤ। ਤੇ ਸਾਡੇ ਨਾਲ ਅੱਜ ਤੇਜਿੰਦਰ ਕੌਰ ਬਡਵਾਲ ਜਿਹੜੀ ਕਿ ਜਰਮਨ ਤੋਂ ਆਏ ਆ, ਤਾਂ ਹੋਰ ਵੀ ਮੈਂ ਦੇਖੇ ਸੀ ਕੁਛ ਨੇ, ਪਰ ਮੈਨੂੰ ਉਹਨਾਂ ਦਾ ਨਾਮਾਂ ਦਾ ਨਹੀਂ ਪਤਾ। ਇਸ ਕਰਕੇ ਸਾਰਿਆਂ ਦਾ ਬਹੁਤ ਬਹੁਤ ਵੈਲਕਮ ਹੈ ਜੀ। ਅੱਜ ਤੁਸੀਂ ਆਏ ਆ ਤੇ ਇਸੇ ਤਰ੍ਹਾਂ ਜੁੜੇ ਰਹੋ। ਤੇ ਕੋਈ ਅਨਮਿਊਟ ਨਹੀਂ ਜੀ ਹੋਇਆ ਸੀਗਾ ਤੇ ਉਹ ਚਲੇ ਗਏ, ਮੇਰਾ ਖਿਆਲ ਮੁੜ ਕੇ ਹੋ ਜਾਓ ਜੀ ਤੁਸੀਂ। ਹਾਂਜੀ ਕੁਲਦੀਪ ਕੌਰ ਜੀ। ਅੱਜ ਮੇਰੇ ਇੰਨੀ ਡਿਸਟਰਬੈਂਸ ਸੀਗੀ ਜੀ, ਬਹੁਤ ਹੀ ਜ਼ਿਆਦਾ, ਪਤਾ ਨਹੀਂ ਮੇਰੇ ਵੱਲ ਹੀ ਸੀ ਜਾਂ ਤੁਹਾਨੂੰ ਵੀ ਫੀਲ ਹੋਈ ਆ? ਇੱਥੇ ਡਿਸਟਰਬੈਂਸ ਕੋਈ ਨਹੀਂ ਹੋਈ ਜੀ, ਜਿੱਥੋਂ ਦਾ ਬੇਸ ਹੈ ਨਾ ਜੀ, ਇੱਥੇ ਮੇਰੇ ਕੋਲ ਕੋਈ ਡਿਸਟਰਬੈਂਸ ਨਹੀਂ ਹੋਈ। ਤੇ ਜੇ ਤੁਹਾਡੇ ਕੋਲ ਇੰਡੀਵਿਜੂਅਲੀ ਡਿਸਟਰਬੈਂਸ ਹੋਈ ਆ ਤਾਂ ਮੈਨੂੰ ਇੱਦਾਂ ਲੱਗਦਾ ਕਿ ਸ਼ਾਇਦ ਕੋਈ ਇੰਟਰਨੈਟ ਦੀ ਕਿਤੇ ਇੰਡੀਵਿਜੂਅਲ ਪ੍ਰੋਬਲਮ ਹੋ ਸਕਦੀ ਹੈ। ਕਈ ਵਾਰ ਇੱਦਾਂ ਹੁੰਦਾ ਜੀ, ਜਿੱਦਾਂ ਹੁਣ ਤੁਹਾਨੂੰ ਕਦੀ ਅੱਗੇ ਅੱਜ ਤਾਈਂ ਕੋਈ ਦਿੱਕਤ ਨਹੀਂ ਆਈ, ਪਰ ਕਿਤੇ ਕਿਤੇ ਜਦੋਂ ਆਉਂਦੀ ਆ ਨਾ ਤਾਂ ਉਹ ਇੰਡੀਵਿਜੂਅਲ ਤੌਰ ਤੇ ਕੋਈ ਡਿਸਟਰਬੈਂਸ ਹੈਗੀ ਹੈ। ਮੈਂ ਕਹਿ ਨਹੀਂ ਸਕਦਾ, ਜਿੱਦਾਂ ਭੈਣ ਜਸਵੀਰ ਕੌਰ ਇਹਨਾਂ ਦੇ ਕੱਲ ਵੀ ਹੋਈ ਸੀਗੀ, ਪਰਸੋਂ ਵੀ ਇੱਦਾਂ, ਹੈ ਨਾ, ਤੇ ਇਹ ਹੋ ਸਕਦਾ ਇੰਡੀਵਿਜੂਅਲ ਲੈਵਲ ਤੇ ਹੋਵੇ। ਹਾਂਜੀ ਚਲੋ ਕੋਈ ਨਹੀਂ ਜੀ, ਉਮੀਦ ਹੈ ਵੀ ਕੱਲ ਨੂੰ ਨਾ ਹੋਊਗੀ। ਅਸੀਂ ਹੋਪ ਕਰਦੇ ਵੀ ਕੱਲ ਨੂੰ ਨਾ ਹੋਵੇ। ਤੇ ਜੀ ਮੈਂ ਮਾੜਾ ਜਿਹਾ ਇੱਥੇ ਪਤਾ ਹਾਂਜੀ ਹਾਲੇ ਵੀ ਆ ਰਹੀ ਹੈ। ਚਲੋ ਗਿਆਨੀ ਜੀ ਮੈਂ ਥੋੜਾ ਜਿਹਾ ਪਤਾ ਕਰਨਾ, ਕਿਉਂਕਿ ਇੱਥੇ ਡਿਸਟਰਬੈਂਸ ਸੀ ਕਿ ਤੇ ਬ੍ਰਹਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ। ਇਹ ਰੂਪ ਰੰਗ ਸਾਰੇ ਬ੍ਰਹਮਾ, ਕਿੰਨੇ ਬ੍ਰਹਮਾ ਦੀ ਉਹਨਾਂ ਦੀ ਉਹੀ ਗੱਲ ਕਰਦੇ ਆ? ਨਹੀਂ, ਅਨੇਕਾਂ ਰੂਪ ਨੇ ਇੱਥੇ, ਹੋਰ ਇਸ ਤੋਂ ਇਲਾਵਾ ਅਨੇਕਾਂ ਰੰਗ ਨੇ, ਅਨੇਕਾਂ ਹੀ ਵੇਸ਼, ਕੱਲੇ ਬ੍ਰਹਮਾ ਦੇ ਨਹੀਂ, ਅਸੀਂ ਅਨੇਕਾਂ ਰੂਪ ਨੇ, ਜਿਵੇਂ ਜੀਵ ਜੰਤਾਂ ਦੇ ਵਿੱਚ ਪਸ਼ੂ ਪੰਛੀਆਂ ਦੇ ਰੂਪ। ਕਈ ਵੇਸ਼ ਦਾ ਮਤਲਬ ਕਈ ਵੇਸ਼ ਨੇ, ਕਈ ਪਹਿਨਾਵੇ ਨੇ। ਠੀਕ ਹੈ ਜੀ। ਹਾਂਜੀ ਕੁਲਦੀਪ ਕੌਰ ਜੀ, ਹੋਰ ਤਾਂ ਨਹੀਂ ਪੁੱਛਣਾ ਕੁਛ? ਠੀਕ ਹੈ, ਥੈਂਕ ਯੂ ਜੀ। ਤੇ ਤੁਸੀਂ ਜਸਵੀਰ ਕੌਰ ਜੀ ਅਨਮਿਊਟ ਹੋਏ ਸੀਗੇ, ਹੁਣ ਮੁੜ ਕੇ ਫੇਰ ਹੋ ਜਾਓ ਤੁਸੀਂ। ਜਸਵੀਰ ਕੌਰ ਜੀ ਆਵਾਜ਼ ਨਹੀਂ ਰਹੀ ਸੀ ਤਾਂ ਕਰਦੇ ਨਾ, ਮੈਂ ਮੇਰੀ ਵੀਡੀਓ ਦੀ ਜਿਹੜੀ ਆ ਉਹ ਆਫ ਕੀਤੀ, ਫੇਰ ਆਵਾਜ਼ ਠੀਕ ਹੋ ਸਕਦੀ। ਹਾਂ
ਠੀਕ ਹੈ ਜੀ। ਹੁਣ ਵੀ ਤੁਹਾਡੀ ਕੱਟ ਕੇ ਆਵਾਜ਼ ਆਉਂਦੀ ਆ, ਤੇ ਮੈਂ ਇਹਦਾ ਇਲਾਜ ਤਾਂ ਕੁਝ ਨਹੀਂ ਸਕਦਾ ਕਿਉਂਕਿ ਮੈਂ ਇੰਜੀਨੀਅਰ ਨਹੀਂ ਹੈਗਾ, ਇਸ ਕਰਕੇ ਮੈਂ ਕਹਿ ਨਹੀਂ ਸਕਦਾ ਕੁਝ ਵੀ। ਪਰ ਇਹਦਾ ਟਰਾਈ ਮਤਲਬ ਕੱਲ ਨੂੰ ਫਿਰ ਟਰਾਈ ਕਰਕੇ ਦੇਖ ਲਿਓ ਜੀ, ਤੇ ਆਪਾਂ ਇਦਾਂ ਕਹਿ ਸਕਦੇ ਹਾਂ। ਤੇ ਨਰਿੰਦਰ ਸਿੰਘ ਜੱਸਲ ਜੀ। ਅੱਛਾ, ਬਾਕੀ ਸਾਰਿਆਂ ਨੂੰ ਤਾਂ ਨਹੀਂ ਆਈ? ਮਤਲਬ ਇੱਥੇ ਮੇਰੇ ਕੋਲ ਨਾ ਪ੍ਰੋਬਲਮ ਕੋਈ ਹੋਏ, ਜੇ ਤਾਂ ਸਾਰਿਆਂ ਨੂੰ ਆਈ ਹੋਏ ਫਿਰ ਤਾਂ ਇੱਥੇ ਪ੍ਰੋਬਲਮ ਹੋ ਸਕਦੀ ਹੈ, ਤੇ ਇੱਕ ਦੋ ਨੂੰ ਆਈਏ ਫਿਰ ਤੁਹਾਡੀ ਕੋਈ ਆਪਣੀ ਪ੍ਰੋਬਲਮ ਹੋ। ਹਾਂਜੀ, ਉਸੇ ਬੇਸ ਤੇ ਮੈਂ ਗੱਲ ਕਰਦਾ ਗਿਆਨ ਜੀ ਕਿ ਤੁਹਾਡੀ ਆਵਾਜ਼ ਬਹੁਤ ਵਧੀਆ ਕਲੀਅਰ ਆਉਂਦੀ ਸੀਗੀ ਇੱਥੇ, ਮਤਲਬ ਮੇਰੇ ਕੰਪਿਊਟਰ ਦੇ ਵਿੱਚ, ਤੇ ਇਹ ਗਾਹਾਂ ਆਪਣੇ ਰਿਕਾਰਡਿੰਗ ਦੇ ਵਿੱਚ ਵੀ ਆਉਣੀ ਆ, ਤਾਂ ਕਿਸੇ ਨੂੰ ਮੈਨੂੰ ਡਿਸਟਰਬੈਂਸ ਕੋਈ ਨਹੀਂ ਹੋਈ। ਤਾਂ ਮੇਰਾ ਖਿਆਲ ਮੈਜੋਰਿਟੀ ਪੀਪਲ ਜਿਹੜੇ ਹੈਗੇ ਆ ਆਪਣੇ ਸੰਗਤ, ਓਕੇ, ਇਹਦਾ ਮਤਲਬ ਠੀਕ ਸੀ ਜੀ। ਆਪਣੇ ਨੈਟਵਰਕ 'ਚ ਕੋਈ ਪ੍ਰੋਬਲਮ ਹੋਣੀ ਹੈ, ਜਿਨ੍ਹਾਂ ਨੂੰ ਆਵਾਜ਼ ਨਹੀਂ ਨਾ ਤੁਹਾਡੇ ਆਪਣਾ ਇੰਡੀਵਿਜੂਅਲ ਨੈਟਵਰਕ ਦੇ ਸਾਡੇ ਏਰੀਆ 'ਚ ਅੱਜ ਹੋਣੀ ਆ ਗਿਆਨੀ ਜੀ। ਤੁਸੀਂ ਕੱਲ ਨੂੰ ਆਪਣੀ ਜਗ੍ਹਾ ਬਦਲ ਕੇ ਦੇਖ ਲਓ, ਥੋੜਾ ਇੱਧਰ ਉੱਧਰ ਬੈਠ ਕੇ। ਨਹੀਂ ਗਿਆਨੀ ਜੀ, ਹੁੰਦੀ ਆ। ਹਾਂਜੀ, ਤੁਹਾਡੀ ਹੁਣ ਵੀ ਡਿਸਟਰਬੈਂਸ ਆਉਂਦੀ ਹੈ ਕੁਲਦੀਪ ਕੌਰ ਜੀ, ਪਤਾ ਨਹੀਂ ਲੱਗਦਾ ਅੱਜ ਸਾਰਾ ਹਾਂਜੀ, ਹੁਣ ਵੀ ਤੁਹਾਡੀ ਆਵਾਜ਼ ਕੱਟ ਰਹੀ। ਠੀਕ ਹੈ ਜੀ। ਜੱਸਲ ਸਾਹਿਬ, ਨਰਿੰਦਰ ਸਿੰਘ ਜੀ। ਨਹੀਂ, ਇੱਥੇ ਮੇਰੇ ਕੋਲ ਠੀਕ ਹੈ ਜੀ, ਬਿਲਕੁਲ ਇੰਡੀਵਿਜੂਅਲ ਤੌਰ ਤੇ ਉੱਤੇ ਇੱਥੇ ਕੋਈ ਡਿਸਟਰਬੈਂਸ ਨਹੀਂ ਹੈਗੀ। ਠੀਕ ਹੈ ਜੀ, ਠੀਕ ਹੈ। ਤੇ ਆਪਣੇ ਨਰਿੰਦਰ ਸਿੰਘ USA ਵਾਲੇ ਕੁਝ ਕਹਿਣਾ ਚਾਹੁੰਦੇ ਸੀਗੇ, ਇੱਕ ਮਿੰਟ ਨਰਿੰਦਰ, ਆਪਣੇ ਜੱਸਲ ਸਾਹਿਬ ਹੋਲਡ ਕਰੋ ਇੱਕ ਮਿੰਟ। ਨਹੀਂ, ਮੈਂ ਵੀ ਕਹਿ ਰਿਹਾ ਸੀ ਆਵਾਜ਼ ਬਿਲਕੁਲ ਠੀਕ ਹੈਗੀ ਹੈ, ਤੇ ਗਿਆਨੀ ਜੀ ਦਾ ਥੈਂਕ ਯੂ ਕਰਨਾ ਸੀ, ਤਾਂ ਕਰਕੇ ਕਿ ਮੈਂ ਪਹਿਲਾਂ ਵੀ ਪਾਠ ਕਰਦਾ ਸੀ, ਲੇਕਿਨ ਜਿਸ ਵੇਲੇ ਪਾਠ ਕਰਦੇ ਸੀ ਤੇ ਅਸੀਂ ਕਦੀ ਇੰਡੀਆ ਪਹੁੰਚ ਜਾਂਦੇ ਸੀ, ਕਦੀ ਕਿਧਰ ਇੰਗਲੈਂਡ ਪਹੁੰਚ ਜਾਂਦੇ ਸੀ, ਲੇਕਿਨ ਜਦੋਂ ਦੀ ਕਥਾ ਸੁਣੀ ਹੁਣ ਪਾਠ ਦੇ ਵਿੱਚ ਹੀ ਰਹੀਦਾ, ਬਾਹਰ ਨਹੀਂ ਨਿਕਲੀਦਾ। ਇੰਨਾ ਮਜ਼ਾ ਆ ਗਿਆ। ਵਧੀਆ ਵਧੀਆ, ਚਲੋ ਬਹੁਤ ਵਧੀਆ ਹੋ ਗਿਆ ਜੀ, ਇਹ ਤਾਂ ਬਹੁਤ ਵਧੀਆ ਹੋ ਗਿਆ। ਥੈਂਕ ਯੂ ਤੁਹਾਡਾ ਦੱਸਣ ਦਾ ਵੀ ਸਾਰਿਆਂ ਨੂੰ, ਤੇ ਸਾਰਿਆਂ ਦਾ ਹੋਪਫੁਲੀ ਇੱਧਰ ਨੂੰ ਧਿਆਨ ਲੱਗਿਆ ਕਰੂਗਾ ਜੀ। ਇਹ ਕਲਾਸ ਦੀ ਗੱਲ ਇੰਪੋਰਟੈਂਸ ਹੈਗੀ ਆ। ਹਾਂਜੀ, ਥੈਂਕ ਯੂ ਜੀ ਨਰਿੰਦਰ ਸਿੰਘ ਜੀ। ਤੇ ਨਰਿੰਦਰ ਸਿੰਘ ਦੂਸਰੇ ਆਪਣੇ ਸਾਡੇ ਲੋਕਲ ਜੱਸਲ ਸਾਹਿਬ, ਤੁਸੀਂ ਆ ਜਾਓ। ਹਾਂਜੀ, ਮੈਂ ਤਾਂ ਸਿਰਫ ਇਹੀ ਧੰਨਵਾਦ ਹੀ ਕਰਨਾ ਸੀਗਾ ਜੀ। ਬਹੁਤ ਸਿੱਧੀ ਇਹਨਾਂ ਨੇ ਸਿੱਧੀ ਵਿਆਖਿਆ ਕੀਤੀ ਹੈਗੀ ਹੈ ਹਰੇਕ ਚੀਜ਼ ਦੀ, ਤੇ ਭਰਮਾਂ ਤੋਂ ਦੂਰ ਕੀਤਾ ਹੈਗਾ। ਮੈਂ ਸਿਰਫ ਹਾਸੇ ਵਾਲੀ ਗੱਲ ਸੀਗੀ ਜੀ, ਜਦੋਂ ਤੁਸੀਂ ਕਹਿੰਦੇ ਹੋ ਵੀ ਬੇਗਮਪੁਰਾ ਬਣ ਜਾਊਗਾ, ਇਹਦਾ ਕੀ ਮਤਲਬ ਹੈ ਜੀ? ਜਿਵੇਂ ਸਾਡੇ ਵਰਗੇ ਬਿੱਲੀਆਂ ਨੂੰ ਚੂਹਿਆਂ ਦੇ ਸੁਪਨੇ, ਕਿ ਕਿਤੇ ਬੇਗਮਾਂ ਤਾਂ ਨਹੀਂ ਹੋਣੀਆਂ ਉੱਥੇ ਸਾਰੀਆਂ? ਨਹੀਂ ਜੀ, ਬੇਗਮਾਂ ਤੇ ਤੁਸੀਂ ਮਤਲਬ ਇੱਕ ਇੱਕ ਤੋਂ ਬਹੁਤੇ ਦੁਖੀ ਨੇ। ਗਮ ਤੋਂ ਬਿਨਾਂ ਕਿਤੇ ਕੋਈ ਗਮ ਨਹੀਂ ਹੋਏਗਾ। ਅੱਛਾ, ਠੀਕ ਹੈ ਜੀ। ਬੇਗਮ, ਬੇਗਮ ਦਾ ਮਤਲਬ ਗਮ ਤੋਂ ਬਿਨਾਂ। ਠੀਕ ਹੈ। ਹਾਂਜੀ ਜੀ, ਘਰ ਵਾਲੀ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਗਮ ਆ ਨਾ, ਉਹਨਾਂ ਤੋਂ ਦੂਰ ਹੋਣਾ। ਹਾਂਜੀ, ਬਸ ਠੀਕ ਹੈ। ਥੈਂਕ ਯੂ। ਅੱਛਾ ਜੀ, ਮੇਰੇ ਖਿਆਲ ਚ ਘਰ ਜਾ ਕੇ ਰੋਟੀ ਨਹੀਂ ਖਾਣੀ ਲੱਗਦੀ। ਦੇਖੋ ਜੀ, ਇਹ ਮਸਲੇ ਤਾਂ ਰੋਜ਼ ਹੀ ਪੈਂਦੇ, ਹੁਣ ਕੀ ਕਰੀਏ ਜੀ, ਰੋਜ਼ੇ ਪੈ ਜਾਂਦੀਆਂ, ਰੋਜ਼ ਅਸੀਂ ਵੀ ਢੀਠ ਹੋਏ ਹਾਂ। ਹੁਣ ਜਿੱਦਾਂ ਦੋ ਪਈਆਂ ਕਿੱਧਰ ਗਈਆਂ ਵਾਲੀ ਗੱਲ ਹੈ ਸਾਡੀ ਤਾਂ। ਤੁਸੀਂ ਉਹ ਭੈਣ ਸਾਡੀ ਦੇ ਖਿਲਾਫ ਬੋਲ ਕੇ ਨਾ ਵਾਈਫ ਨੂੰ ਹੀ ਸਾਰਾ ਟਾਈਮ ਕਹਿੰਦੇ ਆ, ਜਿਹੜਾ ਬੰਦੇ ਦੁੱਖ ਕਰ ਦਿੰਦੇ ਜਨਾਨੀਆਂ ਨੂੰ, ਉਹਦਾ ਕੋਈ ਗੱਲ ਕਰਦਾ ਨਹੀਂ ਹੈ। ਇਹ ਹੈਗੀ ਤਾਂ ਟੂ ਵੇ ਰਾਉਂਡ ਹੈ ਜੀ ਭੈਣ ਜੀ। ਹੁਣ ਕੀ ਕਰੀਏ, ਆਪਣਾ ਦੁੱਖ ਦੱਸਦੇ, ਤੁਸੀਂ ਵੀ ਦੱਸ ਲਿਆ ਕਰੋ ਬੇਸ਼ੱਕ। ਤੁਸੀਂ ਬੰਦਿਆਂ ਬਾਰੇ ਤੁਸੀਂ ਕਹੀ ਜਾਂਦੇ ਆ। ਚਲੋ ਕੱਲ ਨੂੰ ਜਿਹੜੇ 2 ਵਜੇ ਆਵਾਂਗੇ ਨਾ, ਪਹਿਲਾਂ ਬੰਦਿਆਂ ਦੀ ਗੱਲ ਕਰ ਲਵਾਂਗੇ। ਕੱਲ ਨੂੰ ਇਹ ਟੌਪਿਕ ਰੱਖ ਲਿਓ ਜੀ। ਕੱਲ ਨੂੰ ਭੈਣ ਕੁਲਦੀਪ, ਤੁਸੀਂ ਇੰਝ ਕਰੋ ਸਾਰੀਆਂ ਬੀਬੀਆਂ, ਕੱਲ ਨੂੰ ਜਿਹੜਾ 2:15 ਤੱਕ ਤੁਹਾਨੂੰ ਆਪਣੇ ਦੁੱਖ ਦੱਸਣ ਲਈ 15 ਮਿੰਟ ਤੁਹਾਡੇ ਨੇ। ਬਸ ਠੀਕ ਹੈ ਜੀ, ਬਿਲਕੁਲ ਤੁਸੀਂ ਗੱਲ ਕਹਿਤੀ ਆ। ਇੱਕ ਮਿੰਟ ਜੀ ਠਹਿਰੋ, ਮੇਰੀ ਘਰ ਵਾਲੀ ਕੁਝ ਕਹਿਣਾ ਚਾਹੁੰਦੀ ਹੈ ਇਹ ਤੋਂ ਪਹਿਲਾਂ ਕਿ ਸਾਡੀ ਰੋਟੀ ਪਾਣੀ ਰਾਤ ਦਾ ਮੈਨੂੰ ਫਿਕਰ ਹੈ। ਹਾਂਜੀ, ਕਰੋ ਗੱਲ। ਅੱਜ ਸਾਰੇ ਟਰਬਲ ਚ ਆਪਾਂ। ਅਰੇ ਚੁੱਪ ਕਰ ਜਾ, ਪਰ ਮਿਹਰਬਾਨੀ ਕਰਕੇ। ਹਾਂਜੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ। ਵਾਹਿਗੁਰੂ ਜੀ ਕੀ ਫਤਿਹ ਭੈਣ। ਦੇਖ ਲਓ ਤੁਸੀਂ ਹੁਣ ਜੀ, ਏਦਾਂ ਇਕੱਲੀ ਇਹੀ ਗੱਲ ਨਹੀਂ, ਮੈਨੂੰ ਇਹਨਾਂ ਨੇ ਮਾਈਕ੍ਰੋਫੋਨ ਤੋਂ ਵੀ ਬਿਲਕੁਲ ਮਿਊਟ ਕੀਤਾ ਕਿ ਮੈਂ ਅਨਮਿਊਟ ਹੋ ਹੀ ਨਹੀਂ ਸਕਦੀ। ਅੱਛਾ, ਹੁਣ ਮੇਰੀ ਕੁੜੀ ਨੇ ਇੱਥੇ ਕੀਤਾ ਹੈ ਜੀ, ਤਾਂ ਮੈਂ ਗੱਲ ਕਰਨ ਲੱਗੀ। ਮੈਂ ਤਾਂ ਗੱਲ ਵੀ ਨਹੀਂ ਕਰ ਸਕਦੀ, ਏਦਾਂ ਹੀ ਕੰਟਰੋਲ ਕਰਦੀ। ਇਹ ਤਾਂ ਸਰੇਆਮ ਅਤਿਆਚਾਰ ਹੈ ਜੀ। ਦੇਖ ਲਓ, ਫਿਰ ਮੈਂ ਤਦੇ ਤੁਹਾਡੇ ਕੋਈ ਫਰਿਆਦ ਕੀਤੀ ਆ। ਹੁਣ ਦੇਖ ਲਓ ਤੁਸੀਂ ਕਿੱਦਾਂ ਕਰਨੀ ਆ। ਮੈਂ ਰੋਟੀ ਬਣਾ ਕੇ ਦੇਵਾਂ ਕਿ ਨਾ? ਦਵਿੰਦਰ, ਇਹ ਤਾਂ ਹੁਣ ਮੈਂ ਨਹੀਂ ਕਹਿ ਸਕਦਾ ਵੀ ਤੁਸੀਂ ਰੋਟੀ ਨਾ ਦਿਓ, ਕੀ ਪਤਾ ਮੇਰੀ ਆਪਣੀ ਘਰ ਵਾਲੀ ਸੁਣਦੀ ਹੋਵੇ। ਚਲੋ ਇੱਕ ਨਿੱਕਾ ਜਿਹਾ ਇੱਕ ਨਾ ਚੁਟਕਲਾ ਹੈ। ਹਾਂਜੀ, ਸੁਣ ਕੇ ਜੀ ਸਾਰੇ ਜਾਏ। ਇੱਕ ਸ਼ੇਰ ਤੇ ਇੱਕ ਨਾ ਬੈਲ, ਜਿਹੜਾ ਢੱਗਾ ਜਿਹਨੂੰ ਕਹਿੰਦੇ ਆ, ਉਹ ਸ਼ਾਮ ਨੂੰ ਬੈਠੇ ਸਨ ਤੇ ਖਾਣ ਪੀਣ ਤੇ। ਉਹ ਜਦੋਂ ਸ਼ੇਰ ਉੱਠ ਕੇ ਤੁਰਨ ਲੱਗਾ ਤੇ
ਬੈਲ ਆਂਦਾ ਬਹਿ ਜਾ ਯਾਰ ਕੋਈ ਗੱਲ ਨਹੀਂ ਘੜੀ। ਆਂਦਾ ਭਰਾਵਾ ਮੈਂ 9 ਵਜੇ ਦਾ ਟਾਈਮ ਦੇ ਕੇ ਆਂਦਾ ਫਿਰ ਕੀ ਆਂਦਾ ਭਰਾ ਤੇਰੇ ਘਰ ਤੇ ਗਾਂ ਹੈ ਤੇ ਮੇਰੇ ਘਰ ਸ਼ੇਰ ਨਹੀਂ ਹੈ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ ਤੁਹਾਡਾ। ਸੁਣਦੀ ਹੋਏ ਹੁਣ ਥੈਂਕ ਯੂ ਜੀ। ਮੈਂ ਆਪਣੇ ਡਿਫੈਂਸ ਦੇ ਵਿੱਚ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਜੀ ਵੀ ਮੇਰਾ ਸਿਰਫ ਆਹ 1 ਘੰਟੇ ਦੇ ਜੇ ਕੰਪਿਊਟਰ ਤੇ ਜ਼ੋਰ ਹੁੰਦਾ ਮੈਂ ਉੱਥੇ ਉਂਗਲੀ ਮਾਰ ਕੇ ਆਵਾਜ਼ ਬੰਦ ਕਰ ਸਕਦਾ, ਘਰ ਉਹਦੇ ਬਾਅਦ ਚ ਮੇਰਾ ਕੋਈ ਜ਼ੋਰ ਨਹੀਂ। ਹਾਂ ਦਵਿੰਦਰ ਭੈਣ ਜੀ ਤੂੰ ਚਲੋ ਮਜ਼ਾਕ ਹੋ ਗਿਆ, ਤੇ ਤੁਸੀਂ ਕੀ ਕਹਿਣਾ ਸੀ ਆਪਣਾ ਵਿਊਜ਼ ਦੇ ਸਕਦੇ ਹੋ। ਨਹੀਂ ਜੀ ਬਸ ਥੈਂਕ ਯੂ। ਮੈਂ ਉਹੀ ਕਹਿਣਾ ਕਥਾ ਦਾ ਨਾ ਮਤਲਬ ਜਿਹਨੂੰ ਕਹਿੰਦੇ ਹੁੰਦੇ ਕਪਾਟ ਖੋਲਦੀ ਆ ਜੀ, ਬਿਲਕੁਲ। ਤੇ ਬਹੁਤ ਹੁਣ ਜਿੱਦਾਂ ਅਮਰੀਕਾ ਵਾਲਿਆਂ ਨੇ ਕਿਹਾ ਇਸੇ ਤਰ੍ਹਾਂ ਜਦੋਂ ਹੁਣ ਤੁਸੀਂ ਪਾਠ ਕਰਦੇ ਆ ਨਾ ਤੇ ਤੁਹਾਡੇ ਜਿਹੜੇ ਦੱਸੇ ਹੋਏ ਅਰਥ ਆ ਉਹ ਦਿਮਾਗ ਦੇ ਵਿੱਚ ਆਉਂਦੇ ਆ, ਕਿਉਂਕਿ ਕਿਸੇ ਵੇਲੇ ਅਜੇ ਵੀ ਜਿਹੜਾ ਮਾਈਂਡ ਆ ਨਾ ਇਹ ਵੰਡਰ ਕਰਦਾ ਕਿ ਜਿਹੜਾ ਰੱਬ ਆ ਇਹ ਮਤਲਬ ਐਡੀ ਸੋਹਣੀ ਦੁਨੀਆ ਨੇ ਸਾਜੀ ਆ ਜੇ ਇਹਨੇ ਖੰਡ ਬ੍ਰਹਿਮੰਡ ਤੇ ਮਤਲਬ ਉਹ ਕਿੱਥੇ ਆ। ਫਿਰ ਮਤਲਬ ਗੱਲ ਉੱਥੇ ਚਲ ਜਾਂਦੀ ਆ ਕਿ ਜਿਹੜਾ ਮਨ ਆ ਨਾ ਉਸੇ ਵੇਲੇ ਕਹਿੰਦਾ ਕਿ ਜਿਹੜੀ ਮੂਲ ਮੰਤਰ ਹੈਗੀ ਆ ਉਹਦੇ ਵਿੱਚ ਚਲੇ ਜਾ। ਹਾਂਜੀ ਰੱਬ ਆ। ਹਾਂਜੀ ਸੋ ਤੁਸੀਂ ਬਹੁਤ ਸੋਹਣੀ ਇਹ ਜਿਹੜੀ ਸਾਨੂੰ ਗੱਲ ਸਮਝਾਈ ਆ, ਇਹਦੇ ਨਾਲ ਬਹੁਤ ਸ਼ੰਕੇ ਜਿਹੜੇ ਆ ਜੀ ਨਿਵਰਤ ਹੁੰਦੇ ਆ ਤੇ ਤੁਸੀਂ ਕੋਈ ਕਸਰ ਨਹੀਂ ਛੱਡੀ। ਤੁਹਾਡਾ ਬਹੁਤ ਥੈਂਕ ਯੂ। ਧੰਨਵਾਦ। ਬਸ ਇਹ ਚੀਜ਼ ਸਮਝ ਲਓ ਕਿ ਜਿਹੜੇ ਗੁਣ ਨੇ ਨਾ ਗੁਣ, ਹਾਂਜੀ ਉਹ ਗੁਣ ਹੀ ਰੱਬ ਹੈ। ਬਿਲਕੁਲ ਗੁਣਾਂ ਨੂੰ ਪਾ ਲੈਣਾ ਹੀ ਰੱਬ ਨੂੰ ਪਾ ਲੈਣਾ ਤੇ ਆਪਣੀ ਸੁਰਤ ਨੂੰ ਗੁਣਾਂ ਦੇ ਵਿੱਚ ਮਿਲਾ ਦੇਣਾ ਹੀ ਰੱਬ ਵਿੱਚ ਮਿਲਦਾ। ਬਸ ਇਹ ਗੱਲ ਜੇ ਸਮਝ ਵਿੱਚ ਆ ਜਾਏ ਤੇ ਸਾਡਾ ਬੇੜਾ ਪਾਰ। ਪਰਸੋਂ ਕੱਲ ਮੈਂ ਨਹੀਂ ਸੁਣ ਸਕੀ ਕਿਉਂਕਿ ਕੱਲ ਮੇਰੀ ਅਪਾਇੰਟਮੈਂਟ ਸੀਗੀ ਤੇ ਪਰ ਮੈਂ ਅੱਜ ਸੁਣਨੀ ਤੁਹਾਡੀ ਉਹ ਕਥਾ ਪੂਰੇ ਘੰਟੇ ਦੀ। ਸਵੇਰ ਦਾ ਮੇਰਾ ਟਾਈਮ ਨਹੀਂ ਲੱਗਿਆ ਤੇ ਪਰਸੋਂ ਸੀ ਇੱਕ ਜਿਹੜਾ ਅੰਤ ਨਸਿਫਤੀ ਜਿਹਦੇ ਵਿੱਚ ਆਪਾਂ ਨਹੀਂ ਜ਼ੋਰ ਵਾਲੀ ਜਿਹੜੀ ਆਪਣੀ ਪੌੜੀ ਆ। ਹਾਂਜੀ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਹਾਂਜੀ ਉਹਦੇ ਵਿੱਚ ਜਦੋਂ ਤੁਸੀਂ ਕਿਹਾ ਸੀਗਾ ਨਾ ਕਿ ਜਿਹੜੇ ਬੰਦੇ ਸੁਈਸਾਈਡ ਕਰਦੇ ਉਹ ਤਾਂ ਕਹਿ ਸਕਦੇ ਕਿ ਅਸੀਂ ਮਰ ਤਾਂ ਸਕਦੇ ਹੀ ਆ ਨਾ। ਹਾਂਜੀ ਉਸ ਵੇਲੇ ਉਹ ਬੜਾ ਦਿਮਾਗ ਵਿੱਚ ਮੇਰੇ ਕਿੰਨਾ ਚਿਰ ਘੁੰਮਿਆ ਕਿ ਇਹ ਗੱਲ ਜਿਹੜੀ ਤੁਸੀਂ ਕਹੀ ਆ ਇਹ ਸਹੀ ਆ ਵੀ ਜੇ ਕੋਈ ਬੰਦਾ ਸੁਈਸਾਈਡ ਕਰਨਾ ਚਾਹੁੰਦਾ ਆ ਤੇ ਉਹ ਸੁਈਸਾਈਡ ਤਾਂ ਕਰ ਹੀ ਸਕਦਾ ਆ। ਪਰ ਫਿਰ ਮਤਲਬ ਦਿਮਾਗ ਵਿੱਚ ਅੱਧੇ ਘੰਟੇ ਬਾਅਦ ਫਿਰ ਇਹ ਗੱਲ ਸਮਝ ਆਈ ਕਿ ਜੇ ਉਹਨੇ ਸੁਈਸਾਈਡ ਵੀ ਕਰਨੀ ਆ ਤੇ ਉਹਦੇ ਅੰਦਰ ਇਦਾਂ ਨੇ ਉਹਨੂੰ ਹਾਲਾਤ ਪੈਦਾ ਕਰਨੇ ਪੈਣੇ ਆ ਨਾ ਜੀ ਆਪਣੇ ਆਪ ਦੇ ਵਿੱਚ। ਨਾਲੇ ਹਾਲਾਤ ਵੀ ਨਾਲੇ ਪੈਨ ਸੁਸਾਈਡ ਮੰਨ ਲਓ ਮੈਂ ਸੁਸਾਈਡ ਕਰਦਾ ਵਾਂ ਹਾਂਜੀ ਤਾਂ ਮੇਰੀ ਮੌਤ ਸਿਸਟਮ ਤੋਂ ਬਿਨਾਂ ਨਹੀਂ ਹੋ ਸਕਦੀ। ਮੈਂ ਫਾਹੀ ਲਵਾਂਗਾ, ਹਾਂਜੀ ਮੇਰੇ ਗਲ ਵਿੱਚ ਰੱਸਾ ਪਏਗਾ, ਮੇਰੇ ਸਵਾਸ ਬੰਦ ਹੋਣਗੇ ਤਾਂ ਹੀ ਮਰਾਂਗਾ ਨਾ। ਸੁਸਾਈਡ ਵੀ ਸਿਸਟਮ ਤੋਂ ਬਾਹਰ ਨਹੀਂ ਹੋ ਸਕਦਾ। ਹਾਂਜੀ ਜੇ ਰਸਤੇ ਦੀ ਗੰਢੇ ਨਾ ਠੀਕ ਹੋਈ ਹਾਂਜੀ ਹਾਂਜੀ ਤੇ ਵੀ ਬਚ ਜਾਣਾ। ਹਾਂਜੀ ਮਤਲਬ ਬਹੁਤ ਮਤਲਬ ਕਈ ਕੁਐਸਚਨ ਇਦਾਂ ਦੇ ਮਤਲਬ ਉੱਠਦੇ ਆ ਪਰ ਫਿਰ ਥੋੜੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਤੁਸੀਂ ਉਹਨੂੰ ਗੁਰਬਾਣੀ ਨੂੰ ਉਹਦੇ ਤੇ ਅਪਲਾਈ ਕਰਦੇ ਆ। ਤੇ ਮਹਾਰਾਜ ਨੇ ਕਿਉਂਕਿ ਜਿਹੜਾ ਆਪਾਂ ਇਹ ਕਹਿੰਦੇ ਆ ਨਾ ਕਿ ਰੱਬ ਕਿਤੇ ਹੋਦਰ ਬੈਠਾ ਆ, ਮਹਾਰਾਜ ਨੇ ਤਾਂ ਸਭ ਤੋਂ ਪਹਿਲਾਂ ਇੱਕ ਜਿਹੜੀ ਬਾਣੀ ਆ ਉਹ ਤਾਂ ਹੈਗੀ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਪਹਿਲੀ ਬਾਣੀ ਜਿਹੜੀ ਆ ਉਹ ਮਤਲਬ ਜਪਜੀ ਸਾਹਿਬ ਤੋਂ ਸਟਾਰਟ ਹੋਇਆ ਜਿਹਦੇ ਵਿੱਚ ਕਿ ਇਹ ਮੂਲ ਮੰਤਰ ਆ। ਜੇ ਅਸੀਂ ਉਹਨੂੰ ਡਿਨਾਈ ਕਰਾਂਗੇ ਦੈਟ ਮੀਨਸ ਵੀ ਆਰ ਡਿਨਾਈਂਗ ਗੁਰੂ ਨਾਨਕ ਦੇਵ ਜੀ। ਹਾਂਜੀ ਬਿਲਕੁਲ ਹਨਾ ਕਿਉਂਕਿ ਜਿਹੜੀ ਉਹਨਾਂ ਦੀ ਸਟੇਟਮੈਂਟ ਦਿੱਤੀ ਆ ਉਹਨਾਂ ਦੀ ਡੈਫੀਨੇਸ਼ਨ ਸਾਨੂੰ ਦਿੱਤੀ ਆ ਕਿ ਰੱਬ ਕੌਣ ਆ, ਰੱਬ ਗੁਣ ਆ, ਉਹਦੇ ਗੁਣ ਆ ਇਹਦਾ ਮਤਲਬ ਆ ਕਿ ਸਭ ਤੋਂ ਪਹਿਲਾਂ ਤੇ ਗੁਰੂ ਨਾਨਕ ਦੇਵ ਜੀ ਗਲਤ ਆ ਕਿ ਜਿਹੜੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਪਹਿਲੀ ਬਾਣੀ ਆਪਣੀ ਜਪਜੀ ਸਾਹਿਬ ਦਿੱਤੀ ਆ, ਹੋਰ ਨਹੀਂ ਦਿੱਤੀ ਜੀ। ਸੋ ਇਸ ਕਰਕੇ ਨਾ ਹੁਣ ਜਿੱਦਾਂ ਬਹੁਤ ਮੈਂ ਸੱਚੀ ਭਾਈ ਮੋਹਰ ਸਿੰਘ ਜੀ ਤੁਹਾਨੂੰ ਦੱਸ ਨਹੀਂ ਸਕਦੇ ਤੁਸੀਂ ਜਿੱਦਾਂ ਸਮਝਾਇਆ ਹੈ ਨਾ ਮਤਲਬ ਬਹੁਤ ਚੰਗੀ ਤਰ੍ਹਾਂ ਸਮਝ ਆ ਰਿਹਾ ਸਭ ਕੁਝ। ਕੋਈ ਨਾ ਭੈਣ ਤੁਹਾਡੀਆਂ ਭਾਵਨਾਵਾਂ ਤੁਹਾਡੇ ਸ਼ਬਦਾਂ ਦੇ ਵਿੱਚੋਂ ਝਲਕ ਰਹੀਆਂ ਨੇ, ਸਮਝ ਸਕਦੇ ਹਾਂ ਤੁਹਾਡੀਆਂ ਭਾਵਨਾਵਾਂ ਨੂੰ। ਵਾਹਿਗੁਰੂ ਇਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਮਤ-ਬੁੱਧ ਬਖਸ਼ਿਸ਼ ਕਰੇ। ਤੁਹਾਨੂੰ ਵੀ ਇਦਾਂ ਹੀ ਧੰਨਵਾਦ। ਥੈਂਕ ਯੂ ਜੀ। ਥੈਂਕ ਯੂ ਤੇ ਸਾਡੇ ਨਾਲ 1 ਮਿੰਟ ਜੀ ਮੈਂ ਆਉਣਾ ਤੁਹਾਡੇ ਸਾਰਿਆਂ ਕੋਲ ਆਉਣਾ। ਸਾਡੇ ਨਾਲ 4-5 ਸੰਗਤਾਂ ਦੇ ਵਿੱਚੋਂ ਅਨਮਿਊਟ ਹੈਗੇ ਆ ਜੀ, ਮੈਂ ਉਹਨਾਂ ਦੇ ਕੋਲ ਆਉਣਾ। ਤੇ ਆਪਣੇ ਨਰਿੰਦਰ ਸਿੰਘ ਜੱਸਲ ਤੁਸੀਂ ਹੋਰ ਕੋਈ ਗੱਲ ਕਰਨੀ ਤਾਂ ਕਰ ਲਿਓ 1 ਮਿੰਟ ਦੇ ਵਿੱਚ। ਫਿਰ ਅਰਵਿੰਦਰ ਸਿੰਘ ਜੀ, ਫਿਰ ਅਵਤਾਰ ਸਿੰਘ ਜੀ ਤੇ ਸਵਿੰਦਰ ਕੌਰ, ਮੈਂ ਸਾਰਿਆਂ ਕੋਲ ਆਉਣਾ ਜੀ। ਹਾਂਜੀ ਸਭ ਤੋਂ ਪਹਿਲਾਂ ਆਪਣੇ ਨਰਿੰਦਰ ਸਿੰਘ ਜੱਸਲ ਤੁਸੀਂ ਕੁਝ ਕਰਨੀ ਸੀ? ਨਹੀਂ ਬਸ ਜੀ ਮੈਂ ਤਾਂ ਠੀਕ ਹੈ ਤੁਸੀਂ ਅਨਮਿਊਟ ਸੀਗੇ। ਹਾਂਜੀ ਚਲੋ ਕੋਈ ਗੱਲ ਨਹੀਂ ਜੀ। ਅਰਵਿੰਦਰ ਸਿੰਘ ਨੈਂਦਰਾ ਜੀ। ਹਾਂਜੀ ਮੈਂ ਸਿਰਫ ਇਹੋ ਕਹਿਣਾ ਸੀ ਜਿਹੜਾ ਭੈਣ ਜੀ ਉਹਨਾਂ ਨੇ ਹੁਣੇ ਗੱਲ ਕੀਤੀ ਹੈ ਰੱਬ ਦੀ। ਹਾਂਜੀ ਗਿਆਨੀ ਜੀ ਤੁਸੀਂ ਇੱਕ ਦੱਸਿਆ ਸੀ ਕੁਝ ਦੇਰ ਪਹਿਲੋਂ, ਬੇਸ਼ੱਕ ਤੁਸੀਂ ਅੱਜ ਦੱਸ ਦਿਓ ਉਹ ਚੀਜ਼
ਕਿ ਤੁਸੀਂ ਇੱਕ ਥੋੜੀ ਜਿਹੀ ਸਟੋਰੀ ਨਹੀਂ ਦੱਸਿਆ ਸੀ ਕਿ ਜਿੱਦਾਂ ਕੋਈ ਬਿਲਡਰ ਹੈਗਾ, ਉਹਨੂੰ ਕੋਈ ਬਿਲਡਿੰਗ ਬਣਾਉਣੀ ਹੁੰਦੀ ਆ ਤੇ ਉਹ ਜਦੋਂ ਆਰਡਰ ਕਰਦਾ ਸਮਾਨ ਤੇ ਤੁਸੀਂ ਪਰਮਾਤਮਾ ਦੇ ਨਾਲ ਜੋੜੀ ਸੀ, ਬਹੁਤ ਸੋਹਣੀ ਸੀਗੀ ਵੀਡੀਓ। ਹਾਂਜੀ, ਤੁਸੀਂ ਇੱਕ ਦਫਾ ਸੁਣਾਈ ਸੀ ਥੋੜੀ ਜਿਹੀ। ਹਾਂ ਉਹ ਸੀ ਕਿ ਜਿੱਦਾਂ ਕੋਈ ਬਿਲਡਰ ਹੈਗਾ, ਕੋਈ ਬਿਲਡਿੰਗ ਕਿਸੇ ਨੇ ਬਣਾਉਣੀ ਆ, ਉਹਨੂੰ ਆਰਡਰ ਮਿਲਦਾ, ਉਹ ਜਾ ਕੇ ਸਮਾਨ ਲੈਂਦਾ ਤੇ ਫਿਰ ਹਾਂਜੀ ਇਹ ਤੁਸੀਂ ਦੱਸੀ ਸੀ, ਪਤਾ ਨਹੀਂ ਤੁਹਾਨੂੰ ਯਾਦ ਕਿ ਨਹੀਂ ਹੁਣ ਵੈਸੇ ਲਾਈਨ ਤਾਂ ਨਹੀਂ ਲੱਗੀ ਹੋਈ। ਨਹੀਂ, ਮੈਨੂੰ ਪਤਾ ਨਹੀਂ ਵੀ ਉਹ ਸਟੋਰੀ ਕਿਸ ਤਰ੍ਹਾਂ ਸੀ, ਜਾਂ ਤਾਂ ਉਹਦੇ ਵਿੱਚ ਸਵਾਲ ਤੁਹਾਡਾ ਕੀ, ਉਹ ਫਿਰ ਮੈਂ ਤੁਹਾਨੂੰ ਦੱਸ ਦਿੰਦਾ। ਨਹੀਂ ਸਵਾਲ ਨਹੀਂ, ਮੈਂ ਕਿਹਾ ਜੀ ਤੁਸੀਂ ਸਾਰਿਆਂ ਨੂੰ ਦੱਸਣਾ ਕਿ ਰੱਬ ਕੀ ਹੈ, ਤੇ ਤੁਸੀਂ ਦੱਸਿਆ ਸੀ ਕਿ ਅੱਛਾ ਉਹ ਇਸ ਤਰ੍ਹਾਂ ਸੀ ਮੇਰੇ ਖਿਆਲ ਦੇ ਵਿੱਚ, ਜੇਕਰ ਮੈਂ ਗਲਤ ਨਹੀਂ ਤਾਂ ਉਹ ਇਸ ਤਰ੍ਹਾਂ ਸੀ ਵੀ ਜਿਵੇਂ ਇੱਕ ਬੰਦਾ ਬਿਲਡਿੰਗ ਬਣਾਉਂਦਾ ਹੈ, ਮਿਸਤਰੀ, ਤੇ ਜੇ ਅਸੀਂ ਕਹੀਏ ਵੀ ਮਿਸਤਰੀ ਨੇ ਬਿਲਡਿੰਗ ਬਣਾਈ ਤਾਂ ਉਹ ਤਿੰਨ ਚੀਜ਼ਾਂ ਹੋਣਗੀਆਂ। ਇੱਕ ਤਾਂ ਮਿਸਤਰੀ ਹੈਗਾ, ਦੂਜੀ ਉਹ ਚੀਜ਼ ਹੈਗੀ ਜਿਹੜੀ ਬਣਾਈ ਗਈ ਹੈ, ਤੇ ਤੀਜੀ ਉਹ ਚੀਜ਼ ਹੈਗੀ ਜਿਹਦੇ ਨਾਲ ਬਣਾਈ ਗਈ ਹੈ। ਮਤਲਬ ਇੱਟਾਂ, ਗਾਰਾ, ਸਰੀਆ, ਸੀਮੈਂਟ ਉਹ ਹੈ ਸੀ, ਉਹਨੇ ਇਕੱਠੇ ਕਰਕੇ ਚਿਣ ਕੇ ਬਿਲਡਿੰਗ ਬਣਾ ਦਿੱਤੀ ਤੇ ਉਹ ਵੱਖਰਾ ਹੋ ਗਿਆ। ਤੇ ਜੇ ਅਸੀਂ ਕਹੀਏ ਵੀ ਰੱਬ ਨੇ ਸੰਸਾਰ ਬਣਾਇਆ ਤਾਂ ਉੱਥੇ ਇਹ ਫਿਰ ਸਾਨੂੰ ਸੋਚਣਾ ਪਵੇਗਾ ਕਿ ਰੱਬ ਇੱਕ ਤੇ ਬਣਾਉਣ ਵਾਲਾ ਹੈਗਾ, ਦੂਜਾ ਮੈਟੀਰੀਅਲ ਹੈਗਾ ਜਿਹਦੇ ਨਾਲ ਰੱਬ ਨੇ ਬਣਾਇਆ, ਤੇ ਤੀਜਾ ਸੰਸਾਰ ਹੋ ਗਿਆ ਜਿਹੜਾ ਬਣਿਆ। ਤਾਂ ਮਟੀਰੀਅਲ ਹੈ ਸੀ, ਉਹਨੇ ਮਿੱਟੀ ਇਕੱਠੀ ਕਰਕੇ ਧਰਤੀ ਬਣਾਤੀ, ਪਾਣੀ ਇਕੱਠਾ ਕਰਕੇ ਪਾਣੀ ਸਮੁੰਦਰ ਬਣਾਤਾ, ਪਰ ਐਵੇਂ ਦਾ ਕੁਛ ਨਹੀਂ, ਮੈਟੀਰੀਅਲ ਤਾਂ ਹੈ ਹੀ ਨਹੀਂ ਸੀ। ਤਾਂ ਰੱਬ ਨੇ ਸੰਸਾਰ ਬਣਾਇਆ ਨਹੀਂ, ਰੱਬ ਆਪ ਹੀ ਸੰਸਾਰ ਬਣ ਗਿਆ। ਜਿਵੇਂ ਬਾਣੀ ਵਿੱਚ ਇੱਕ ਆਉਂਦਾ, ਅਵਿਗਤ ਤੋਂ ਨਿਰਮਾਇਲ ਉਪਜੈ, ਨਿਰਗੁਣ ਤੇ ਸਰਗੁਣ ਥੀਆ। ਉਹ ਨਿਰਗੁਣ ਤੋਂ ਸਰਗੁਣ ਹੋ ਗਿਆ, ਨਿਰਾਕਾਰ ਤੋਂ ਸਾਕਾਰ ਹੋ ਗਿਆ। ਇੱਕ ਬੀਜ ਨੇ ਰੁੱਖ ਬਣਾਇਆ ਨਹੀਂ, ਬੀਜ ਆਪ ਹੀ ਰੁੱਖ ਬਣ ਗਿਆ। ਤਾਂ ਐਵੇਂ ਰੱਬ ਜਿਹੜਾ ਹੈ ਨਾ, ਉਹ ਇਸ ਸੰਸਾਰ ਦੇ ਵਿੱਚ ਹੀ ਵਿਆਪਕ ਹੈ। ਔਰ ਰੱਬ ਅਸੀਂ ਕਿਹਨੂੰ ਕਹਿੰਦੇ ਆ? ਇੱਕ ਓੰਕਾਰ। ਕਿਸੇ ਨੇ ਰੱਬ ਕਿਹਾ ਹੈ, ਕਿਸੇ ਨੇ ਅੱਲਾ ਕਿਹਾ, ਰਾਮ ਕਿਹਾ, ਰਹੀਮ ਕਿਹਾ, ਗੋਬਿੰਦ ਕਿਹਾ, ਕਈ ਕੁਛ, ਪਰ ਗੁਰੂ ਜੀ ਉਹਨੂੰ ਕਹਿ ਰਹੇ ਨੇ ਇੱਕ ਓੰਕਾਰ। ਇੱਕ ਓੰਕਾਰ ਦਾ ਮਤਲਬ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਸੰਸਾਰ ਦੀ ਉਤਪਤੀ, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ, ਉਹ ਇੱਕ ਹੈ। ਔਰ ਜੇ ਇਹਨੂੰ ਅਸੀਂ ਥੋੜੀ ਜਿਹੀ ਇਸ ਤਰ੍ਹਾਂ ਵਿਚਾਰਨ ਦਾ ਯਤਨ ਕਰੀਏ ਕਿ ਜੇ ਤੁਸੀਂ ਇੱਕ ਪੱਥਰ ਨੂੰ ਤੋੜਦੇ ਹੋ, ਛੋਟਾ ਟੁਕੜਾ, ਅਣੂ ਤੋਂ ਅੱਗੋਂ ਪਰਮਾਣੂ, ਅੱਗੇ ਇਲੈਕਟ੍ਰੋਨ, ਪ੍ਰੋਟੋਨ, ਨਿਊਟਰੋਨ, ਤੇ ਉਹ ਜਦੋਂ ਇਲੈਕਟ੍ਰੋਨ ਤੇ ਜਾਓਗੇ ਤੇ ਉਹ ਸਾਰਿਆਂ ਦੇ ਵਿੱਚ ਇੱਕ ਹੀ ਹੈ, ਮਤਲਬ ਇੱਕੋ ਹੀ ਸਿਸਟਮ। ਤੇ ਉਹ ਜਿਹੜੀ ਪਰਮ ਸੱਤਿਆ ਸ਼ਕਤੀ ਅਸੀਂ ਕਹੀਏ, ਪਾਵਰ ਕਹੀਏ, ਉਹ ਸਭ ਥਾਵਾਂ ਦੇ ਉੱਤੇ ਸਮਾਈ ਹੋਈ ਹੈ। ਕਿਸੇ ਥਾਂ ਤੇ ਜਾ ਕੇ એનર્ਜੀ ਹੀ ਮੈਟੀਰੀਅਲ ਵਿੱਚ ਕਨਵਰਟ ਹੋ ਜਾਂਦੀ, ਔਰ ਮੈਟੀਰੀਅਲ ਹੀ એનર્ਜੀ ਦੇ ਵਿੱਚ ਕਨਵਰਟ। ਤਾਂ ਸੰਸਾਰ ਔਰ ਨਿਰੰਕਾਰ ਦੋ ਨਹੀਂ, ਇੱਕ ਹੀ ਹੈ। ਨਿਰਗੁਣ ਆਪ, ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੇ ਹੋ। ਇਹਨੂੰ ਅਸੀਂ ਐਵੇਂ ਸਮਝ ਸਕਦੇ ਹਾਂ, ਜਿਵੇਂ ਮੈਂ ਤੁਹਾਡੇ ਸਾਹਮਣੇ ਬੈਠਾ ਵਾਂ ਤਾਂ ਮੇਰਾ ਨਾਮ ਹੈਗਾ ਮੋਹਰ ਸਿੰਘ, ਤੇ ਜੇ ਤੁਹਾਡੇ ਤੋਂ ਪੁੱਛੇ ਵੀ ਇਹ ਕੀ ਹੈ ਤਾਂ ਤੁਸੀਂ ਕਹੋਗੇ ਮੋਹਰ ਇਹ ਗਰਦਨ ਹੈ, ਇਹਦਾ ਮਤਲਬ ਮੋਹਰ ਸਿੰਘ ਨਹੀਂ ਹੈ ਨਾ। ਇਹ ਕੀ ਨੇ? ਇਹ ਮੋਹਰ ਸਿੰਘ ਦੀਆਂ ਬਾਹਾਂ ਨੇ, ਮੋਹਰ ਸਿੰਘ ਨਹੀਂ ਹੈ। ਇਹ ਧੜ ਹੈ, ਮੋਹਰ ਸਿੰਘ ਨਹੀਂ ਹੈ। ਥੱਲੇ ਲੱਤਾਂ ਨੇ, ਮੋਹਰ ਸਿੰਘ ਨਹੀਂ ਹੈ। ਮੋਹਰ ਸਿੰਘ ਕਿੱਥੇ ਗਿਆ ਫਿਰ? ਜੇ ਇਹ ਵੀ ਮੋਹਰ ਸਿੰਘ ਨਹੀਂ, ਇਹ ਵੀ ਮੋਹਰ ਸਿੰਘ ਨਹੀਂ, ਧੜ ਵੀ ਮੋਹਰ ਸਿੰਘ ਨਹੀਂ, ਲੱਤਾਂ ਵੀ ਮੋਹਰ ਸਿੰਘ ਨਹੀਂ, ਤਾਂ ਫਿਰ ਮੋਹਰ ਸਿੰਘ ਕਿੱਥੇ? ਹੁਣ ਸਾਰੇ ਨੂੰ ਮਿਲਾ ਕੇ ਵੇਖੋਗੇ ਤੇ ਮੋਹਰ ਸਿੰਘ ਹੈਗਾ। ਇਕੱਲੇ ਨੂੰ ਵੇਖੋਗੇ ਉਂਗਲੀ ਹੈ, ਅੰਗੂਠਾ ਹੈ, ਚੀਚੀ ਹੈ, ਦਾੜੀ ਹੈ, ਅੱਖਾਂ ਨੇ, ਪ੍ਰਵੱਟੇ ਨੇ। ਐਵੇਂ ਪੂਰੇ ਯੂਨੀਵਰਸ ਨੂੰ ਮਿਲਾ ਕੇ ਵੇਖੋਗੇ ਤੇ ਰੱਬ ਹੈ। ਇਕੱਲੇ ਨੂੰ ਵੇਖੋਗੇ ਤੇ ਕੋਈ ਧਰਤੀ ਹੈ, ਕੋਈ ਚੰਦਰਮਾ ਹੈ, ਕੋਈ ਸੂਰਜ ਹੈ, ਕੋਈ ਬੰਦਾ ਹੈ। ਤੁਹਾਡੇ ਘਰ ਜਾਈਏ, ਤੁਸੀਂ ਕਹੋਗੇ ਵੀ ਗਿਆਨ ਜੀ ਸਾਡਾ ਘਰ ਹੈ, ਸਾਰੇ ਨੂੰ ਵੇਖਾਂਗੇ ਤੇ ਘਰ ਹੈ, ਪਰ ਕੱਲਾ ਕੱਲਾ ਤੁਸੀਂ ਦਿਖਾਓਗੇ ਵੀ ਇਹ ਕੀ ਹੈ। ਮੈਂ ਪੁੱਛਾਂ ਜੀ ਇਹ ਕੀ? ਤੁਸੀਂ ਕਹੋ ਜੀ ਰਸੋਈ। ਰਸੋਈ ਘਰ ਤੇ ਨਹੀਂ ਨਾ, ਬੈਡਰੂਮ ਵੀ ਘਰ ਨਹੀਂ, ਤੇ ਫਿਰ ਘਰ ਕਿੱਥੇ ਗਿਆ? ਸਾਰੇ ਨੂੰ ਮਿਲਾ ਕੇ ਦੇਖੋਗੇ ਘਰ ਹੈ। ਇਕੱਲੇ ਨੂੰ ਦੇਖੋਗੇ ਜੀ ਬਾਥਰੂਮ ਹੈ, ਰਸੋਈ ਹੈ, ਇਹ ਸਾਡਾ ਲਾਨ ਹੈਗਾ। ਐਵੇਂ ਪੂਰੇ ਯੂਨੀਵਰਸ ਨੂੰ ਮਿਲਾ ਕੇ ਦੇਖੋਗੇ ਤੇ ਰੱਬ ਹੈ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਇਕੱਲੇ ਨੂੰ ਵੇਖੋਗੇ, ਕੱਲੀ ਚੀਜ਼ ਨੂੰ, ਫਿਰ ਧਰਤੀ ਦਿਸੇਗੀ ਤਾਂ ਕੁਛ ਦਿਸੇਗਾ। ਜੇ ਸੁਨਿਆਰੇ ਦੀ ਦੁਕਾਨ ਵਿੱਚ ਜਾਓਗੇ, ਸੋਨਾ ਪਿਆ ਹੈ,
ਹੈ ਸੋਨਾ, ਪਰ ਇਕੱਲੇ ਇਕੱਲੇ ਨੂੰ ਦੇਖੋਗੇ ਇਹ ਛਾਪ ਹੈ, ਇਹ ਛੱਲਾ ਹੈ, ਇਹ ਚੂੜੀਆਂ ਨੇ, ਇਹ ਜੰਜੀਰੀ ਹੈ, ਇਹ ਕਾਂਟੇ ਨੇ, ਕੁਛ ਕੁਛ ਹੈ। ਤੇ ਜੇ ਉਹਨਾਂ ਨੂੰ ਇਕੱਠਿਆਂ ਕਰ ਦੋ ਤੇ ਸੋਨਾ ਹੈ। ਬਸ ਇੰਨੀ ਕੁ ਚੀਜ਼ ਸਾਨੂੰ ਸਮਝਣ ਦੀ ਲੋੜ। ਉਹ ਸਾਡਾ ਜਿਹੜੀ ਐਕਸਪਲੇਨੇਸ਼ਨ ਹੈ ਉਹ ਮੈਨੂੰ ਲੱਗਦਾ ਵੀ ਕਿਤੇ ਗਲਤ ਹੈਗੀ, ਜਿਸ ਕਰਕੇ ਆਮ ਬੰਦਾ ਚੱਕਰਾਂ ਦੇ ਵਿੱਚ ਪਿਆ ਹੈ। ਹਰ ਬੰਦਾ ਰੱਬ ਦਾ ਹੀ ਰੂਪ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸਿਰਫ ਆਪਣੇ ਅੰਦਰੋਂ ਉਹਨਾਂ ਗੁਣਾਂ ਨੂੰ ਪ੍ਰਗਟ ਕਰ ਲਓ, ਤੁਸੀਂ ਰੱਬ ਵਰਗੇ ਹੋ। ਐਵੇਂ। ਧੰਨਵਾਦ। ਠੀਕ ਹੈ ਜੀ, ਮਿਹਰਬਾਨੀ, ਧੰਨਵਾਦ ਜੀ। ਤੇ ਮੈਂ ਹੁਣ ਸਾਡੇ ਨਾਲ ਸਵਿੰਦਰ ਕੌਰ ਹੈ ਜੀ, ਉਹ ਤੋਂ ਬਾਅਦ ਦੇ ਵਿੱਚ ਮੈਂ ਨੀਨਾ ਦੇ ਕੋਲ ਆਵਾਂਗਾ, ਨੀਨਾ ਜੀ ਦੇ ਕੋਲ ਆਉਣਾ। ਪਹਿਲਾਂ ਸਵਿੰਦਰ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਫਤਿਹ ਮੇਰੀ ਭੈਣ। ਹਾਂਜੀ, ਸਾਡੀ ਆਵਾਜ਼ ਜੀ ਬਹੁਤ ਬਿਲਕੁਲ ਠੀਕ ਆਈ ਹੈ ਜੀ, ਤੁਹਾਡੀ ਆਵਾਜ਼ ਵੀ ਸਾਨੂੰ ਐਨ ਠੀਕ ਸੁਣਦੀ ਰਹੀ ਹੈ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ ਤੁਹਾਡਾ। ਤੇ ਨੀਨਾ ਜੀ ਲਾਸਟ। ਹਾਂਜੀ ਹਾਂਜੀ ਭਾਈ ਸਾਹਿਬ ਜੀ, ਇੱਕ ਗੱਲ ਦੱਸਣਾ ਕਿ ਇਹ ਹਮੇਸ਼ਾ ਪਤੀ ਵਰਤਾ ਔਰਤ ਕਹਿੰਦੇ ਨੇ ਤੇ ਪਤਨੀ ਵਰਤਾ ਆਦਮੀ ਕਿਉਂ ਨਹੀਂ ਕਹਿੰਦੇ? ਗੁਰਬਾਣੀ ਵਿੱਚ ਤਾਂ ਭੈਣ ਇਹ ਚੀਜ਼ਾਂ ਨਾ ਕਹੀਆਂ ਗਈਆਂ ਨੇ ਕਿ ਪਤੀ ਵਰਤਾ ਪਤਨੀ ਵੀ ਹੋਵੇ ਤੇ ਪਤੀ ਵੀ ਪਤਨੀ ਵਰਤਾ ਹੋਵੇ। ਇਹ ਦੋਵਾਂ ਵਾਸਤੇ ਬਰਾਬਰ ਹੀ ਹੈ, ਪਰ ਆਮ ਕਰਕੇ ਕਹਿ ਦਿੱਤਾ ਜਾਂਦਾ ਹੈ। ਉਹਦਾ ਰੀਜ਼ਨ ਇਹ ਸੀ ਕਿ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਔਰਤ ਨੂੰ ਅਧਿਕਾਰ ਨਹੀਂ ਸਨ ਬਰਾਬਰ ਦੇ, ਔਰ ਔਰਤ ਨੂੰ ਕਿਸੇ ਨੇ ਪੈਰ ਦੀ ਜੁੱਤੀ ਕਿਹਾ, ਕਿਸੇ ਨੇ ਇਹਨੂੰ ਬਘਿਆੜਨ ਕਿਹਾ, ਕਿਸੇ ਨੇ ਇਹਨੂੰ ਚੈਤਨ ਮਾਇਆ ਕਿਹਾ, ਔਰ ਕਿਸੇ ਨੇ ਇਹਨੂੰ ਰੱਬ ਦੀ ਬੜੀ ਸਵਾਦਲੀ ਗਲਤੀ ਕਿਹਾ। ਔਰ ਤੁਲਸੀਦਾਸ ਜੀ ਨੇ ਤੇ ਇੱਥੋਂ ਤੱਕ ਵੀ ਲਿਖ ਦਿੱਤਾ ਕਿ ਢੋਲ ਗਵਾਰ ਸ਼ੂਦਰ ਅਰ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ। ਤਾਂ ਇਸ ਕਰਕੇ ਸਿਰਫ ਔਰਤ ਨੂੰ ਹੀ ਗਲਤ ਕਿਹਾ ਗਿਆ। ਲੇਕਿਨ ਗੁਰੂ ਨਾਨਕ ਦੇਵ ਜੀ ਨੇ ਆ ਕੇ ਤੇ ਬਰਾਬਰ ਦੀ ਇਹਨਾਂ ਨੂੰ ਮਹਾਨਤਾ ਦਿੱਤੀ। ਸੋ ਕਿਉਂ ਬੰਦਾ ਆਖੀਏ ਜਿਤ ਜੰਮੇ ਰਾਜਾਨ। ਔਰ ਬੰਦੇ ਵਾਸਤੇ ਵੀ ਚੀਜ਼ਾਂ ਬਾਣੀ ਵਿੱਚ ਦੇਖੋ ਪਈਆਂ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣ, ਔਰ ਪਰਵੇਲ ਨਾ ਜੋ ਹੈ ਕੰਤ ਤੂੰ, ਕਿ ਤੂੰ ਕੰਤ ਤਾਂ ਹੀ ਹੈ ਜੇ ਪਰਾਈ ਔਰਤ ਵੱਲ ਮਾੜੀ ਨਜ਼ਰ ਨਾਲ ਤੱਕੇ ਵੀ ਨਾ। ਤੇ ਨਾਲੇ ਬਾਣੀ ਵਿੱਚ ਆਉਂਦਾ ਨਾ, ਪਰ ਤੇਰੇ ਰੂਪ ਨਾ ਪੇਖੇ ਨੇਤਰ। ਤਾਂ ਇੱਥੇ ਪਤਨੀ ਵਰਤਾ ਹੀ ਕਿਹਾ ਜਾ ਰਿਹਾ ਵੀ ਪਰਾਈ ਔਰਤ ਨੂੰ ਅੱਖਾਂ ਦੇ ਨਾਲ ਵੇਖ ਵੀ ਨਾ, ਤੇਰੇ ਮਨ ਦੇ ਅੰਦਰ ਮਾੜੀ ਸੋਚ ਵੀ ਨਾ ਪੈਦਾ ਹੋਵੇ। ਇਸ ਕਰਕੇ ਕਿਸ ਦੇ ਨਾਲ ਕੰਪੇਅਰ ਕੀਤਾ ਗਿਆ ਇਸਤਰੀ ਨੂੰ? ਪਸ਼ੂ ਦੇ ਨਾਲ? ਕਿਹਦੇ ਨਾਲ? ਕਿਹਦੇ ਨਾਲ ਜੀ? ਤੁਸੀਂ ਆਚਾਰ ਦੱਸਿਆ ਨਾ ਕਿ ਇਸਤਰੀ ਨੂੰ ਕੰਪੇਅਰ ਕੀਤਾ ਗਿਆ ਢੋਲ। ਕਿ ਢੋਲ ਜੇ ਪਿਆ ਹੋਏ ਨਾ ਤੇ ਉਹ ਚੰਗਾ ਨਹੀਂ ਲੱਗਦਾ, ਢੋਲ ਨੂੰ ਡਗਾ ਵੱਜੇ ਫਿਰ ਚੰਗਾ ਲੱਗਦਾ ਹੈ। ਅੱਛਾ। ਗਵਾਰ ਬੰਦਾ ਕਮਲਾ। ਜੇ ਕਮਲੇ ਬੰਦੇ ਨੂੰ ਖੁੱਲਾ ਛੱਡ ਦਿਓ ਤੇ ਉਹ ਮਤਲਬ ਗੜਬੜ ਕਰੇਗਾ ਨਾ, ਪੱਥਰ ਮਾਰ ਦੇਗਾ, ਕਿਸੇ ਨੂੰ ਚਪੇੜ ਮਾਰਤਾ, ਕੁਛ ਕਰਤਾ। ਸ਼ੂਦਰ ਦਾ ਮਤਲਬ ਨੀਵੀਂ ਜਾਤ ਦਾ ਬੰਦਾ। ਢੋਲ ਗਵਾਰ ਸ਼ੂਦਰ ਪਸ਼ੂ ਤੇ ਨਾਰੀ ਜਨਾਨੀ, ਇਹ ਸਾਰੇ ਤਾੜਨ ਦੇ ਅਧਿਕਾਰੀ ਨੇ ਕਿ ਇਹਨਾਂ ਨੂੰ ਤਾੜਨਾ ਕੀਤੀ ਜਾਏ, ਤਾਂ ਹੀ ਇਹ ਠੀਕ ਸੂਤ ਰਹਿੰਦੇ ਨੇ। ਤੇ ਇਹ ਕਿੱਥੇ ਲਿਖਿਆ ਹੋਇਆ ਹੈ? ਇਹ ਤੁਲਸੀ ਰਮਾਇਣ ਦੇ ਵਿੱਚ। ਤੁਲਸੀ ਰਮਾਇਣ ਵਿੱਚ, ਤੁਲਸੀ ਵਿੱਚ। ਇਹ ਵਾਲਮੀਕੀ ਰਮਾਇਣ ਵਿੱਚ ਨਹੀਂ, ਤੁਲਸੀ ਰਮਾਇਣ ਵਿੱਚ। ਯਾਦ ਰੱਖਣਾ, ਇਕੱਲਾ ਰਮਾਇਣ ਨਹੀਂ ਕਹਿਣਾ, ਤੁਲਸੀ ਰਮਾਇਣ ਵਿੱਚ। ਤੁਲਸੀ ਰਮਾਇਣ। ਹਾਂਜੀ, ਇਹ ਤੁਲਸੀਦਾਸ ਦੀ ਕਿਰਤ ਹੈਗੀ ਹੈ। ਤੇ ਇਹ ਚੀਜ਼ਾਂ ਹੁਣ ਦੇਖੋ, ਵੋਟਾਂ ਦਾ ਅਧਿਕਾਰ ਵੀ ਔਰਤ ਨੂੰ ਬੜੀ ਬਾਅਦ ਵਿੱਚ ਮਿਲ ਰਿਹਾ ਹੈ ਨਾ। ਤੇ ਇਸ ਕਰਕੇ ਮਤਲਬ ਔਰਤ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ, ਜਦੋਂ ਕਿ ਪਤੀ ਦੇ ਵੀ ਬਰਾਬਰ ਦੇ ਹੱਕ ਨੇ। ਪਤੀ ਨੂੰ ਹੀ ਦੂਜੀ ਔਰਤ ਵੱਲ ਨਹੀਂ ਦੇਖਣਾ ਚਾਹੀਦਾ। ਤੇ ਬਾਕੀ ਥੋੜਾ ਹਾਸਾ ਵੀ ਹੋ ਜਾਏਗਾ ਮਾੜਾ ਜਿਹਾ, ਤੁਹਾਨੂੰ ਅਧਿਕਾਰ ਵੀ ਥੋੜੇ ਜਿਹੇ ਜ਼ਿਆਦੇ ਨੇ। ਦੇਖੋ ਕਰਵਾ ਚੌਥ ਦਾ ਵਰਤ ਵੀ ਜੇ ਤੋੜ ਦਿੱਤਾ ਤੇ ਬੰਦਾ ਮਰੇਗਾ, ਤੇ ਦੁਨੀਆ ਵਿੱਚ ਕੋਈ ਐਸਾ ਵਰਤ ਨਹੀਂ ਵੀ ਬੰਦਾ ਤੋੜੇ ਤੇ ਜਨਾਨੀ ਨੂੰ ਜ਼ੁਕਾਮ ਨਹੀਂ ਲੱਗਦਾ ਮਾੜਾ। ਤੁਹਾਡੇ ਹੱਥ ਵਿੱਚ ਤਾਂ ਨਾ ਇਹ ਚੀਜ਼ਾਂ ਸਣੇ ਨਾ ਕਰਕੇ ਧਾਰਮਿਕ ਦੁਨੀਆ ਵਿੱਚ ਚੀਜ਼ਾਂ ਮਸ਼ਹੂਰ ਕੀਤੀਆਂ। ਤਾਂ ਕਰਕੇ ਔਰਤ ਵਾਸਤੇ, ਬੰਦੇ ਨੂੰ ਸਗੋਂ ਬਾਣੀ ਵਿੱਚ ਬਾਰ-ਬਾਰ ਜ਼ਿਆਦਾ ਕਿਹਾ, ਬਰਾਬਰ ਹੀ ਦੋਵਾਂ ਵਾਸਤੇ, ਪਤਨੀ ਵਾਸਤੇ ਵੀ ਪਤੀ ਵਾਸਤੇ। ਤੁਲਸੀਦਾਸ ਜਿਹੜਾ ਪੜਾਇਆ ਗਿਆ ਕਿ ਪਤਨੀ ਜਿਹੜੀ ਹੈ ਔਰਤ ਤੇ ਬੰਦੇ ਦੀ ਅਪੋਜਿਟ ਹੈਗੀ ਹੈ, ਅਪੋਜਿਟ ਨਹੀਂ ਪੜਾਉਣਾ ਚਾਹੀਦਾ। ਸਾਨੂੰ ਕਹਿਣਾ ਚਾਹੀਦਾ ਵੀ ਇੱਕ ਦੂਜੇ ਦੇ ਪੂਰਕ ਨੇ। ਬੰਦਾ ਜਨਾਨੀ ਤੋਂ ਬਿਨਾਂ, ਜਨਾਨੀ ਬੰਦੇ ਤੋਂ ਬਿਨਾਂ, ਪਤੀ ਪਤਨੀ ਅਧੂਰੇ ਨੇ। ਇਹ ਪੂਰੇ ਹੀ ਦੋਵੇਂ ਮਿਲ ਕੇ ਹੋਣ। ਇਹ ਭਾਵਨਾਵਾਂ ਸਾਡੇ ਅੰਦਰ ਹੋਣੀਆਂ ਚਾਹੀਦੀਆਂ। ਭਾਈ ਸਾਹਿਬ ਜੀ, ਇੱਕ ਹੋਰ ਸਾਡੇ ਲਾਵਾਂ ਦੇ ਵਿੱਚੋਂ, ਚਾਰੋਂ ਲਾਵਾਂ ਦੇ ਵਿੱਚ ਆਦਮੀ ਅੱਗੇ ਜਾਂਦਾ ਹੈ, ਤੇ ਹਿੰਦੂ ਲਾਵਾਂ ਦੇ ਵਿੱਚ ਅੱਧੇ ਵਿੱਚ ਆਦਮੀ ਜਾਂਦਾ ਤੇ ਅੱਧੇ ਵਿੱਚ ਔਰਤ ਜਾਂਦੀ ਹੈ। ਇਹਦਾ ਕੀ
ਫਰਕ ਦੱਸੋਗੇ ਮੈਨੂੰ? ਨਹੀਂ, ਇਹਦੇ ਵਿੱਚ ਨਾ ਫਰਕ ਵਾਲੀ ਕੋਈ ਗੱਲ ਨਹੀਂ, ਇਹ ਸਿਰਫ ਨਾ ਚੀਜ਼ਾਂ ਜਿਹੜੀਆਂ ਨੇ ਇੱਕ ਸੁਰਤਾ ਵਾਸਤੇ ਬਣਾਈਆਂ ਗਈਆਂ ਨੇ। ਜੇ ਮੰਨ ਲਓ ਸਪੋਜ਼ 2 ਮਿੰਟ ਵਾਸਤੇ ਵੀ ਜੇ ਔਰਤ ਨੂੰ ਅੱਗੇ ਲਾਇਆ ਜਾਂਦਾ ਨਾ ਚਾਰਾਂ ਲਾਵਾਂ ਵਿੱਚ ਵੀ ਚਲੋ ਔਰਤ ਅੱਗੇ ਲੱਗ ਜਾਵੇ, ਤੇ ਫਿਰ ਸਵਾਲ ਇਹ ਪੈਦਾ ਹੋ ਜਾਣਾ ਸੀ ਵੀ ਔਰਤ ਨੂੰ ਕਿਉਂ ਲਾਇਆ ਜਾਂਦਾ, ਬੰਦੇ ਨੂੰ ਕਿਉਂ ਨਹੀਂ ਲਾਇਆ ਜਾਂਦਾ? ਨਹੀਂ ਦੋ ਸੇ ਹਾਂ ਮੈਂ ਕਹਾਂ ਜੇ ਦੋ ਵਾਸਤੇ, ਹਾਂ ਉਹੀ ਮੈਂ ਕਹਿਣ ਲੱਗਾ, ਜੇ ਦੋ ਵਾਸਤੇ ਮੰਨ ਲਓ ਵੀ 2 ਪਤੀ ਅੱਗੇ ਲੱਗ ਜਾਏ ਤੇ 2 ਔਰਤ ਲੱਗ ਜਾਏ, ਤੇ ਹੁਣ ਪਹਿਲੋਂ ਕੌਣ ਲੱਗੇ, ਪਤਨੀ ਕਿ ਪਤੀ? ਜੇ ਪਹਿਲਾਂ ਪਤਨੀ ਨੂੰ ਲਾਇਆ ਤੇ ਲੋਕਾਂ ਨੇ ਕਹਿਣਾ ਯਾਰ ਪਤੀ ਨੂੰ ਕਿਉਂ ਨਹੀਂ ਪਹਿਲੋਂ ਲਾਇਆ ਗਿਆ, ਤੇ ਜੇ ਪਤੀ ਨੂੰ ਪਹਿਲੋਂ ਲਾਤਾ ਫਿਰ ਸਵਾਲ ਹੋਣਾ ਹੈ ਯਾਰ ਪਤੀ ਨੂੰ ਬੰਦੇ ਨੂੰ ਕਿਉਂ ਪਹਿਲੋਂ ਲਾਇਆ, ਜਨਾਨੀ ਨੂੰ ਕਿਉਂ ਨਹੀਂ? ਉਹਦੇ ਵਾਸਤੇ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਨਿੱਕੀ ਜੀ, 2 ਬੰਦੇ ਸਨ ਤੇ ਖੋਤਾ ਲਈ ਜਾਂਦੇ ਸੀ, ਤੇ ਘੋੜਾ ਲਈ ਜਾਂਦੇ ਸੀ, ਤੇ ਦੋਵੇਂ ਜਣੇ ਨਾ ਘੋੜੇ ਤੇ ਚੜੇ, ਮਾੜਾ ਜਿਹਾ ਘੋੜਾ ਸੀ। ਸੁਣੋ ਹਾਂਜੀ ਸੁਣ ਲਓ ਜੀ, ਇੱਕ ਵਾਰੀ ਫੇਰ ਸੁਣ ਲਓ। ਥੈਂਕ ਯੂ। ਪਿੰਡ ਵਿੱਚ ਗਏ ਤੇ ਉਹ ਕਹਿਣ ਲੱਗੇ ਵੀ ਦੇਖੋ ਇਹ 2 ਬੰਦੇ ਮਾੜੇ ਜਿਹੇ ਘੋੜੇ ਤੇ ਚੜੇ ਨੇ, ਕਿੰਨੇ ਅਤਿਆਚਾਰੀ ਨੇ, ਤੇ ਮੁੰਡਾ ਉੱਤਰ ਗਿਆ। ਤੇ ਅਗਲੇ ਪਿੰਡ ਵਿੱਚ ਗਏ ਤੇ ਕਹਿਣ ਲੱਗੇ ਪਿਓ ਵੇਖ ਕਿੰਨਾ ਅਤਿਆਚਾਰੀ ਹੈ, ਮੁੰਡੇ ਨੂੰ ਥੱਲੇ ਤੋਰੀ ਜਾਂਦੇ ਤੇ ਆਪ ਘੋੜੇ ਤੇ ਬੈਠਾ, ਤੇ ਮੁੰਡਾ ਬਹਿ ਗਿਆ ਤੇ ਪਿਓ ਥੱਲੇ ਉਤਰ ਗਿਆ। ਅਗਲੇ ਪਿੰਡ ਗਏ ਤੇ ਉਹ ਕਹਿਣ ਲੱਗੇ ਮਤਲਬ ਦੇਖੋ ਯਾਰ ਮੁੰਡਾ ਕਿੰਨਾ ਅਤਿਆਚਾਰੀ, ਪਿਓ ਬੁੱਢਾ ਪਿੱਛੇ ਤੁਰਿਆ ਜਾਂਦਾ। ਉਹ ਦੋਵੇਂ ਹੀ ਉਤਰ ਕੇ ਪੈਦਲ ਤੁਰਨ ਲੱਗ ਗਏ। ਤੇ ਅਗਲੇ ਪਿੰਡ ਗਏ ਤੇ ਕਹਿੰਦੇ ਦੇਖੋ ਬੇਵਕੂਫਾਂ ਦੇ ਕੋਲ ਘੋੜਾ ਹੈਗਾ ਤੇ ਪੈਦਲ ਤੁਰੀ ਜਾਂਦੇ ਨੇ, ਕਹਿੰਦੇ ਹੁਣ ਕੀ ਕਰੀਏ, ਘੋੜਾ ਕਹਿੰਦਾ ਹੁਣ ਮੈਨੂੰ ਚੁੱਕ ਕੇ ਤੁਰ ਸਿਰ ਤੇ। ਯਾਨੀ ਇਹ ਸੀ ਸੁਰਤਾ ਵਾਸਤੇ, ਤੇ ਉਹ ਵੀ ਸਾਰੇ ਐਵੇਂ ਕਰ ਲਓ। ਦੂਜੇ ਨੰਬਰ ਤੇ ਕਰੀਬ ਔਰਤ ਨੇ ਹੀ ਪਤੀ ਦੇ ਘਰ ਵਿੱਚ ਜਾਣਾ ਹੁੰਦਾ ਵਿਆਹ ਕੇ, ਤੇ ਇਹ ਵੀ ਗੱਲ ਨਹੀਂ ਹੈਗੀ ਸਿਰਫ ਉਹ ਇੱਕ ਸੁਰਤਾ ਵਾਸਤੇ, ਵੀ ਸਾਰੇ ਐਵੇਂ ਕਰ ਲਓ। ਜਿਵੇਂ ਅਸੀਂ ਇੰਗਲੈਂਡ ਦੇ ਵਿੱਚ ਖੱਬੇ ਪਾਸੇ ਤੁਰਦੇ ਹਾਂ, ਇੰਡੀਆ ਵਿੱਚ ਖੱਬੇ ਪਾਸੇ ਆ, ਤੇ ਯੂਰਪ ਵਿੱਚ ਜਾਓ ਜਾਂ ਕੈਨੇਡਾ ਵਿੱਚ ਜਾਓ ਤੇ ਸੱਜੇ ਪਾਸੇ ਨੇ, ਸਿਰਫ ਇੱਕ ਸੁਰਤਾ ਵਾਸਤੇ, ਵੀ ਹੋਰ ਇਹਦਾ ਕੋਈ ਵਾਧ ਘਾਟ ਵਾਲੀ ਗੱਲ ਨਹੀਂ, ਕਿ ਔਰਤ ਛੋਟੀ ਹੈ ਜਾਂ ਬੰਦਾ ਵੱਡਾ। ਪਰ ਭਾਈ ਸਾਹਿਬ ਜੀ, ਲਾਵਾਂ ਤੋਂ ਬਾਅਦ ਫਿਰ ਔਰਤ ਜਿਹੜੀ ਹੈ ਉਹੀ ਆਦਮੀ ਨੂੰ ਪਿੱਛੇ ਦੌੜਾਉਂਦੀ ਹੈ ਸਾਰੀ ਉਮਰ। ਇੱਕ ਵਾਰੀ ਲਾਵਾਂ ਲੈ ਲੈਂਦੀ ਹੈ, ਉਹਦੇ ਬਾਅਦ ਔਰਤ ਹੈਗੀ ਹੈ ਉਹ ਫਿਰ ਨਚਾਉਂਦੀ ਹੈ ਆਦਮੀ ਨੂੰ। ਇਹ ਤਾਂ ਭੈਣ ਹੁਣ ਤੁਸੀਂ ਦੱਸ ਸਕਦੇ ਹੋ ਵੀ ਨਚਾਉਂਦੀਆਂ ਕਿ ਨਹੀਂ, ਇਹਦੇ ਹੁਣ ਮੈਂ ਨਹੀਂ, ਇਸ ਸਵਾਲ ਤੇ ਬੀਬੀਆਂ ਤੋਂ ਕਰੋ। ਮੈਂ ਉਹ ਇਹ ਗੱਲ ਕਹੂੰਗਾ ਜੀ ਵੀ ਨਚਾਣਾ ਛੱਡ ਦਿਓ, ਹੁਣ ਬਹੁਤ ਨਚਾ ਲਿਆ ਜੀ ਸਾਨੂੰ, ਹੁਣ ਤੁਸੀਂ ਬਸ ਕਰੋ ਨਾ, ਹੁਣ ਸਾਰੀ ਉਮਰ ਕਰ ਲਿਆ, ਹੋਰ ਕਦੇ ਚਲੋ ਇੱਥੇ ਬਸ ਕਰਦੇ ਜੀ ਆਪਾਂ ਇਸ ਨੋਟ ਤੇ। ਪਰ ਮੈਂ ਏਦਾਂ ਕਹਿਣਾ ਜੀ, ਜਿੱਦਾਂ ਉਹ ਕਹਿੰਦੇ ਹੁੰਦੇ ਆ ਵੀ ਝੱਟ ਕਿੱਥੇ ਗੁਜ਼ਾਰਾਂ ਸਾਈਆਂ, ਦੁਨੀਆ ਕਿਸੇ ਗੱਲੋਂ ਨਾ ਰਾਜੀ। ਹਾਂਜੀ, ਸੋ ਇਸ ਕਰਕੇ ਨਾ ਆਪਣੇ ਆਪਣੇ ਖਿਆਲ ਸਾਰਿਆਂ ਦੇ ਵੱਖਰੇ ਹੁੰਦੇ ਆ ਜੀ। ਜਸਵੀਰ ਕੌਰ ਜੀ ਤੁਸੀਂ ਅਨਮਿਊਟ ਹੋਏ ਆ। ਨਹੀਂ ਮੈਂ ਕੁਛ ਨਹੀਂ ਸੀ ਕਹਿਣਾ, ਆਹੀ ਮੈਂ ਕਹਿਣਾ ਸੀ ਕਿ ਜਿਆਦਾ ਦੇ ਕੁਐਸਚਨ ਪੁੱਛਣ ਲੱਗੇ ਫਿਰ ਤਾਂ ਕੋਈ ਅੰਤ ਨਹੀਂ ਹੈਗਾ। ਹਾਂਜੀ ਕੋਈ ਨਹੀਂ, ਅੰਤ ਕਰ ਦੇਣਾ ਜੀ, ਹੁਣੇ ਅਸੀਂ ਐਂਡ ਕਰ ਦੇਣਾ ਹੁਣੇ ਬਸ। ਹਾਂਜੀ ਚਲੋ ਜਸਵੀਰ ਭੈਣ ਹਾਸਾ ਮਜ਼ਾਕ ਥੋੜਾ। ਹਾਂਜੀ ਬਿਲਕੁਲ ਚਾਹੀਦਾ ਸਾਰਿਆਂ ਨੂੰ। ਥੈਂਕ ਯੂ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅੱਜ ਧੰਨਵਾਦ ਸਾਰਿਆਂ ਦਾ, ਤੇ ਆਪਾਂ ਕੱਲ ਨੂੰ ਫੇਰ ਮਿਲਦੇ ਹਾਂ ਜੀ ਸਾਰਿਆਂ ਨੂੰ। ਸਾਰੇ ਆਪਣੇ ਸ਼ੰਕੇ ਕੱਢ ਰਹੇ ਆ। ਹਾਂਜੀ ਸਾਰੇ ਮੈਂ ਕਿਹਾ ਆਪਣੇ ਸ਼ੰਕੇ ਕੱਢ ਰਹੇ ਆ। ਠੀਕ ਹੈ ਜੀ, ਕੱਢੋ, ਬਿਲਕੁਲ ਆਪਣੇ ਦਿਮਾਗ ਚੋਂ ਕੱਢ ਦਿਓ, ਪਰ ਮੁੜ ਕੇ ਸੇਮ ਕੁਐਸਚਨ ਨਾ ਪੁੱਛਿਓ ਹੁਣ ਕੱਲ ਨੂੰ ਨਵੇਂ ਲੈ ਕੇ ਆਇਓ ਕੋਈ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਨਵੇਂ ਜੁੜੇ ਜਿਹੜੇ ਸਾਡੇ ਸਰੋਤੇ ਉਹਨਾਂ ਦਾ ਵੀ ਧੰਨਵਾਦ, ਤੇ ਜਿਹੜੇ ਜਿਨ੍ਹਾਂ ਦੇ ਨਾਂ ਨਹੀਂ ਲਏ ਗਏ ਉਹਨਾਂ ਦਾ ਵੀ ਧੰਨਵਾਦ ਜੀ। ਕੁਐਸਚਨ ਪੁੱਛੇ ਉਹਨਾਂ ਦਾ ਵੀ ਧੰਨਵਾਦ। ਕੱਲ ਨੂੰ ਮਿਲਦੇ ਹਾਂ ਜੀ 2 ਵਜੇ ਇਸੇ ਪਲੇਟਫਾਰਮ ਤੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।